ਵਧਾਈਆਂ ਜੀ ਇੱਕ ਵਾਰ ਆਪ ਸਭ ਨੂੰ ਫਿਰ ਤੋਂ ਬਹੁਤ ਖੈਰ ਹੁਣ ਤੱਕ ਤੇ ਸਵੇਰ ਦੀਆਂ ਕਈਆਂ ਨੇ ਵਧਾਈਆਂ ਦੇ ਦਿੱਤੀਆਂ ਹੋਣੀਆਂ, ਪਰ ਮੈਂ ਸੋਚਿਆ ਵੀ ਚਲੋ ਅਸੀਂ ਆਪਣੇ ਵੱਲੋਂ ਇੱਕ ਵਾਰ ਫਿਰ ਵਧਾਈਆਂ ਦੇ ਦਈਏ। ਹੁਣ ਵਧਾਈਆਂ ਹੈ ਕਿਹੜੀ ਚੀਜ਼ ਦੀਆਂ ਇਹ ਦੱਸਣ ਦੀ ਲੋੜ ਤੇ ਹੈ ਨਹੀਂ ਗੀ। ਖੈਰ ਤੇ ਇੰਨਾ ਹੈ ਕਿ ਵੀ ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਜਦੋਂ ਕਰਾਂਗੇ ਫਿਰ ਹੋਰ ਵਧਾਈਆਂ ਦੀ ਗੱਲ ਵੀ ਸਮਝ ਆ ਜਾਣੀ ਹੈ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਫੋਕਸ ਪ੍ਰਾਈਮ ਏਸ਼ੀਆ TV ਤੇ ਮੈਂ ਗੁਰਪ੍ਰੀਤ ਸੰਧਾਵਾਲੀਆ। ਤੇ ਅੱਜ ਖਬਰਾਂ ਦੇ ਨਾਲ ਕੁਛ ਜਿਹੜੀਆਂ ਪਿਛਲੇ ਸਮੇਂ 'ਚ ਵਾਪਰੀਆਂ ਘਟੀਆਂ ਘਟਨਾਵਾਂ ਉਹਨਾਂ ਦੀ ਗੱਲ ਤੇ ਗਾਂਹ ਆਉਣ ਵਾਲੇ ਸਮੇਂ 'ਚ ਘਟ ਸਕਦੀਆਂ ਘਟਨਾਵਾਂ ਦੀ ਗੱਲ ਤਾਂ ਕਰਨੀ ਆ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ, ਸਤਿ ਸ਼੍ਰੀ ਅਕਾਲ। ਆਪਣਾ ਸੁਣਾਓ? ਆਪਣਾ ਵੀ ਠੀਕ ਹੈ ਬਿਲਕੁਲ। ਦੇਖੋ ਜਦੋਂ 378 ਦਿਨਾਂ ਦੇ ਬਾਅਦ ਵਧਾਈਆਂ ਦੇਣ ਦਾ ਮੌਕਾ ਮਿਲੇ ਤੇ ਉਹ ਵਾਹਵਾ ਹੀ ਵਧੀਆ ਹੁੰਦੀਆਂ ਬਣਦੀਆਂ। ਇਹ ਆਖਿਆ ਵੀ ਮਤਲਬ ਜੇ ਅਜੇ ਵੀ ਨਾ ਦਿੱਤੀਆਂ ਤੇ ਮਾੜੀ ਗੱਲ ਹੈ। ਇਹ ਤਾਂ ਨਹੀਂ ਦੇਣੀਆਂ ਕੀ, ਮੈਂ ਕਹਿੰਦਾ 378 ਵਾਰੇ ਵੀ ਦੇਤੀਆਂ ਨੇ ਤਾਂ ਕਬੂਲ ਬਿਲਕੁਲ ਸਬਰ ਨਾ ਕਰਨੀਆਂ ਚਾਹੀਦੀਆਂ ਕਿ ਠੀਕ ਹੈ ਜੀ ਤੁਹਾਡੇ ਕਰਕੇ ਹੀ ਆ, ਗੱਲ ਕਿਹੜੀ ਆ। ਨਹੀਂ ਕੀਤੀਆਂ ਅਗਲਿਆਂ ਨੇ, ਅਗਲਿਆਂ ਤਾਂ ਇੱਦਾਂ ਹੀ ਕੀਤੀਆਂ। ਦੇਖੋ ਕ੍ਰੈਡਿਟ ਜਿੰਨੇ ਲੀਡਰ ਸਾਹਿਬਾਨ ਬੋਲੇ, ਕਿਸੇ ਨੇ ਨਾ ਤੇ ਆਪਣੇ ਆਪ ਨੂੰ ਕ੍ਰੈਡਿਟ ਦਿੱਤਾ ਤੇ ਨਾ ਆਪਣੀ ਲੜਾਈ ਨੂੰ ਦਿੱਤਾ, ਨਾ ਲੀਡਰਸ਼ਿਪ ਨੂੰ ਕ੍ਰੈਡਿਟ ਦਿੱਤਾ। ਜੇ ਸਭ ਤੋਂ ਪਹਿਲਾਂ ਕੋਈ ਮੈਂ ਸ਼ੁਰੂ ਹੁੰਦਾ ਵੇਖਿਆ ਤੇ ਉਹ ਆਂਦੇ ਵੀ ਅਕਾਲ ਪੁਰਖ ਨੇ ਕੀਤਾ ਭਾਈ। ਫਿਰ ਲੋਕਾਂ ਦੇ ਸਹਿਯੋਗ ਦੀ ਗੱਲ ਆ ਗਈ, ਉਹਨਾਂ ਰੂਹਾਂ ਨੂੰ ਯਾਦ ਕੀਤਾ ਜਿਹੜੀਆਂ ਇਹ ਸਾਰੇ ਸੰਘਰਸ਼ 'ਚ ਵਿਛੜ ਗਈਆਂ। ਤੇ ਅਖੀਰ ਮੈਂ ਨਾ ਚਲੋ ਵਧੀਆ ਗੱਲ ਆ ਵੀ ਕਰਦੇ ਕਰਾਉਂਦੇ ਉਹ ਕਹਿੰਦੇ ਵੀ ਜੋ ਕੁਛ ਹੈ ਰਲ ਮਿਲ ਕੇ ਹੋਇਆ ਤੇ ਗਾਂਹ ਵੀ ਰਲ ਮਿਲ ਕੇ ਹੋਊ। ਸੰਧਾਲੀਆ ਸਾਹਿਬ ਮੈਨੂੰ ਨਾ ਕਈ ਚੀਜ਼ਾਂ ਉਹਦੇ ਵਿੱਚੋਂ ਦੇ ਉੱਤਰ ਮਿਲੇ, ਸਵਾਲਾਂ ਦੇ ਉੱਤਰ ਦੇਖ ਕੇ ਪ੍ਰਕਿਰਿਆ ਨੂੰ। ਕਿਉਂਕਿ ਜਦੋਂ ਸਰਕਾਰ ਦੀ ਚਿੱਠੀ ਆ ਗਈ ਜਿਹੜੀ ਉਡੀਕੀ ਜਾ ਰਹੀ ਸੀ, ਸਰਕਾਰੀ ਮੋਹਰ ਤੇ ਸਰਕਾਰੀ ਦਸਖਤ ਐਗਰੀਕਲਚਰ ਵਿਭਾਗ ਦੇ ਸੈਕਟਰੀ ਤੇ, ਮਤਲਬ ਸੋਨੇ ਰੰਗਾ ਸ਼ੇਰ ਜਿੱਤੇ ਸੀਗਾ ਉੱਪਰਲੇ ਪਾਸੇ ਕਿ ਆਹ ਤੁਹਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਂਦੀਆਂ ਨੇ। ਉਹਦੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਬੈਠਕ ਕਰਨੀ ਸੀ, ਕੀਤੀ, ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਐਲਾਨ ਕਰ ਦਿੱਤਾ। ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਪੜਾਅ ਹੋਣਗੇ। ਮੋਰਚਾ 378 ਦਿਨ ਚੱਲਿਆ ਤੇ 378 ਦਿਨ ਮੋਰਚਾ ਮਜ਼ਬੂਤ ਕਰਨ ਤੇ ਲੱਗੇ। ਤੇ ਜਿਹਨੂੰ ਮਜ਼ਬੂਤ ਕਰਨ ਤੇ 378 ਦਿਨ ਲੱਗੇ, 1 ਮਿੰਟ ਤਾਂ ਪੱਟਿਆ ਨਹੀਂ ਜਾ ਸਕਦਾ। ਇਸ ਕਰਕੇ ਉਹਦਾ ਬਕਾਇਦਾ ਪ੍ਰੋਸੈਸ ਦੱਸਿਆ, ਪ੍ਰੋਸੀਜਰ ਦੱਸਿਆ, ਪ੍ਰਕਿਰਿਆ ਦੱਸੀ ਕਿ ਆਪਾਂ ਵਾਪਸ ਕਿਵੇਂ ਜਾਣਾ ਹੈ। ਪਰ ਉਹਦੇ ਤੋਂ ਬਾਅਦ ਜਿਹੜੀ ਸਟੇਜ ਚੱਲੀ, ਕਿਉਂਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਵਾਲੀ ਸਟੇਜ ਉਖਾੜੀ ਜਾ ਰਹੀ ਹੈ, ਉਹਦਾ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ। ਬੀਤੇ ਕੱਲ ਜਦੋਂ ਕਿਸਾਨ ਜਥੇਬੰਦੀਆਂ ਨੇ ਫਤਿਹ ਦਾ ਐਲਾਨ ਕੀਤਾ ਸੀ, ਜਿੱਤ ਦਾ ਐਲਾਨ ਕੀਤਾ ਸੀ, ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਵੀ ਕੁਝ ਕਦਮ ਅੱਗੇ ਆਈ ਹੈ। ਫਿਰ ਤੁਸੀਂ ਦੇਖੋ ਪ੍ਰਕਿਰਿਆ ਕਿੱਦਾਂ ਚੱਲਦੀ ਹੈ। ਸਭ ਤੋਂ ਪਹਿਲਾਂ ਕਿਹਾ ਗਿਆ ਕਿ ਭਾਈ 5:30 ਵਜੇ ਫਤਿਹ ਦੀ ਅਰਦਾਸ ਕਰਾਂਗੇ ਕਿ ਭਾਈ ਫਤਿਹ ਹੋ ਗਈ ਹੈ। ਸਭ ਤੋਂ ਪਹਿਲਾ ਪੜਾਅ ਅਰਦਾਸ ਦਾ। ਤੁਹਾਨੂੰ ਯਾਦ ਹੋਣਾ ਕਿ ਕਈ ਬੰਦੇ ਇਸ ਤਰੀਕੇ ਦੇ ਸੀ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਗਲ ਲਾਓ, ਪੁਰਾਣੀਆਂ ਗੱਲਾਂ ਫੋਲਣ ਦਾ ਫਾਇਦਾ ਨਹੀਂ, ਪਰ ਕਿ ਕਿਹੜਾ ਝੰਡਾ ਲਾਉਣਾ ਹੀ ਕਿਹੜਾ ਨਹੀਂ ਲਾਉਣਾ, ਕਿਉਂ ਨਹੀਂ ਲਾਉਂਦੇ ਜੀ। ਉਹ ਕਿਸਾਨੀ ਦਾ ਝੰਡਾ ਉਹ ਕਹਿੰਦੇ ਸੀ ਅਸੀਂ ਲਾਉਂਦੇ ਹਾਂ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਨੇ, ਸਾਰੀਆਂ ਭਾਸ਼ਾ ਬੋਲਣ ਵਾਲੇ ਲੋਕ ਵਿੱਚ ਨੇ, ਸਾਰੇ ਸੂਬਿਆਂ ਦੇ ਲੋਕ ਵਿੱਚ ਨੇ ਕਿ ਭਾਈ ਤੁਸੀਂ ਆਪੋ ਆਪਣੇ ਧਾਰਮਿਕ ਜਿਹੜਾ ਝੰਡਾ ਨਿਸ਼ਾਨ ਲਾਉਣਾ ਲਾਓ, ਆਪਾਂ ਕਿਸਾਨੀ ਦਾ ਝੰਡਾ ਜ਼ਰੂਰ ਲਾ ਕੇ ਚੱਲੀਏ, ਦੇਸ਼ ਦਾ ਝੰਡਾ ਵੀ ਆਪਾਂ ਨਾਲ ਲਾਈਏ। ਚਰਚਾ ਚੱਲਦੀ ਸੀ ਉਦੋਂ। ਬਹੁਤ ਸਾਰੇ ਤਾਂ ਨਹੀਂ, ਕੁਝ ਗਿਣਤੀ ਦੇ ਲੋਕ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਸਾਰੇ ਦਰਸਾਉਂਦੇ ਸੀ, ਉਹ ਕਹਿੰਦੇ ਸੀ ਆ ਦੇਖਿਆ ਇਹ ਨਿਸ਼ਾਨ ਤੋਂ ਪਰੇ ਜਾ ਰਹੇ ਨੇ। ਪਰ ਜਦੋਂ ਜਿੱਤ ਹੋ ਗਈ, ਜਦੋਂ ਕੋਈ ਉਂਗਲੀ ਵੀ ਨਹੀਂ ਸੀ ਕਰਦਾ, ਜਦੋਂ ਕੋਈ ਪ੍ਰੈਸ਼ਰ ਵੀ ਨਹੀਂ ਸੀ ਕਰਦਾ, ਉਦੋਂ 2 ਫੈਸਲੇ ਕਿ ਭਾਈ ਇੱਕ ਤਾਂ ਆਪਾਂ ਅੱਜ ਫਤਿਹ ਦੀ ਅਰਦਾਸ ਕਰਨੀ ਹੈ, ਮਹਾਰਾਜ ਦਾ ਓਟ ਆਸਰਾ ਲਿਆ, ਜਕਾਰੇ ਲੱਗੇ। ਉਹਦੇ ਤੋਂ ਬਾਅਦ ਇਹ ਕਿਹਾ ਗਿਆ ਕਿ ਭਾਈ ਪੰਜਾਬ ਜਾ ਕੇ ਸਭ ਤੋਂ ਪਹਿਲਾ ਕੰਮ ਜਿਹੜਾ ਕਰਨਾ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣਾ ਹੈ। ਜਾਣੀ ਕਿ ਕਿਸਾਨ ਮਜ਼ਦੂਰ ਲੀਡਰਾਂ ਦੇ ਧਾਰਮਿਕ ਆਸਥਾ ਦੇ ਉੱਤੇ ਉਂਗਲਾਂ ਚੱਕਣ ਵਾਲੇ ਜਿਹੜੇ ਨੇ ਕਿ ਭਾਈ ਇਹ ਪਤਾ ਨਹੀਂ ਕਿਸੇ ਹੋਰ ਤਰ੍ਹਾਂ ਦੇ ਨੇ ਨਾ ਸੀਗੇ ਤਾਂ ਇੱਦਾਂ ਹੀ, ਪਰ ਯਤਨ ਕਈਆਂ ਨੇ ਬਹੁਤ ਕੀਤਾ। ਪਰ ਉਹਦਾ ਜਵਾਬ ਮੋਰਚੇ ਦੀ ਫਤਿਹ ਤੇ 2 ਤਰੀਕਿਆਂ ਨਾਲ ਕੀਤੀ ਹੋਈ ਅਰਦਾਸ, ਉੱਥੇ ਜਿਹੜਾ ਗੁਰਬਾਣੀ ਦਾ ਪ੍ਰਵਾਹ ਚੱਲਿਆ, ਉਹਦੇ ਤੋਂ ਬਾਅਦ ਜਕਾਰੇ ਲੱਗੇ ਤੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਦਾ ਜਿਹੜਾ ਫੈਸਲਾ ਕੀਤਾ, ਉਹਨੇ ਆਪਣੇ ਆਪ ਦੇ ਦਿੱਤਾ ਕਿ ਭਾਈ ਠੀਕ ਹੈ, ਜੜੀ ਤੇਲ ਦੇਣ ਵਾਲੇ ਬਹੁਤ ਹੁੰਦੇ ਆ, ਆਰੀ ਨਾ ਚੀਰਨ ਵਾਲੇ ਬਹੁਤ ਹੁੰਦੇ ਕਿ ਭਾਈ ਜਣਾ ਜੁਣਾ ਛਿੱਲ ਦਿਓ। ਪਰ ਕਿਸਾਨ ਆਗੂਆਂ ਨੇ ਦੇਖਿਆ ਸੀ ਕਿ ਭਾਈ ਸਾਰੇ ਦੇਸ਼ ਦਾ ਸਮਾਜਿਕ ਅੰਦੋਲਨ ਹੈ, ਇਹਨੂੰ ਕਿਹੜੇ ਤਰੀਕੇ ਏਕਤਾ ਨਾਲ ਚਲਾਇਆ ਜਾ ਸਕਦਾ ਹੈ। ਮੇਰਾ ਖਿਆਲ ਠੀਕ ਹੈ ਬਾਠ ਸਾਹਿਬ, ਉਹ ਸਮਾਂ ਲੰਘ ਗਿਆ, ਉਹਦੇ 'ਚ ਸਾਰਾ ਕੁਛ ਉੱਦਾਂ ਵੀ ਨਹੀਂ ਸੀ ਨਾ ਜਿੱਦਾਂ ਨਜ਼ਰ ਆਉਂਦਾ। ਕਿਉਂਕਿ ਕਾਰਨ ਇਹ ਵੀ ਇੱਕ ਇਹ ਐਸੀ ਚੀਜ਼ ਹੈ ਧਰਮ, ਜਿਹਦੇ ਬਾਰੇ ਸਰਕਾਰਾਂ ਨੂੰ ਪਤਾ ਵੀ ਯਾਰ ਇਸ ਚੀਜ਼ ਦੇ ਉੱਪਰ ਤੇ ਆਪਾਂ ਮੁਲਕ ਵੰਡ ਲਿਆ ਸੀ ਤੇ ਬੰਦੇ ਵੰਡਣੇ ਕਿੱਡੇ ਔਖਾ ਕੰਮ ਆ, ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਵੀ ਉਹ ਆਪਣੀ ਥਾਂ ਦੇ ਉੱਪਰ ਉਹ ਉਦੋਂ ਜੋ ਵੀ ਚੱਲਿਆ, ਹੋ ਸਕਦਾ ਵੀ ਕੁਛ ਬੰਦੇ ਉਹਦੇ 'ਚ ਭਾਵੁਕ ਹੋ ਕੇ ਲੱਗ ਪਏ ਹੋਣ, ਕੋਈ ਬੰਦੇ ਸ਼ਰਾਰਤੀ ਹੋਣ, ਕਿਸੇ ਨੂੰ ਜੋ ਵੀ ਹੋਵੇ,
ਪਰ ਚਲੋ ਇੱਕ ਗੱਲ ਤਾਂ ਆਪਾਂ ਅੱਗੇ ਵੀ ਬੇਨਤੀ ਕਰਦੇ ਹੁਣ ਵੀ ਕਰਦੇ ਹਾਂ ਕਿ ਵੀ ਜਿਹੜਾ ਧਰਮ ਹੈ ਨਾ ਉਹ ਮੇਰੇ ਖਿਆਲ ਨਾਲ ਬੰਦੇ ਦੇ ਅੰਦਰਲਾ ਵਿਸ਼ਾ, ਉਹਨੂੰ ਅੰਦਰ ਰੱਖ ਕੇ ਤੇ ਜੋ ਧਰਮੀ ਕਰਮੀ ਬੰਦੇ ਦਾ ਅਸਲ ਕਿਰਦਾਰ ਹੋਣਾ ਚਾਹੀਦਾ ਉਹੀ ਚੀਜ਼ ਬਾਹਰ ਨਜ਼ਰ ਆਵੇ, ਨਾ ਕਿ ਧਰਮ ਬਾਹਰ ਨਜ਼ਰ ਆਵੇ, ਉਹ ਜ਼ਿਆਦਾ ਵਧੀਆ। ਤੇ ਮੇਰੇ ਖਿਆਲ ਨਾਲ ਉਹ ਜਦੋਂ ਬੰਦਾ ਉਸ ਰਾਹ 'ਤੇ ਚੱਲ ਕੇ ਆਪਣੇ ਅੰਦਰ ਉਹ ਸ਼ੁਕਰਾਨਾ, ਆਪਣੇ ਅੰਦਰਲੀਆਂ ਕਮੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਤੁਰਿਆ ਜਾਂਦਾ ਰਹਿੰਦਾ ਤੇ ਫਿਰ ਡੈਫੀਨੇਟਲੀ ਜਿੱਤ ਤੇ ਹੁੰਦੀ। ਬਿਲਕੁਲ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਪੂਰੇ ਰੂਪ ਦੇ ਵਿੱਚ ਠੀਕ ਹੈ ਕਿ ਫਿਰ ਜਿੱਤ ਹੁੰਦੀ ਹੈ, ਕਿਉਂਕਿ ਧਰਮ ਤਾਂ ਬੰਦੇ ਨੂੰ ਬੰਦਾ ਬਣਾਉਂਦਾ ਹੀ। ਉਹੀ ਲਾ ਲਓ ਆਪਾਂ ਇਹ ਨਹੀਂ ਕਹਿੰਦੇ ਵੀ ਇੱਕ, ਹਾਂ ਸਾਰੇ ਧਰਮ। ਹੁਣ ਤੁਸੀਂ ਦੇਖੋ, ਮੁਸਲਮਾਨ ਭਾਈਚਾਰੇ ਨੇ ਲੰਗਰ ਲਾਏ, ਹਿੰਦੂ ਭਾਈਚਾਰੇ ਨੇ ਆ ਕੇ ਲੰਗਰ ਲਾਏ, ਪ੍ਰਸ਼ਾਦੇ ਪਕਾਏ, ਸਿੱਖ ਭਾਈਚਾਰਾ ਤਾਂ ਪਹਿਲੇ ਦਿਨ ਤੋਂ ਜਿਸ ਤਰੀਕੇ ਨਾਲ ਤੁਰਿਆ। ਹਾਂ, ਇੱਕ ਗੱਲ ਹੈਗੀ ਆ ਸੰਧਾਲੀਆ ਸਾਹਿਬ, ਕਈ ਬੰਦਿਆਂ ਨੂੰ ਹੋ ਸਕਦਾ, ਮੈਂ ਤਾਂ ਕਹਿੰਦਾ ਕਿ ਹੁਣ ਉੱਦਾਂ ਦੀ ਕਦੇ ਨੌਬਤ ਨਾ ਆਵੇ। ਜੇ ਕਿਸੇ ਨੂੰ ਇਹ ਲੱਗਦਾ ਨਾ ਕਿ ਭਾਈ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਹਨਾਂ ਚੱਲ ਜਾਣਾ ਕੱਲ੍ਹ ਨੂੰ। ਵੈਸੇ ਗੱਲ ਕਰਦਾ, ਉਹ ਥਾਂ ਖਾਲੀ ਹੋਣੀ ਹੈ। ਜੇ ਕਿਸੇ ਨੂੰ ਲੱਗਦਾ ਕਿ ਇਹਦੇ ਨਾਲ ਕੋ ਆ ਵੀ ਮੁੱਦਾ ਚਾਹੀਦਾ ਸੀ, ਐਂ ਹੀ ਕੰਮ ਹੋਣਾ, ਉਹ ਥਾਂ ਵੀ ਖਾਲੀ ਹੋਣੀ ਆ, ਸਰਕਾਰ ਵੀ ਹੈਗੀ ਆ। ਤੁਸੀਂ ਕਹਿੰਦੇ ਸੀ ਕਿ ਬੰਦੇ ਵੀ ਸਾਰੇ ਨਾਲ ਹੈ, ਖੁੱਲ੍ਹਾ ਹੀ ਆ ਹੁਣ ਕੰਮ, ਕੋਈ ਗੱਲ ਨਹੀਂ। ਤੁਸੀਂ ਜਾਣੀ ਜੇ ਕੋਈ ਘਾਟ ਵਾਧ ਰਹਿ ਗਈ ਲੱਗਦੀ ਹੈ, ਜਿਨ੍ਹਾਂ ਨੂੰ ਲੱਗਦਾ ਸੀ, ਕਈ, ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ, ਉਹਨਾਂ ਨੇ ਲੋਕਾਂ ਨੂੰ ਉਂਗਲਾਂ ਬੜੀਆਂ ਲਾਈਆਂ, ਭਾਈ ਖੁੱਲ੍ਹਾ ਹੀ ਆ ਹੁਣ, ਮੈਦਾਨ ਤੁਸੀਂ ਕਰਕੇ ਦੇਖ ਲਓ। ਵੈਸੇ ਗੱਲ ਕਰਦਾ ਮੈਂ, ਨਹੀਂ ਚਲੋ ਉਹ ਤਾਂ ਗੱਲ ਹੁੰਦੀ ਹੈ, ਹੁਣ ਹੋਣ ਵਾਲੀ ਤਾਂ ਗੱਲ ਨਿਬੜ ਗਈ। ਪਰ ਚਲੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਜਿਸ ਹਿਸਾਬ ਨਾਲ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਉਹਨਾਂ ਨੇ ਸਮਝਾਤੀਆਂ ਕਿ ਵੀ ਦੇਖੋ ਜੀ, ਸਾਨੂੰ ਪਹਿਲਾਂ ਆਇਆ ਸੀ ਸਾਡੇ ਕੋਲੇ ਖਰੜਾ, ਤੇ ਸਾਡੀ ਉਹਦੇ ਤੇ ਭਾਈ ਸਾਹਿਬ ਕਿਤੇ ਸਹਿਮਤੀ ਨਹੀਂ ਸੀ ਬਹਿੰਦੀ ਵੀ ਇੱਦਾਂ ਨਹੀਂ ਗੱਡੀ ਚੱਲਣੀ। ਫਿਰ ਅਸੀਂ ਦੂਸਰੀ ਵਾਰ ਕਿਹਾ ਵੀ ਆਹ ਗੱਲਾਂ ਹੋਣ ਤੇ ਫਿਰ ਸਾਡੀ ਸਹਿਮਤੀ ਬਹਿੰਦੀ ਹੈ। ਫਿਰ ਦੂਜੀ ਵਾਰ ਸਰਕਾਰ ਨੇ ਦੂਜਾ ਖਰੜਾ ਭੇਜਦਾ ਵੀ ਆਹ ਲਓ ਜੀ ਜਿੱਦਾਂ ਤੁਸੀਂ ਕਹਿੰਦੇ ਆ। ਅਖੀਰ ਜਿੱਦਾਂ ਉਹਨਾਂ ਨੇ ਮੰਨਿਆ ਵੀ ਜਦੋਂ ਆਪਾਂ ਇਹ ਸਾਰੇ ਕੁਛ ਨੂੰ ਦੇਖਦੇ ਹਾਂ, ਅਲੱਗ-ਅਲੱਗ ਲੀਡਰਾਂ ਦੇ ਬਿਆਨ ਸੁਣ ਲਈਏ, ਕੋਈ 95% ਕਹਿੰਦਾ, ਕੋਈ 99% ਕਹਿੰਦਾ, 100% ਹੀ ਕਿਸੇ ਨੇ ਵੀ ਨਹੀਂ ਕਿਹਾ। ਉਹ ਕਹਿੰਦੇ ਵੀ ਜਦੋਂ ਆਪਾਂ 100 ਦੇ ਵਿੱਚੋਂ 95% 99% ਆਪਣੀਆਂ ਗੱਲਾਂ ਮੰਨੀਆਂ ਗਈਆਂ ਤੇ ਫਿਰ ਆਪਾਂ ਨੂੰ ਖੁੱਲ੍ਹਾ ਦਿਲ ਵਿਖਾਉਣਾ ਚਾਹੀਦਾ ਤੇ ਅਸੀਂ ਇਹ ਸਾਰੇ ਕੁਛ ਦੇ ਉੱਪਰ ਸਹਿਮਤੀ ਦਿੰਦੇ ਹਾਂ। ਤੇ ਸਾਡੀ ਸਹਿਮਤੀ ਦਾ ਕਰਕੇ ਇਸ ਅੰਦੋਲਨ ਨੂੰ ਫਿਲਹਾਲ ਸਥਗਿਤ ਕੀਤਾ ਜਾ ਰਿਹਾ, ਮੁਲਤਵੀ ਕੀਤਾ ਜਾ ਰਿਹਾ। ਆਪਾਂ ਇਹ ਨਹੀਂ ਕਹਿੰਦੇ ਵੀ ਇਸ ਅੰਦੋਲਨ ਨੂੰ ਆਪਾਂ ਰੱਦ ਕਰਦਾ, ਖਤਮ ਕਰਦਾ, ਮਤਲਬ ਥੋੜ੍ਹੇ ਚਿਰ ਲਈ ਇੱਕ ਬ੍ਰੇਕ ਹੈ। ਜਿੱਦਾਂ ਰਾਜੇਵਾਲ ਸਾਹਿਬ ਦੀ ਜਿਹੜੀ ਲਾਸਟ ਸਪੀਚ ਸੀਗੀ, ਉਹ ਕਹਿੰਦੇ ਫੌਜਾਂ ਜਦੋਂ ਲੜਦੀਆਂ ਸਾਹ ਵੀ ਲੈਣਾ ਪੈਂਦਾ, ਥੋੜ੍ਹਾ ਚਿਰ ਇੱਕ ਨਾ ਦਮ ਜਿਹਾ ਮਾਰ ਕੇ ਤੇ ਇੱਕ ਨਾ ਨਵੇਂ ਦਮ ਹੋ ਕੇ ਦੁਬਾਰਾ ਫੇਰ ਲੜਾਂਗੇ। ਸੋ ਉਹ ਵਾਲੀ ਇੱਕ ਬ੍ਰੇਕ ਹੈ, ਇਹਨੂੰ ਇੱਦਾਂ ਨਾ ਸਮਝਿਆ ਜਾਵੇ ਵੀ ਭਾਈ ਸਾਹਿਬ ਵੀ ਅਸੀਂ ਹੁਣ ਖਤਮ ਕਰਕੇ ਚੱਲੇ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਤੁਸੀਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਜ਼ਿਕਰ ਕੀਤਾ। ਮੈਂ ਕਹਿੰਦਾ ਕਿਸਾਨ ਆਗੂਆਂ 'ਚ 100 ਕਮਜ਼ੋਰੀਆਂ ਹੋਣਗੀਆਂ, ਹੁਣ ਸਾਹਮਣੇ ਆ ਜਾਣ, ਅੱਗੋਂ ਸਾਹਮਣੇ ਆ ਜਾਣ। ਬੰਦੇ ਹੀ ਨੇ, ਆਖਿਰਕਾਰ ਤਾਂ ਬੰਦੇ ਹੀ ਨੇ ਨਾ, ਆਮ ਬੰਦੇ ਹੀ ਨੇ। ਆ ਸਕਦੀਆਂ ਕਮਜ਼ੋਰੀਆਂ ਸਾਹਮਣੇ, ਅਸੀਂ ਕਿਸੇ ਦੀ ਸਹੁੰ ਥੋੜ੍ਹੀ ਖਾਂਦੇ ਹਾਂ। ਪਰ ਮੋਰਚਾ ਜਿੱਤਿਆ ਗਿਆ। ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਕਿਹਾ ਕਿ ਭਾਈ ਹੁਣ ਚਲੋ ਕਿਸੇ ਬੰਨੇ ਕੰਢੇ ਲੱਗ ਲੈਣ ਦਿੰਦੇ ਹਾਂ, ਤੇ ਨਫ਼ਰਤ ਨਹੀਂ ਰਹਿਣੀ ਚਾਹੀਦੀ ਦੋਨਾਂ ਧਿਰਾਂ 'ਚ। ਕਿਉਂਕਿ ਤੁਸੀਂ ਦੇਖੋ ਕਿ ਜਿਹੜੇ ਬੰਦੇ ਇਸ ਮੋਰਚੇ 'ਚ ਬੈਠੇ ਸੀ, ਹੁਣ ਸਰਕਾਰ ਉਹਨਾਂ ਨੂੰ ਨਾਲ ਲੈ ਕੇ ਦੇਸ਼ ਦੀ ਤਰੱਕੀ ਵਾਲੇ ਪਾਸੇ ਲਾਵੇ। ਕਿੱਧਰਲੇ ਪਾਸੇ ਨੂੰ ਗੱਲ ਜਾਊਗੀ? ਆਪਾਂ ਕਿੰਨੀ ਵਾਰ ਕਿਹਾ ਸੀ ਕਿ ਭਾਈ ਇੱਕ ਪਾਸੇ ਚੀਨ ਬੈਠਾ, ਦੂਸਰੇ ਪਾਸੇ ਪਾਕਿਸਤਾਨ ਬੈਠਾ, ਇਹ ਖਿੱਤਾ ਉਪਜਾਊ ਵੀ ਬਹੁਤ ਹੈ ਪਰ ਇਹ ਖਤਰੇ 'ਚ ਵੀ ਬਹੁਤ ਹੈ। ਲੋਕਾਂ ਦਾ ਯਕੀਨ ਸਰਕਾਰ ਜਿੱਤੇ ਤਾਂ ਫਿਰ ਖਤਰਿਆਂ ਦੇ ਨਾਲ ਸਿੱਝਣਾ ਸੌਖਾ ਹੋ ਜਾਂਦਾ। ਉਹ ਬਹੁਤ ਜ਼ਰੂਰੀ ਹੈ ਕਿ ਹੁਣ ਤਾਲਮੇਲ ਥੋੜ੍ਹਾ ਜਿਹਾ ਬਣੇ ਤੇ ਤਾਲਮੇਲ ਵਧਾਓ, ਕਿਸੇ ਨੂੰ ਬੇਗਾਨਗੀ ਦਾ ਪੂਰਾ ਅਹਿਸਾਸ ਨਾ ਹੋਵੇ, ਦੇਸ਼ ਵਧੇ ਫੁੱਲੇ ਅੱਗੇ ਤਰੱਕੀ ਕਰੇ। ਇਹਦੇ ਨਾਲ ਨਾਲ ਇੱਕ ਗੱਲ ਜਿਹੜੀ ਹੋਰ ਬਹੁਤ ਇੰਪੋਰਟੈਂਟ ਹੈ, ਬਹੁਤ ਸਾਰੇ ਸਵਾਲ ਆਉਣਗੇ ਕਿ ਜੀ ਲਖੀਮਪੁਰ ਖੇੜੀ ਵਾਲੀ ਘਟਨਾ ਦਾ ਕੀ ਬਣਿਆ। ਕਿਉਂਕਿ ਜਿੱਦਾਂ ਹੀ ਸ਼ਾਮੀ ਪੋਸਟਾਂ ਪਈਆਂ ਸੀ, ਨਾਲ ਹੀ ਕਈਆਂ ਨੂੰ ਲੱਗਦਾ ਦਾਲ 'ਚ ਕੁਛ ਕਾਲਾ ਲੱਗਦਾ ਏ। ਉਹ ਗੱਲ ਬਹੁਤ ਚੰਗੇ ਤਰੀਕੇ ਦੇ ਨਾਲ ਸਟੇਜ ਤੋਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਤੇ ਕੁਝ ਹੋਰ ਬੁਲਾਰਿਆਂ ਨੇ ਕਲੀਅਰ ਕੀਤੀ। ਉਹ ਕਹਿੰਦੇ ਜੀ ਇਸ ਕਾਗਜ਼ ਦੇ ਵਿੱਚ, ਇਸ ਸਰਕਾਰੀ ਚਿੱਠੀ ਦੇ ਵਿੱਚ ਲਖੀਮਪੁਰ ਖੇੜੀ ਵਾਲੀ ਘਟਨਾ ਦਾ ਜ਼ਿਕਰ ਨਹੀਂ ਹੈ ਤੇ ਉਹਦੇ ਦੋ ਕਾਰਨ ਨੇ। ਪਹਿਲੀ ਗੱਲ, ਉਹ ਕਹਿੰਦੇ ਕਿ ਮਾਣਯੋਗ ਸੁਪਰੀਮ ਕੋਰਟ 'ਚ 2 ਪਟੀਸ਼ਨਾਂ ਨੇ ਉਹਦੀਆਂ, ਤੇ ਸੁਪਰੀਮ ਕੋਰਟ ਇਸ ਮੁੱਦੇ ਤੇ ਕਿਸਾਨਾਂ ਦੇ ਹੱਕ 'ਚ ਤੁਰੀ ਹੈ। ਲਗਾਤਾਰ ਉਹਨੇ ਸਰਕਾਰਾਂ ਨੂੰ ਝਾੜ ਪਾਈ ਹੈ ਤੇ ਸੁਪਰੀਮ ਕੋਰਟ ਦੀ ਚੱਲਦੀ ਹੀਅਰਿੰਗ ਦੇ ਵਿੱਚ ਸਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦਾ ਝੰਜੂ ਨਹੀਂ ਪਾਉਣਾ ਚਾਹੀਦਾ। ਦੂਸਰੀ ਗੱਲ, ਉਹ ਕਹਿੰਦੇ ਉੱਤਰ ਪ੍ਰਦੇਸ਼ ਦੀਆਂ ਜਥੇਬੰਦੀਆਂ ਨੇ ਖੁਦ ਕਿਹਾ ਸੀ ਕਿ ਇਹਨੂੰ ਹਾਲ ਦੀ ਘੜੀ ਨਾ ਛੇੜੋ, ਕਿ ਬੰਦੇ ਅੰਦਰ ਨੇ, ਇਨਵੈਸਟੀਗੇਸ਼ਨ ਹੋ ਰਹੀ ਹੈ, ਹਾਈ ਕੋਰਟ ਦੇ ਸਾਬਕਾ ਜੱਜ ਸਾਹਿਬ ਰੋਜ਼ ਨਿਗਰਾਨੀ ਕਰ ਰਹੇ ਨੇ, ਇਹਨੂੰ ਹਾਲ ਦੀ ਘੜੀ ਨਾ ਛੇੜੋ। ਉਹ ਕਹਿੰਦੇ ਅਸੀਂ ਨਹੀਂ ਛੱਡਿਆ ਮੁੱਦਾ। ਜਦ ਜਿਹੜੇ ਸੂਬੇ 'ਚ ਘਟਨਾ ਵਾਪਰੀ ਹੈ, ਜੇ ਉੱਥੋਂ ਦੀਆਂ ਜਥੇਬੰਦੀਆਂ ਕਹਿੰਦੀਆਂ ਕਿ ਭਾਈ ਇਹ ਜੇ ਠੀਕ ਦਿਸ਼ਾ 'ਚ ਜਾ ਰਿਹਾ, ਇਹਨੂੰ ਨਾ ਛੇੜੋ, ਉਹ ਕਹਿੰਦੇ ਕੋਈ ਬੰਦਾ ਕੱਲ੍ਹ ਨੂੰ ਇਹ ਉਂਗਲੀ ਨਾ ਚੱਕੇ ਕਿ ਉਹਨਾਂ ਨੂੰ ਇਕੱਲੇ ਛੱਡਤਾ। ਬਿਲਕੁਲ ਇਕੱਲੇ ਨਹੀਂ ਛੱਡਿਆ। ਨਹੀਂ, ਇਹ ਬੜਾ ਜ਼ਰੂਰੀ ਵੀ ਸੀਗਾ, ਇਹ ਗੱਲ ਵਧੀਆ ਕੀਤੀ ਉਹਨਾਂ ਨੇ, ਕਲੀਅਰ ਕਰਤਾ। ਮੇਰਾ ਖਿਆਲ 1-2 ਗੱਲਾਂ ਹੋਰ ਵੀ ਸੀਗੀਆਂ, ਕਿਉਂਕਿ ਜਦੋਂ ਚਿੱਠੀ ਨਸ਼ਰ ਕੀਤੀ ਗਈ ਉਹਦੇ 'ਤੇ ਬਹੁਤ ਬੰਦਿਆਂ ਨੂੰ ਇਤਰਾਜ਼ ਸੀ। ਉਹ ਕਹਿੰਦੇ ਵੀ ਆਹ ਦੇਖੋ ਇਕੱਲੇ ਸਟੇਟ ਦਾ ਨਾਂ ਲਿਖਿਆ ਵੀ ਇੱਥੇ ਪਰਚੇ ਵਾਪਸ, ਉੱਥੇ ਵਾਪਸ, ਪੰਜਾਬ ਵਾਲਿਆਂ ਦੇ 'ਤੇ ਹੋਏ ਨਹੀਂ।
ਉਹ ਵੀ ਉਹਨਾਂ ਕਲੀਅਰ ਕਰਤਾ ਵੀ ਪੰਜਾਬ ਸਟੇਟ ਨੇ ਤਾਂ ਸਗੋਂ ਸ਼ੁਰੂਆਤ ਕੀਤੀ ਸੀ ਵੀ ਪਰਚੇ ਅਸੀਂ ਰੱਦ ਕਰਦੇ ਹਾਂ। ਰਹੀ ਗੱਲ ਮੁਆਵਜ਼ੇ ਦੀ, ਉਹਦੇ 'ਤੇ ਸਗੋਂ ਉਦਾਹਰਨ ਵੀ ਦਿੱਤੀ ਗਈ ਵੀ ਜਿਵੇਂ ਪੰਜਾਬ ਨੇ ਕੀਤਾ ਜੀ ਉਸੇ ਆਧਾਰ ਦੇ ਉੱਪਰ ਜਿਹੜੀਆਂ ਬਾਕੀ ਦੀਆਂ ਸਟੇਟਾਂ ਨੇ ਉਹ ਵੀ ਮੁਆਵਜ਼ੇ ਦੀ ਗੱਲ ਕਰਨਗੀਆਂ। ਹੁਣ ਇੱਕ ਚੀਜ਼ ਆਪਾਂ ਹੋਰ ਕਲੀਅਰ ਕਰ ਦਈਏ ਵੀ ਹੋ ਸਕਦਾ ਵੀ ਉਹ ਇੱਕ A4 ਸ਼ੀਟ ਹੈ, ਉਹਦੇ 'ਤੇ 4-5 ਨੁਕਤੇ ਲਿਖੇ ਆ, ਉਹ 4-5 ਨੁਕਤੇ ਵੀ ਉਹ ਸਾਰੀ ਜੋ ਉੱਥੇ ਵਿਆਖਿਆ ਹੋਈ ਆ ਉਹਦੀ ਹੈਡਲਾਈਨ ਟਾਈਪ ਬਣਾ ਕੇ ਵੀ ਇਹਦਾ ਕਰਕਸ ਆਹ ਬਣਦਾ। ਹੁਣ ਇਹਦੇ 'ਚ ਗੱਲ ਸਮਝਣ ਵਾਲੀ ਇਹ ਹੈ ਵੀ ਜਦੋਂ ਉਹ ਗੱਲ ਕਰਦੇ ਨੇ ਵੀ 19 ਤੋਂ ਲੈ ਕੇ ਤੇ ਸਾਨੂੰ 9 ਤੱਕ ਆਉਂਦਿਆਂ ਇੰਨਾ ਟਾਈਮ ਲੱਗਾ, ਉਹਦੇ ਵਿੱਚ ਸਾਡੀਆਂ ਉਹਨਾਂ ਦੇ ਨਾਲ ਜੇ ਗੱਲਾਂ ਬਾਤਾਂ ਹੋਈਆਂ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਲੀਅਰ ਵੀ ਹੋਈਆਂ। ਇਹ ਤਾਂ ਹੋ ਨਹੀਂ ਨਾ ਸਕਦਾ ਵੀ ਅਗਲੇ ਨੇ 2 ਲਾਈਨਾਂ ਲਿਖ ਕੇ ਭੇਜਤੀਆਂ, 3 ਇਹਨਾਂ ਨੇ ਲਿਖ ਕੇ ਭੇਜਤੀਆਂ, 1 ਉਹਨਾਂ ਨੇ ਕਹਿਤੀ, 1 ਤੇ ਇਹਨਾਂ ਨੇ ਕਾਂਟਾ ਮਾਰਤਾ। ਆਫਟਰ ਆਲ ਉੱਥੇ ਕਿਤੇ ਵਿਚਾਰ ਚਰਚਾ ਜਿੱਦਾਂ ਪਹਿਲਾਂ ਵੀ ਗੱਲ ਵਿੱਚੋਂ ਨਿਕਲਦੀ ਰਹੀ ਆ ਵੀ ਗੱਲਬਾਤ ਹੁੰਦੀ ਰਹੀ ਤੇ ਉਹ ਗੱਲਾਂ ਉਹਨਾਂ ਨੇ ਕਲੀਅਰ ਵੀ ਕਰ ਦਿੱਤੀਆਂ ਵੀ ਜਿਹੜੀ ਵੀ ਗੱਲ ਸੀਗੀ ਉਹ ਅਸੀਂ ਉਹਨਾਂ ਨਾਲ ਬਹਿ ਕੇ ਕਰ ਲਈ ਆ, ਨਜਿੱਠ ਲਈ ਆ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵੀ ਆਹ ਜਿਹੜੀ ਚੀਜ਼ ਦਾ ਤੁਹਾਨੂੰ ਸ਼ੰਕਾ ਸਹੀ ਸਾ ਤੁਸੀਂ ਜਿਵੇਂ ਕੋ ਆਪਾਂ ਲਿਖ ਕੇ ਦੇ ਦਿੰਦੇ। ਇਹਦਾ ਮਤਲਬ ਇਹ ਹੋ ਗਿਆ ਵੀ ਉਸ ਚਿੱਠੀ ਨੂੰ ਇਨ ਬਿਨ ਨਾ ਸਮਝਿਆ ਜਾਵੇ ਵੀ ਸ਼ਾਇਦ ਇਹੀ ਸਾਰਾ ਕੁਛ ਹੈ, ਬਹੁਤ ਕੁਛ ਉਹ ਵੀ ਹੈ ਜੋ ਉਹਨਾਂ ਲੀਡਰਾਂ ਨੇ ਬਹਿ ਕੇ ਕਰ ਲਿਆ। ਤੇ ਬਾਕੀ ਸੰਧਾਲੀਆ ਸਾਹਿਬ ਸੰਯੁਕਤ ਕਿਸਾਨ ਮੋਰਚਾ ਇੱਕ ਰਿਹਾ, ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਲੀਡਰ ਸਸਪੈਂਡ ਹੋਏ, ਪੰਜਾਬ ਦੇ ਹੋਏ, ਯੂਪੀ ਦੇ ਹੋਏ, ਹਰਿਆਣੇ ਦੇ ਹੋਏ, ਤੁਹਾਨੂੰ ਪਤਾ ਹੀ ਹੈ ਰਾਜਸਥਾਨ ਦੇ ਹੋਏ, ਕਿੰਨੇ ਲੀਡਰ ਸਸਪੈਂਡ ਹੋਏ। ਉਹ ਸਸਪੈਂਸ਼ਨ ਦੇ ਸਮੇਂ 'ਚ ਚੁੱਪ ਰਹਿੰਦੇ ਸੀ ਤੇ ਮੁੜ ਕੇ ਫੇਰ ਆ ਜਾਂਦੇ ਸੀ ਵਾਪਸ। ਆਪਾਂ ਸਾਰਿਆਂ ਨੂੰ ਪਤਾ, ਆਪਾਂ ਦੇਖਿਆ। ਇਹਦਾ ਮਤਲਬ ਹੈ ਕਿ ਉਹਨਾਂ ਦਾ ਇੱਕ ਪ੍ਰੋਟੋਕਾਲ ਸੀ, ਉਹਨਾਂ ਦੇ ਇੱਕ ਨਿਯਮ ਸੀ ਕਿ ਭਾਈ ਨਿਯਮਾਂ ਦੇ ਅੰਦਰ ਰਹਿਣਾ ਪਊਗਾ ਤੇ ਜੇ ਨਿਯਮਾਂ ਦੇ ਅੰਦਰ ਨਹੀਂ ਰਹਿੰਦੇ ਤਾਂ ਜੇ ਉਹ ਨਿਯਮ ਨਾ ਹੁੰਦੇ, ਸਖਤੀ ਨਾ ਕਰਦੇ, ਆਪਣਾਪਣ ਦਿਖਾਉਂਦੇ ਲੈ ਸਾਡਾ ਬੰਦਾ ਥੋੜੀ ਸਸਪੈਂਡ ਹੋਊਗਾ, ਫਿਰ ਮੋਰਚਾ ਚੱਲਣਾ ਨਹੀਂ ਸੀ। ਹੁਣ ਤੁਸੀਂ ਦੇਖੋ ਕਿ ਸਿਆਣਪ ਕਿੰਨੀ ਹੈ। ਹੁਣ 9 ਤਰੀਕ ਨੂੰ ਫੈਸਲਾ ਹੋ ਜਾਂਦਾ ਹੈ ਤੇ ਬਹੁਤਿਆਂ ਲੱਗਦਾ ਖਰੇ ਹੁਣੇ ਹੀ ਚੱਲ ਪੈਣਾ ਇਹਨਾਂ ਨੇ। ਉਹ ਕਹਿੰਦੇ ਨਾ, ਕੱਲ ਨੂੰ ਜਾਣੀ ਕਿ ਅੱਜ ਦੇ ਦਿਨ 10 ਤਰੀਕ ਨੂੰ ਸਟੇਜ ਨਹੀਂ ਲੱਗੂਗੀ, ਆਪਾਂ ਸਾਰਿਆਂ ਨੇ ਆਪੋ ਆਪਣਾ ਸਮਾਨ ਸਮੇਟਣਾ ਹੈ ਤੇ 11 ਤਰੀਕ ਨੂੰ ਜਾਣੀ ਕਿ ਆਉਣ ਵਾਲੇ ਕੱਲ ਨੂੰ ਸਵੇਰੇ 9 ਵਜੇ ਸਿੰਘੂ ਬਾਰਡਰ ਤੋਂ ਵੀ ਤੇ ਟਿੱਕਰੀ ਬਾਰਡਰ ਤੋਂ ਵੀ ਆਪਾਂ ਕਾਫਲਿਆਂ ਦੇ ਰੂਪ ਦੇ ਵਿੱਚ ਫਤਿਹ ਮਾਰਚ ਕਰਦੇ ਤੁਰਨਾ। ਜਿਹੜੇ ਤਾਂ ਟਿੱਕਰੀ ਬਾਰਡਰ ਵਾਲੇ ਆ ਉਹ ਸਵੇਰੇ 9 ਵਜੇ ਟਿੱਕਰੀ ਬਾਰਡਰ ਤੋਂ ਤੁਰਨਗੇ, ਪਾਤੜਾਂ ਸਮਾਣਾ ਵਾਲੇ ਰਸਤੇ ਪੰਜਾਬ 'ਚ ਪ੍ਰਵੇਸ਼ ਕਰਨਾ। ਜਿਹੜੇ ਸਿੰਘੂ ਬਾਰਡਰ ਵਾਲੇ ਨੇ ਉਹਨਾਂ ਨੇ ਵੀ ਸਵੇਰੇ 9 ਵਜੇ ਭਲਕ ਤੁਰਨਾ, ਉਹਨਾਂ ਨੇ ਸ਼ੰਭੂ ਬਾਰਡਰ ਦੇ ਰਾਹੀਂ ਪੰਜਾਬ 'ਚ ਪ੍ਰਵੇਸ਼ ਕਰਨਾ ਤੇ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਦਾ ਸਵਾਗਤ ਹੋਣਾ ਹੈ ਤੇ ਖਾਸ ਤੌਰ ਤੇ ਕਿਹਾ ਗਿਆ ਕਿ ਇੱਕ ਲਾਈਨ 'ਚ ਚੱਲਣਾ ਹੈ। ਕਿਸੇ ਨੇ ਟਰੈਕਟਰ ਦੜਾ ਕੇ ਇੱਕ ਦੂਸਰੇ ਤੋਂ ਅੱਗੇ ਨਿਕਲਣਾ। ਉਹਨਾਂ ਨੇ 9 ਵਜੇ ਤਾਂ ਹੀ ਤੁਰਨੇ ਆ ਕਿ ਦਿਨੇ ਜਿਹੜੇ ਪੜਾਅ ਦੇ ਉੱਤੇ ਪਹੁੰਚਣਾ ਹਰ ਕੋਈ ਬੰਦਾ ਪਹੁੰਚ ਸਕੇ। ਦੂਸਰਾ ਸੰਧਾਲੀਆ ਸਾਹਿਬ ਦੇਖੋ ਤੁਸੀਂ ਕਮਾਲ ਦੀ ਗੱਲ, 11 ਤਰੀਕ ਨੂੰ ਤੁਰਨਾ ਹੈ, 13 ਨੂੰ ਫਿਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਦਾ ਪ੍ਰੋਗਰਾਮ ਹੈ। 12 ਨੂੰ ਕਿਉਂ ਨਹੀਂ ਰੱਖਿਆ? ਉਹਨਾਂ ਨੂੰ ਵੀ ਪਤਾ ਕਿ ਰਾਹ 'ਚ ਲੋਕਾਂ 'ਚ ਜੋਸ਼ ਹੋਣਾ ਹੈ, ਉਤਸ਼ਾਹ ਹੋਣਾ ਹੈ, ਕਈ ਜਗ੍ਹਾ ਰੁਕਣਾ। ਹੋ ਸਕਦਾ ਕਿ 11 ਦੇ ਤੁਰੇ ਕਈ ਬੰਦੇ 11 ਨੂੰ ਘਰੇ ਹੀ ਨਾ ਪਹੁੰਚਣ, ਹੋ ਸਕਦਾ ਉਹ 12 ਨੂੰ ਪਹੁੰਚਣ। ਇਸੇ ਕਰਕੇ ਕਿ ਹਰ ਬੰਦਾ ਜਿਹੜਾ ਇਸ ਜਿੱਤ ਦੀ ਅਰਦਾਸ ਦੇ ਵਿੱਚ ਸ਼ੁਕਰਾਨਾ ਜਿਹੜਾ ਕਰਨ ਜਾਣਾ ਦਰਬਾਰ ਸਾਹਿਬ, ਉਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ, ਉਹ ਕਿਤੇ ਰਾਹ 'ਚ ਹੀ ਨਾ ਹੋਵੇ। ਕੋਈ ਬੰਦਾ ਕਾਹਲੀ ਨਾ ਕਰੇ ਕਿ ਭਲਕੇ ਮੈਂ ਉੱਥੇ ਪਹੁੰਚਣਾ, ਰੇਸਾਂ ਦੱਬੀਏ ਤੇ ਕੋਈ ਹਾਦਸਾ ਹੋਵੇ। ਉਹ 13 ਤਰੀਕ ਰੱਖੀ ਹੈ। ਫਿਰ ਪੰਜਾਬ 'ਚ 116 ਥਾਵਾਂ ਤੇ ਧਰਨੇ ਚੱਲਦੇ ਆ, ਕਿਤੇ ਥੋੜੇ ਬੰਦੇ ਬਹਿੰਦੇ ਸੀ, ਟੋਲ ਪਲਾਜ਼ੇ ਨੇ, ਵੱਡੇ ਵੱਡੇ ਸ਼ਾਪਿੰਗ ਮਾਲਸ ਨੇ, ਲੀਡਰਾਂ ਦੇ ਘਰ ਨੇ, ਲਗਾਤਾਰ ਧਰਨੇ ਚੱਲਦੇ ਸੀ। ਉਹ ਫਿਰ 13 ਤਰੀਕ ਨੂੰ ਅੰਮ੍ਰਿਤਸਰ ਮੱਥਾ ਟੇਕਣਾ ਹੈ, 14 ਦਾ ਦਿਨ ਫੇਰ ਖਾਲੀ ਰੱਖਿਆ ਤੇ 15 ਤਰੀਕ ਨੂੰ ਵੱਡੇ ਕਿਸਾਨ ਲੀਡਰ ਉਹਨਾਂ ਧਰਨਿਆਂ 'ਚ ਜਾਣਗੇ, ਧੰਨਵਾਦ ਕਰਨਗੇ, ਭਾਸ਼ਣ ਹੋਣਗੇ ਤੇ ਉੱਥੋਂ ਫਿਰ ਉਹ ਰਸਮੀ ਤੌਰ ਦੇ ਉੱਤੇ ਧਰਨੇ ਹਾਲ ਦੀ ਘੜੀ ਚੁੱਕੇ ਜਾਣਗੇ। ਯਾਨੀ 11 ਕੱਲ ਨੂੰ ਤੁਰਨਾ ਹੈ, 13 ਨੂੰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਹੈ, 15 ਨੂੰ ਸਾਰੇ ਧਰਨੇ ਚੁੱਕੇ ਜਾਣੇ ਆ। ਉਹਦੇ ਤੋਂ ਬਾਅਦ ਅਗਲੀਆਂ ਗੱਲਾਂ ਨੇ। ਹਾਂ ਨਹੀਂ, ਪਰ ਇਹ ਸਾਰੇ ਕੁਛ ਆਪਾਂ ਇਹ ਵੀ ਦੱਸਦੇ ਜਾਈਏ ਵੀ ਹੋ ਸਕਦਾ ਕਿਸੇ ਵੇਲੇ ਬੰਦਾ ਸੋਚ ਲੈਂਦਾ ਵੀ ਯਾਰ ਇੱਕ ਦਿਨ ਕਾਹਦੇ ਲਈ ਪਾਇਆ। ਦੇਖੋ ਇੱਕ ਦਿਨ 'ਚ ਇਹ 2 ਕੰਮ ਹੋ ਜਾਣੇ, ਇੱਕ ਤੇ ਵੀ ਉਹ ਸਾਰਾ ਕੁਛ ਇਕੱਠਾ ਕਰਕੇ ਟਰਾਲੀਆਂ 'ਚ ਰੱਖਿਆ ਜਾਣਾ ਜੀ। ਦੂਜੀ ਗੱਲ ਇਹ ਵੀ ਜਿਹੜੀ ਏਡੀ ਵੱਡੀ ਉਹ ਘਟਨਾ ਵਾਪਰੀ ਜਿਹਦੇ ਵਿੱਚ ਦੇਸ਼ ਦੇ ਕਹਿ ਲਓ ਕਿ ਵੀ ਏਡੇ ਉੱਪਰਲੇ ਲੈਵਲ ਦੇ ਜਨਰਲ ਜਾਂ ਫੌਜੀ ਅਧਿਕਾਰੀ ਉਹਨਾਂ ਦਾ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਵੀ ਹੁਣ ਇੱਕ ਪਾਸੇ ਉਹਨਾਂ ਦਾ ਸੰਸਕਾਰ ਹੋਵੇ ਤੇ ਦੂਜੇ ਪਾਸੇ ਆਪਾਂ ਇੱਧਰਲੇ ਪਾਸੇ ਢੋਲ ਵਜਾਉਂਦੇ ਜੀ, ਉਹ ਠੀਕ ਨਹੀਂ ਲੱਗਦਾ। ਹੁਣ ਦੇਖੋ ਮੈਂ ਇਸ ਗੱਲੋਂ ਹੈਰਾਨ ਸੀ ਵੀ ਜਿਹੜੀ ਚੀਜ਼ ਨੂੰ ਉਹਨਾਂ ਨੂੰ ਬੈਠਿਆਂ ਨੂੰ 1.5 ਸਾਲ ਲੜਦਿਆਂ ਨੂੰ ਹੋ ਗਿਆ, ਸਾਲ ਤੋਂ ਬਾਅਦ ਉੱਥੇ ਬੈਠਿਆਂ ਨੂੰ ਹੋ ਗਿਆ ਵੀ ਉਹ ਅਗਲੇ ਵਿਚਾਰੇ ਨੂੰ ਇਹ ਲੱਗਦਾ ਵੀ ਯਾਰ ਕਿਤੇ ਮਿਲ ਜਵੇ, ਸਾਡੇ ਲਈ ਇਹ ਤੋਂ ਵੱਡੀ ਖੁਸ਼ੀ ਕੋਈ ਨਹੀਂ। ਉਹ ਖੁਸ਼ੀ ਮਿਲਣ ਦੇ ਬਾਵਜੂਦ ਵੀ ਉਹਨਾਂ ਨੂੰ ਲੱਗਾ ਵੀ ਨਹੀਂ ਯਾਰ ਆ ਦੁੱਖ ਆ ਤੇ ਦੁੱਖ ਦੇ ਟਾਈਮ ਤੇ ਖੜਨਾ ਚਾਹੀਦਾ। ਸੰਧਾਲੀਆ ਸਾਹਿਬ ਇਹ ਨਿਚੋੜ ਜਿਹੜਾ ਨਾ ਇਹ ਤਾਂ ਸਾਂਭ ਕੇ ਰੱਖਣ ਵਾਲਾ ਕਿ ਕਿੰਨੇ ਸਾਰੇ ਫਤਵੇ ਦਿੱਤੇ ਗਏ ਤਾਂ ਦੇਸ਼ ਵਿਰੋਧੀ ਨੇ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਹੱਥਾਂ ਤੇ ਖੇਡਦੇ। ਚੀਫ ਆਫ ਡਿਫੈਂਸ ਸਟਾਫ ਜਿਹੜੇ ਉਹਨਾਂ ਦੀ ਮੌਤ ਹੋਈ ਹੈ, ਨਾਲ 12 ਜਣੇ ਹੋਰ ਸੀ। ਵੱਡਾ ਅਹੁਦਾ ਭਾਰਤੀ ਫੌਜ ਦਾ ਸੀ। ਫਿਰ ਕਹਿੰਦੇ ਕਿ ਦੇਸ਼ ਅੱਗੇ ਵਧੇ ਫੁੱਲੇ ਤੇ
ਇਸ ਮੌਕੇ ਦੇ ਉੱਤੇ ਉਹ ਇਸ ਰਾਸ਼ਟਰੀ ਸ਼ੋਕ ਦੇ ਵਿੱਚ ਸ਼ਾਮਲ ਹੋਏ ਨੇ ਕਿ ਨਹੀਂ ਭਾਈ, ਦੇਸ਼ ਦਾ ਮਾਮਲਾ, ਦੇਸ਼ ਦੇ ਵੱਡੇ ਆਫੀਸਰ ਦੀ ਮੌਤ ਹੋਈ ਹੈ, ਹਾਦਸੇ 'ਚ ਮੌਤ ਹੋਈ ਹੈ, ਉਦਣ ਉਹਦਾ ਸੰਸਕਾਰ ਹੋਣਾ ਹੋਵੇ ਤਾਂ ਅਸੀਂ ਢੋਲ ਵਜਾਈਏ, ਚੰਗਾ ਨਹੀਂ। ਇਹਦੇ ਤੋਂ ਵੱਡਾ ਸਬੂਤ ਨਹੀਂ ਹੋ ਸਕਦਾ। ਜਿਨ੍ਹਾਂ ਨੂੰ 378 ਦਿਨ ਹੋ ਗਏ ਇੱਥੇ ਬੈਠਿਆਂ ਨੂੰ 1 ਮਿੰਟ ਕੱਢਣਾ ਔਖਾ ਹੁੰਦਾ, ਪਰ ਉਹ ਕਹਿੰਦੇ ਕੋਈ ਗੱਲ ਨਹੀਂ, 24 ਘੰਟੇ ਹੋਰ ਬੈਠਾਂਗੇ ਆਪਾਂ ਇਸ ਤਰੀਕੇ ਦੇ ਨਾਲ, ਇੱਕ ਪਾਸੇ ਸ਼ੋਕ ਸਮਾਗਮ ਹੋਣ ਤੇ ਦੂਜੇ ਪਾਸੇ ਢੋਲ ਵੱਜਦੇ ਹੋਣ। ਇੱਦਾਂ ਨਹੀਂ, ਮੈਨੂੰ ਨਹੀਂ ਲੱਗਦਾ ਕਿ ਦੇਸ਼ ਭਗਤੀ ਦਾ ਕੋਈ ਹੋਰ ਸਬੂਤ ਚਾਹੀਦਾ ਹੈ। ਨਹੀਂ ਪੂਰੇ ਉਹਨਾਂ ਨੇ ਆਪਣੇ ਵੱਲੋਂ ਹਰੇਕ ਤਰ੍ਹਾਂ ਦਾ ਸਬੂਤ ਪ੍ਰੂਫ ਦੇਤਾ। ਇੱਕ ਮੇਰੇ ਖਿਆਲ ਨਾਲ ਹੋਰ ਗੱਲ ਵੀ ਆਪਾਂ ਜ਼ਰੂਰ ਕਰ ਲਈਏ, ਤੁਸੀਂ ਗੱਲ ਕੀਤੀ ਸੀ ਨਾ ਵੀ ਯਾਰ ਬੰਦਿਆਂ ਨੂੰ ਵਿੱਚੋਂ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਦੁਬਾਰਾ ਸ਼ਾਮਲ ਕੀਤਾ ਜਾਂਦਾ। ਹੁਣ ਇਹ ਮੇਰੇ ਖਿਆਲ ਇਹ ਵੀ ਇੱਕ ਗੱਲ ਸਮਝਣ ਵਾਲੀ ਹੈ ਵੀ ਜਿਹੜੇ ਬੰਦਿਆਂ ਨੂੰ ਕੱਢਿਆ ਜਾਂਦਾ, ਜਿਹੜੇ ਬੰਦਿਆਂ ਨੂੰ ਸ਼ਾਮਲ ਕੀਤਾ ਜਾਂਦਾ, ਉਹਦੀਆਂ 2 ਉਦਾਹਰਨਾਂ ਆਪਾਂ ਹੁਣ ਤੱਤੀਆਂ ਤਾਜ਼ੀਆਂ ਦੇ ਲਈ। ਜੇ ਮੈਂ ਗਲਤ ਨਹੀਂ ਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਸਮੇਂ ਲਈ ਜੇ ਕੋਈ ਬੰਦਾ ਸਸਪੈਂਡ ਹੋਇਆ ਤੇ ਉਹ ਚੜੂਨੀ ਸਾਹਿਬ ਸੀਗੇ। ਚੜੂਨੀ ਸਾਹਿਬ ਨੂੰ ਅਖੀਰ ਉਸੇ 5 ਮੈਂਬਰੀ ਕਮੇਟੀ 'ਚ ਪਾਇਆ ਗਿਆ ਜਿਹਨੇ ਫਾਈਨਲ ਐਂਡ ਤੱਕ ਗੱਲ ਕਰਨੀ ਸੀ। ਜੇ ਮੈਂ ਇਹ ਜ਼ਿਕਰ ਕਰਾਂ ਤਾਂ ਜਿਹੜੀਆਂ ਲਾਸਟ ਵਾਲੀਆਂ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ ਉੱਥੇ ਚੜੂਨੀ ਸਾਹਿਬ ਨੂੰ ਮਾਈਕ ਦਿੱਤਾ ਵੀ ਤੁਸੀਂ ਕਰੋ ਸਭ ਤੋਂ ਮੋਰੇ, ਹੈ ਨਾ। ਹੁਣ ਜੇ ਆਪਾਂ ਉਹਨਾਂ ਅਫਵਾਹਾਂ ਤੇ ਜਾਈਏ ਜਿਹੜੀਆਂ ਪਿੱਛੇ ਹੁੰਦੀਆਂ ਰਹੀਆਂ, ਉਹ ਲੈ ਗਏ, ਉਹ ਤਾਂ ਚੜੂਨੀ ਫਿਰ ਇੱਦਾਂ ਦੇ, ਉਹ ਤੇ ਚੜੂਨੀ ਫਿਰ ਉੱਦਾਂ, ਆਪਣੇ ਵਰਗਾ ਬੰਦਾ ਰਜਾਈ 'ਚ ਬੈਠਾ ਵੀ ਗੱਲ ਕਰਦਾ ਨਾ, ਓਕੇ ਫਿਰ ਮੈਂ ਦੱਸਦਾ ਫੇਸਬੁੱਕ ਤੇ ਵੀ ਕੀ ਕਹਾਣੀ, ਮੈਨੂੰ ਸਾਰਾ ਕੁਝ ਪਤਾ। ਹੁਣ ਇਹ ਕਿੱਡੀ ਵੱਡੀ ਗੱਲ ਹੈ ਵੀ ਉਹਨਾਂ ਦਾ ਅਨੁਸ਼ਾਸਨ ਹੈ, ਉਸ ਅਨੁਸ਼ਾਸਨ ਦੇ ਵਿੱਚ ਚੱਲਦਿਆਂ ਸਾਰਾ ਕੁਝ ਹੁੰਦਿਆਂ ਵੀ ਜੋ ਬੰਦੇ ਦੀ ਥਾਂ ਉਹਨੂੰ ਐਜ਼ ਇਟ ਇਜ਼ ਰੱਖਦੇ। ਦੂਜੀ ਗੱਲ ਆਪਾਂ ਕਰ ਲਈਏ ਵੀ ਲਖੀਮਪੁਰ ਖੇੜੀ ਵਾਲੀ ਘਟਨਾ ਦਾ ਕਰਕੇ ਉਹ ਇੱਕ ਘਰ ਦੇ ਵਿੱਚ ਜਾਣ ਦਾ ਕਰਕੇ ਜੋਗਿੰਦਰ ਯਾਦਵ ਹੋਰਾਂ ਨੂੰ ਇਹ ਪਾਸੇ ਕੀਤਾ ਸੀ, ਮਹੀਨਾ ਸਵਾ ਮਹੀਨਾ ਉਹ ਲਾਂਭੇ ਰਹੇ। ਆਹ ਜਿੱਦਣ ਦੀ ਹੁਣ ਆਪਾਂ ਗੱਲ ਕਰਦੇ ਫਾਈਨਲ ਜਿਹੜੀ ਅਰਦਾਸ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਉਹ ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਬੰਦਾ ਫੇਰ ਜੋਗਿੰਦਰ ਯਾਦਵ। ਤੁਸੀਂ ਹੋਰ ਦੇਖੋ, ਸਭ ਤੋਂ ਪਹਿਲਾਂ ਜਿਹੜੇ ਬੰਦੇ ਸਸਪੈਂਡ ਹੋਏ 26 ਜਨਵਰੀ ਸੁਰਜੀਤ ਫੂਲ ਸਾਹਿਬ ਵੀ ਸੀਗੇ। ਹਾਂ, ਉਹ ਸਟੇਜ ਤੋਂ ਬੋਲੇ ਨੇ ਕੱਲ ਜਦੋਂ ਆਖਰੀ ਉਹ ਵੀ ਸਟੇਜ ਤੋਂ ਬੋਲੇ, ਜਾਣੀ ਨਿਯਮ ਭੰਗ 19 ਸਜ਼ਾ ਵਾਪਸੀ ਪੂਰਾ ਸਤਿਕਾਰ। ਮਤਲਬ ਇਹ ਇੱਕ ਉਹ ਉਦਾਹਰਨ ਆ ਜਿਹਨੂੰ ਮੇਰੇ ਖਿਆਲ ਨਾਲ ਬੜਾ ਪ੍ਰੋ ਕੇ ਰੱਖਣ ਦੀ ਲੋੜ ਆ। ਨਹੀਂ ਤੇ ਕਈ ਵਾਰ ਆਪਾਂ ਲੈ ਫਲਾਣੇ ਨੇ ਉਦੋਂ ਸਾਨੂੰ ਐਂ ਕਿਹਾ ਹੈ ਫਿਰ, ਤੇ ਮੁੜ ਕੇ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਦਹਾਕੇ ਕੱਢ ਦਿੰਦੇ ਵੀ ਉਹਨੇ ਐਂ ਕਿਹਾ ਸੀ ਤੇ ਆਪਾਂ ਗਾਲੀ ਨਹੀਂ ਲਾਉਣਾ ਹੈ ਨਾ। ਵੀ ਇੱਕ ਵਾਰੀ ਵੜਤਾ। ਸੋ ਮੇਰੇ ਖਿਆਲ ਨਾਲ ਉਹ ਜਿਹੜੇ ਸ਼ਰੀਕੇ ਨੇ, ਉਹ ਜਿਹੜੀਆਂ ਲੜਾਈਆਂ ਨੇ, ਕਿਤੇ ਨਾ ਮੇਰੇ ਖਿਆਲ ਨਾਲ ਇਹ ਤੋਂ ਵੱਡੀ ਉਦਾਹਰਨ ਕੋਈ ਨਹੀਂ ਹੈਗੀ ਵੀ ਆਪਣਾ ਹੀ ਆ। ਠੀਕ ਆ, ਉਹਨੇ ਗਲਤੀ ਕੀਤੀ, ਤੁਸੀਂ ਉਹਦੇ ਨਾਲ ਕੋਈ ਜੋ ਉਹਨੂੰ ਸਜ਼ਾ ਦੇਣੀ ਸੀ ਦੇ ਲਈ, ਉਸ ਤੋਂ ਬਾਅਦ ਉਸੇ ਅਨੁਸ਼ਾਸਨ 'ਚ ਵਾਪਸ ਲਿਆ। ਸੰਧਾਲੀਆ ਸਾਹਿਬ ਇੱਥੇ ਨਾ 2 ਮਸਲੇ ਜਿਹੜੇ ਹੋਰ ਚੇਤੇ ਰੱਖਣ ਵਾਲੇ ਆ, ਕਿਉਂਕਿ ਜਦੋਂ ਸਫ਼ਰ ਖਤਮ ਹੁੰਦਾ ਨਾ, ਮੁਲਾਂਕਣ ਕਰਨਾ ਬੜਾ ਜ਼ਰੂਰੀ ਹੁੰਦਾ ਕਿ ਅਸੀਂ ਕੀ ਕੀਤਾ, ਕੀ ਖੋਇਆ, ਕੀ ਪਾਇਆ, ਕਿੱਧਰ ਨੂੰ ਗਏ। ਪੰਜਾਬ ਦੇ ਪਿੰਡਾਂ 'ਚ ਮੁੜਨਾ, ਕਈ ਬੰਦੇ ਮੋਰਚੇ 'ਚ ਨਹੀਂ ਗਏ, ਉਹਨਾਂ ਦੀ ਆਪ ਦੀ ਮਰਜ਼ੀ ਹੈ। ਕਈ ਬੰਦਿਆਂ ਨੇ ਵਿਰੋਧ ਵੀ ਕੀਤਾ, ਉਹ ਸਿਆਸੀ ਪਾਰਟੀਆਂ ਨਾਲ ਤੁਰੇ ਰਹੇ ਹੋਣੇ ਆ। ਅਸੀਂ ਉਹਨਾਂ ਨੂੰ ਜਾ ਕੇ ਟਿੱਚਰਾਂ ਨਹੀਂ ਕਰਨੀਆਂ, ਨਿਹੋਰੇ ਨਹੀਂ ਮਾਰਨੇ, ਬਿਲਕੁਲ ਨਹੀਂ ਮਾਰਨੇ, ਨਾਲ ਤੁਰਨਾ, ਉਹਨਾਂ ਨੂੰ ਨਾਲ ਤੋਰਨਾ ਹੀ। ਤੁਸੀਂ ਹੁਣ ਇਹ ਦੇਖੋ, ਜਦੋਂ ਸਟੇਜ ਦੇ ਉੱਤੋਂ ਰਾਜੇਵਾਲ ਸਾਹਿਬ ਤੇ ਬਾਕੀ ਲੀਡਰ ਬੋਲ ਰਿਹਾ ਸੀ, ਇੱਕ ਉਹਨਾਂ ਨੇ ਮਾਫੀ ਮੰਗੀ। ਉਹ ਕਹਿੰਦੇ ਜੀ ਅਸੀਂ ਸਥਾਨਕ ਲੋਕਾਂ ਤੋਂ ਮਾਫੀ ਮੰਗਦੇ ਹਾਂ, ਜੇ ਸਾਡੇ ਕਰਕੇ ਉਹਨਾਂ ਨੂੰ ਕੋਈ ਤਕਲੀਫ ਹੋਈ, ਉਹਨਾਂ ਦੇ ਕੰਮਾਂ ਕਾਰਾਂ 'ਚ ਵਿਘਨ ਪਿਆ, ਉਹਨਾਂ ਨੂੰ ਰਸਤਾ ਵੜ ਕੇ ਜਾਣਾ ਪਿਆ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਜੇ ਸਾਡੇ ਕਰਕੇ ਉਹਨਾਂ ਨੂੰ ਹੋਈ, ਕਿਉਂਕਿ ਰਸਤੇ ਬੰਦ ਹੋਏ, ਅੱਗੇ ਨਹੀਂ ਸੀ ਕਦੇ ਹੋਏ। ਉਹ ਕਹਿੰਦੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਜਿੰਨਾ ਤੁਸੀਂ ਸਹਿਯੋਗ ਸਾਡਾ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਸਬਰ ਦੇ ਲਈ, ਤੁਹਾਡੀ ਦ੍ਰਿੜਤਾ ਦੇ ਲਈ। ਦੂਸਰਾ, ਉਹਨਾਂ ਨੇ ਨਾਲ ਦੀ ਨਾਲ ਸਾਰਿਆਂ ਦਾ ਧੰਨਵਾਦ ਕੀਤਾ। ਉਹ ਕਹਿੰਦੇ ਪ੍ਰਮਾਤਮਾ ਦਾ ਊਟਾ ਅਸਲਾ ਲੈਣਾ, ਪਰ ਤੁਹਾਡਾ ਸਾਰਿਆਂ ਦਾ, ਕੱਲੇ ਸੂਬੇ ਦੀ ਗੱਲ, ਕੌਣ ਨਾਲ ਤੁਰਿਆ, ਵਪਾਰੀਆਂ ਦੀ ਗੱਲ, ਕਿਹਨੇ ਕਮਰਾ ਦਿੱਤਾ, ਕਿਹਨੇ ਥਾਂ ਦਿੱਤਾ, ਕਿਉਂਕਿ ਆਪਾਂ ਨੂੰ ਪਤਾ ਹੈ ਸਥਾਨਕ ਕਿੰਨੇ ਲੋਕ ਸੀ ਜਦੋਂ ਅਜੇ ਬੋਰ ਨਹੀਂ ਸੀ ਹੋਏ ਸਟਾਰਟਿੰਗ ਦੇ ਵਿੱਚ। ਕੋਈ ਕਹਿੰਦਾ ਇਹ ਪਾਣੀ ਲੈ ਜਾਓ ਯਾਰ ਭਰ ਕੇ, ਕੋਈ ਗੱਲ ਨਹੀਂ, ਕੋਈ ਕਹਿੰਦਾ ਵਾਸ਼ਰੂਮ ਯੂਜ਼ ਕਰ ਲਓ, ਕੋਈ ਕਹਿੰਦਾ ਬਜ਼ੁਰਗ ਬੀਬੀਆਂ ਕੋਈ ਗੱਲ ਨਹੀਂ ਘੜੀ ਪੱਖੇ ਥੱਲੇ ਬਹਿ ਲਾ ਬੀਬੀ, ਆ ਜਾ ਤੂੰ ਦੱਸ ਕੀ ਚਾਹੀਦਾ। ਨਿੱਕੀਆਂ ਜ਼ਰੂਰਤਾਂ ਹੁੰਦੀਆਂ ਨੇ। ਸੋ ਜੇ ਕਿਸਾਨ ਆਗੂ ਏਡੀ ਵੱਡੀ ਜਿੱਤ ਹਾਸਲ ਕਰਕੇ ਸਥਾਨਕ ਲੋਕਾਂ ਤੋਂ ਮਾਫੀ ਮੰਗ ਸਕਦੇ ਆ ਤੇ ਸਸਪੈਂਡ ਹੋਏ ਬੰਦਿਆਂ ਨੂੰ ਗੱਲ ਨਾ ਲਾ ਸਕਦੇ ਆ ਦੁਬਾਰਾ, ਅਸੀਂ ਪਿੰਡਾਂ ਜਾ ਕੇ ਝਈਆਂ ਥੋੜੀ ਲੈਣੀਆਂ, ਅਸੀਂ ਸਾਰਿਆਂ ਨੂੰ ਗੱਲ ਨਾ ਲਾਉਣਾ ਹੀ। ਜਿੰਨੀ ਨਫ਼ਰਤ ਕਰਾਂਗੇ ਉਨੇ ਪਾੜੇ ਵਧਣਗੇ, ਉਨੇ ਧੜੇ ਵਧਣਗੇ। ਜਿਨ੍ਹਾਂ ਨਾਲ ਬਣਾਂਗੇ ਭਰਾ ਕੋਈ ਗੱਲ ਨਹੀਂ, ਪ੍ਰੀਤਮ ਸਿੰਘ ਕੋਈ ਗੱਲ ਨਹੀਂ, ਇਲਮਦੀਨ ਕੋਈ ਗੱਲ ਨਹੀਂ, ਦੁਨੀਆ ਜੀ ਆਓ ਸਹੀ ਤੁਸੀਂ ਇੱਧਰ ਯਾਰ ਨਾਲ ਰਹਿਣਾ ਹੀ ਇਕੱਠੇ। ਅਗਲਾ ਵੀ ਕਹੂਗਾ ਯਾਰ ਹੁਣ ਪਿਛਲੀ ਗੱਲ ਨਾ ਕਰਿਓ, ਅੱਗੋਂ ਨਾਲ। ਨਹੀਂ ਇੱਕ ਚੀਜ਼ ਹੋਰ ਆਪਾਂ ਜ਼ਿਕਰ ਕਰ ਦਈਏ, ਇਹ ਮੈਨੂੰ ਲੱਗਦਾ ਵੀ ਹੋ ਸਕਦਾ ਕਿਸੇ ਨੂੰ ਜਾਪਦਾ ਹੋਵੇ ਵੀ ਸ਼ਾਇਦ ਇਹ ਚੀਜ਼ ਭੁੱਲ ਜੂ, ਕਿਉਂਕਿ ਉਸ ਚੀਜ਼ ਦੀ ਡਿਮਾਂਡ ਤਾਂ ਰੱਖੀ ਗਈ ਸੀ, ਪਰ ਚਲੋ ਸਰਕਾਰ ਵਾਲੇ ਪਾਸਿਓਂ ਕੋਈ ਹਾਮੀ ਨਹੀਂ ਭਰੀ। ਤਾਂ ਉਹ ਵੀ ਤਾਂ ਗੱਲ ਕਲੀਅਰ ਕਰ ਹੀ ਦਿੱਤੀ ਰਾਜੇਵਾਲ ਸਾਹਿਬ ਨੇ ਵੀ ਉਹ ਦੇਖੋ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਡਿਮਾਂਡ ਰੱਖੀ ਸੀ ਵੀ ਅਸੀਂ ਯਾਦਗਾਰ ਬਣਾਉਣੀ, ਸਾਨੂੰ ਥਾਂ ਦੇ ਦਿਓ, ਸਰਕਾਰ ਨੇ ਹਾਮੀ ਨਹੀਂ ਭਰੀ। ਪਰ
ਇਹ ਨਾ ਤੁਸੀਂ ਸਮਝੋ ਵੀ ਅਸੀਂ ਯਾਦਗਾਰ ਬਣਾਉਣੀ, ਸਾਡੇ ਕੋਲੇ ਆਪਸ਼ਨਾਂ ਹੀ ਬੜੀਆਂ। ਮਤਲਬ ਇੱਥੇ ਲਾਗੇ ਬੰਨੇ ਸਾਨੂੰ ਕਹਿੰਦੇ ਜ਼ਮੀਨਾਂ ਦੀਆਂ ਆਫਰਾਂ ਹੋ ਗਈਆਂ, ਥਾਂ ਕਹਿੰਦੇ ਵੀ ਤੁਸੀਂ ਕਿਹੜੀ ਕਹੋ ਅਸੀਂ ਉੱਥੇ ਥਾਂ ਤੇ, ਈਵਨ ਜਿਹੜੀ ਖਰਚੇ ਦੀ ਗੱਲ ਤੇ ਉਹ ਕਹਿੰਦੇ ਵੀ ਖਰਚਾ ਦੇਣ ਵਾਲੇ ਵੀ ਵਾਧੂ ਬੰਦੇ, ਵੀ ਤੁਸੀਂ ਉਹ ਜਿਹੜੇ ਲੋਕ ਜਿਹੜੇ ਤੁਹਾਡੇ ਨਾਲ ਸੀ ਜਿਹੜੇ ਕਿ ਇਸ ਅੰਦੋਲਨ ਨੂੰ ਪੂਰਾ ਹੋਣ ਤੱਕ ਨਹੀਂ ਦੇਖ ਸਕੇ, ਦੁਨੀਆ ਤੋਂ ਚੱਲ ਗਏ ਜਾਂ ਸ਼ਹਾਦਤ ਦੇ ਗਏ, ਉਹਨਾਂ ਦੀ ਯਾਦਗਾਰ ਜ਼ਰੂਰ ਬਣਾਓ, ਤੇ ਉਹ ਬਣਨੀ ਜੀ। ਨਹੀਂ ਸੰਧਾਲੀਆ ਸਾਹਿਬ, ਅਸਲ ਦੇ ਵਿੱਚ ਲੋਕਾਂ ਦਾ ਯਕੀਨ ਜਿੱਤਿਆ ਗਿਆ ਨਾ, ਲੋਕਾਂ ਦਾ ਵਿਸ਼ਵਾਸ ਜਿੱਤਿਆ, ਕਿਉਂਕਿ ਇੱਥੇ ਕਿਸੇ ਦੀ ਧੌਣ ਤੇ ਗੋਡਾ ਰੱਖ ਕੇ ਸ਼ਟਰ ਬੰਦ ਨਹੀਂ ਕਰਾਏ, ਕਿਸੇ ਦੀ ਧੌਣ ਤੇ ਗੋਡਾ ਰੱਖ ਕੇ ਸੜਕ ਬੰਦ ਨਹੀਂ ਹੋਈ, ਇੱਥੇ ਹੱਥ ਜੁੜੇ ਸੀ, ਤੇ ਜੁੜੇ ਹੱਥਾਂ ਦੀ ਤਾਕਤ ਦੇਖੋ। ਨਹੀਂ ਵੱਡੀ ਗੱਲ, ਮੈਂ ਉਹ ਵੀ ਸੋਚਦਾ ਵੀ ਆਪਾਂ ਉਸ ਵੇਲੇ ਦੀ ਗੱਲ ਕਰਦੇ ਜਦੋਂ ਉੱਥੇ ਲੈ ਇੱਥੇ 2 ਮਰਲੇ ਦੱਬੀਏ ਨਾ ਕਿਸੇ ਜਿੱਥੇ 2 ਮਰਲੇ ਦੱਬਣ ਦਬਾਉਣ ਦੀਆਂ ਲੜਾਈਆਂ ਸੀ, ਉੱਥੇ ਅਗਲਾ ਕਹਿੰਦਾ ਵੀ ਯਾਰ ਤੁਸੀਂ ਉਹਨਾਂ ਦੀ ਯਾਦਗਾਰ ਬਣਾਉਣੀ, ਲਿਆਓ ਮੈਂ ਦੇਣਾ ਥਾਂ। ਹੋਰ ਤੁਸੀਂ ਸੰਧਾਲੀਆ ਸਾਹਿਬ ਦੇਖੋ ਕਿ ਆਪਾਂ ਪਿੰਡ 'ਚ ਰੂੜੀਆਂ ਦੀ ਲੜਾਈ ਲੜਦੇ ਹਾਂ, ਆਪਾਂ ਪਿੰਡ 'ਚ ਕਿੰਨੀ ਵਾਰੀ ਲੜਾਈ ਲੜਦੇ ਨੇ, ਕੂੜਾ ਜਿਹੜਾ ਨਾਲੀ ਸਾਫ਼ ਕਰਕੇ ਸਾਡੇ ਮੂਹਰੇ ਸੁੱਟਤਾ ਹੀ, ਇੰਨੇ ਘਰ ਝਾੜੂ ਫੇਰਿਆ, ਆ ਪੱਤੇ ਸਾਡੇ ਮੂਹਰੇ ਖਿਲਾਰਤੇ, ਦੇ ਰੌਲੇ ਤੇ ਰੌਲਾ, ਆਪਣੇ ਵਾਲਾ ਸਾਡੇ ਵਾਲੇ ਪਾਸੇ ਰੱਖਤਾ ਹੀ, ਸਾਡੇ ਖੇਤ 'ਚ ਕਿੱਦਾਂ ਡਿੱਗ ਸਕਦਾ, ਬੜਾ ਕੁਛ ਹੋਇਆ। ਪਰ ਅੱਜ ਜਦੋਂ ਸਵੇਰਾ ਹੋ ਗਿਆ ਤੇ ਕੱਲ੍ਹ ਸਵੇਰੇ ਚੱਲਣਾ ਹੀ, ਸਿਰਫ 25 ਘੰਟੇ ਦਾ ਸਮਾਂ ਬਾਕੀ ਹੈ, ਤਰਪਾਲਾਂ ਲਿਥ ਰਹੀਆਂ, ਮੰਜੇ ਇਕੱਠੇ ਕੀਤੇ ਜਾ ਰਹੇ ਆ, ਜਿਹੜਾ ਸਮਾਨ ਆਂਢ ਗੁਆਂਢ ਦੇ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਦੇਣਾ ਹੈ, ਚਾਹੀਦਾ, ਉਹ ਦਿੱਤਾ ਜਾ ਰਿਹਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਵੱਡੀ ਪੱਧਰ ਦੇ ਉੱਤੇ ਅਸੀਂ ਆਪਣੇ ਵੱਲੋਂ ਵੀ ਬੇਨਤੀ ਕਰਦੇ ਹਾਂ ਕਿ ਭਾਈ ਤੁਸੀਂ ਟੈਂਟ ਲਾਏ, ਕਿੱਲੇ ਗੱਡੇ, ਉਹਨੂੰ ਪੱਟ ਕੇ ਟੋਆ ਉੱਦਾਂ ਨਹੀਂ ਰਹਿਣ ਦੇਣਾ, ਤੁਸੀਂ ਟੈਂਟ ਲਾਉਣ ਦੇ ਲਈ ਕਿੱਲ ਗੱਡੇ, ਉੱਥੇ ਕੀਤਾ ਕਈ ਕੁਛ, ਤੁਸੀਂ ਉੱਥੇ ਬਹੁਤ ਸਾਰਾ ਕਚਰਾ ਜਿਹੜਾ ਇਕੱਠਾ ਕਈ ਵਾਰੀ ਹੋ ਜਾਂਦਾ, ਰੋਜ਼ ਆਲੂਆਂ ਦੀਆਂ ਛਿੱਲਾਂ, ਸਬਜ਼ੀ ਬਣਾਈ, ਕੁਛ ਹੋਰ, ਕੋਈ ਵੀ ਟੋਆ ਜਿਹੜਾ ਪੋਲਾ ਨਾ ਰਹਿ ਜਾਵੇ, ਉੱਤੇ ਮਿੱਟੀ ਪਾ ਕੇ ਉਹਨੂੰ ਚੰਗੇ ਤਰੀਕੇ ਉਸੇ ਕੀਲੇ ਦੇ ਨਾਲ ਵਿੱਚ ਨੂੰ ਠੋਕਣਾ ਹੀ, ਫੇਰ ਮਿੱਟੀ ਪਾਉਣੀ, ਵਿੱਚ ਨੂੰ ਠੋਕਣਾ ਹੀ, ਕਿਉਂਕਿ ਉੱਥੇ ਸਥਾਨਕ ਬੱਚੇ ਖੇਡਣੇ ਆ, ਕਿਸੇ ਦਾ ਪੈਰ ਨਾ ਉੱਥੇ ਪਵੇ, ਕਿਸੇ ਦਾ ਪੈਰ ਨਾ ਮਚਕੁੜ ਹੋਵੇ, ਕੋਈ ਕਿੱਲ ਕੋਈ ਥਾਂ ਇਦਾਂ ਦੀ ਰਹੇ ਨਾ ਜਿਹਦੇ ਨਾਲ ਕਿਸੇ ਦਾ ਟਾਇਰ ਪੈਂਚਰ ਨਾ ਹੋਵੇ, ਕੋਈ ਹਾਦਸਾ ਨਾ ਹੋਵੇ, ਕਿਉਂਕਿ ਅਜੇ ਵੀ ਕਈ ਕੈਮਰੇ ਵਾਲੇ ਤੁਹਾਡੀਆਂ ਕਮੀਆਂ ਲੱਭਣ ਨੂੰ ਉੱਥੇ ਆਉਣਗੇ ਜਿਹੜੇ ਪਹਿਲਾਂ ਨਹੀਂ ਆਏ, ਕਿ ਭਾਈ ਉਹ ਕੀ ਮਾੜਾ ਕਰਕੇ ਗਏ, ਚੁੱਲ੍ਹੇ ਬਣਾਏ ਆ, ਇੱਟਾਂ ਰਾਹ 'ਚ ਨਾ ਰਹਿਣ, ਕੁਛ ਵੀ ਜਾਣੀ ਸੜਕ ਜਿੱਦਾਂ ਦੀ ਪਹਿਲਾਂ ਸੀ ਉਹ ਤੋਂ ਵਧੀਆ ਛੱਡ ਕੇ ਜਾਣੀ ਹੈ, ਜਿੱਥੇ ਬੂਟੇ ਲਾਏ ਨੇ ਉਹਦੇ ਆਲੇ ਦੁਆਲੇ ਚੂਨਾ ਪਾ ਕੇ ਜਾਇਓ, ਕਿ ਜਦੋਂ ਕੈਮਰੇ ਵਾਲੇ ਆਉਣ ਤਾਂ ਉਹਨਾਂ ਨੂੰ ਦੂਰੋਂ ਹੀ ਚੂਨਾ ਪਾਇਆ ਦਿਸੇ, ਅੱਛਾ ਇੱਥੇ ਵੀ ਬੂਟਾ, ਇੱਥੇ ਵੀ ਬੂਟਾ ਤੇ ਇੱਥੇ ਬੂਟਾ। ਦੂਸਰੀ ਗੱਲ, ਆਖਰੀ ਦਿਨ ਹੈ, ਭੁੱਲਣਾ ਨਹੀਂ, ਅਸੀਂ ਕਾਹਲ ਬਹੁਤ ਕਰਦੇ ਹਾਂ, ਜਿੰਨੇ ਕਰਿਆਨੇ ਵਾਲੇ ਨੇ ਲਾਗੇ, ਜਿੰਨੀਆਂ ਦੁਕਾਨਾਂ ਵਾਲੇ ਨੇ, ਪੰਪ ਵਾਲੇ ਨੇ, ਜਿੱਥੋਂ ਵੀ ਕੋਈ ਸੌਦਾ ਪੱਤਾ ਲਿਆਉਣੇ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡਾ ਕੋਈ ਰੁਪਈਆ ਦੇਣ ਵਾਲਾ ਨਹੀਂ, 378 ਦਿਨਾਂ ਦੇ ਸੰਬੰਧ ਬਣ ਗਿਆ, ਫਿਰ ਵੀ ਪੁੱਛ ਕੇ ਆਉਣਾ, ਭਾਈ ਸਾਹਿਬ ਕੋਈ ਹਿਸਾਬ ਤਾਂ ਨਹੀਂ, ਕੋਈ ਚੇਤਾ ਭੁੱਲ ਗਿਆ ਹੋ, ਮਾੜੀ ਜੀ ਕਾਪੀ ਇੱਕ ਵਾਰੀ ਫੇਰ ਫੋਲ ਲਓ, ਰੁਪਈਆ ਵੀ ਰਹੇ ਨਾ, ਟੈਲੀਫੋਨ ਨੰਬਰ ਦਿਓ, ਆਉਂਦੇ ਜਾਂਦੇ ਮਿਲ ਕੇ ਜਾਵਾਂਗੇ। ਉਹ ਸਾਰੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਕਿ ਆਲੇ ਦੁਆਲੇ ਜਿੰਨੀ ਸਹਾਇਤਾ ਕਰ ਸਕਦੇ ਹੋ, ਨਿਆਣਿਆਂ ਨੂੰ 2-2 ਕਾਪੀਆਂ 2-2 ਪੈਨ ਲੈ ਕੇ ਦੇ ਕੇ ਆਓ, ਉਹ ਚੇਤੇ ਰੱਖਣ ਕਿ ਪੰਜਾਬ ਤੋਂ ਅੰਕਲ ਜੀ ਆਏ ਸੀ, ਉਹਨਾਂ ਨੇ ਕਾਪੀਆਂ ਤੇ ਪੈਨ ਲੈ ਕੇ ਦਿੱਤੇ ਆ। ਇਹ ਉਹ ਉਦਾਹਰਣ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨਹੀਂ ਸਿਰਜ ਸਕੀਆਂ। ਰੈਲੀ ਹੋਵੇ, ਗੰਦ ਪਿਆ ਹੁੰਦਾ, ਇੱਥੇ ਤਾਂ ਦਿੱਲੀ ਦੀ ਜਮਨਾ ਦੇ ਕਿਨਾਰੇ ਦੇ ਉੱਤੇ ਧਾਰਮਿਕ ਸਮਾਗਮ ਹੋਇਆ ਸੀ ਤੇ ਬਾਅਦ ਵਿੱਚ ਕਿੰਨੇ ਕਰੋੜ ਦਾ ਜੁਰਮਾਨਾ ਲੱਗਾ ਸੀ, ਆਪਾਂ ਨੂੰ ਪਤਾ ਹੈ, ਕੋਈ ਕਹਿ ਨਾ ਸਕੇ। ਉਦਾਹਰਨਾਂ ਦੇਣ ਕਿ ਭਾਈ 378 ਦਿਨ ਅੰਦੋਲਨ ਚੱਲਿਆ ਸੀ, ਸ਼ਾਂਤੀਪੂਰਵਕ ਨਿਬੜਿਆ ਤੇ ਜਾਂਦੇ ਹੋਏ ਐ ਸਾਫ਼ ਕਰਕੇ ਗਿਆ ਸੀ, ਭਾਵੇਂ ਥੱਲੇ ਰੱਖ ਕੇ ਸਮੋਸਾ ਖਾ ਲਓ। ਮੈਂ ਤਾਂ ਵੀ ਹੁਣ ਤਾਂ ਬੜੀ ਸੌਖੀ ਇਹ ਚੀਜ਼ ਉਦਾਹਰਨ ਵੀ ਦਿੱਤੀ ਜਾ ਸਕਦੀ, ਕਿਉਂਕਿ ਆਪਣਾ ਭਾਈਚਾਰਾ ਵੀ ਬਹੁਤ ਗਿਆ ਇਹਨਾਂ ਦਿਨਾਂ ਦੇ ਵਿੱਚ ਠੰਡ ਦਾ ਕਰਕੇ ਤੋਂ ਬਾਹਰੋਂ, ਤੇ ਇੱਧਰ ਆਪਾਂ ਜਿੱਦਾਂ ਨਗਰ ਕੀਰਤਨ ਦੇਖਦੇ ਹਾਂ, ਐਤਕੀ ਚਲੋ ਮੈਂ ਵੀ ਦਿਖਾਇਆ, ਤੁਸੀਂ ਮੈਨੂੰ ਦਿਖਾਇਆ ਨਾਲ ਖੜ ਕੇ, ਲੀਡਰਾਂ ਦੀ ਗੱਲ ਆ ਗਈ ਨਾ, ਮੈਂ ਵੀ ਦਿਖਾਇਆ, ਮੈਂ ਨਹੀਂ ਜਾਂਦੀ, ਤੁਸੀਂ ਮੈਨੂੰ ਨਾਲ ਖੜ ਕੇ ਦਿਖਾਇਆ, ਮੈਂ ਵੀ ਵੇਖਿਆ, ਤੁਸੀਂ ਮੈਨੂੰ ਦਿਖਾਇਆ, ਪੂਰੀ ਗੱਲ ਨਹੀਂ ਸੁਣਨੀ, ਉਦਾਂ ਧੱਕੇ ਨਾਲ ਚੱਕ ਲਓ ਕਿਉਂ ਯਾਰ ਉਹ ਗੱਲਾਂ ਫਿਰ ਨਹੀਂ, ਮੈਂ ਕਿਹਾ ਅੱਧਾ ਪ੍ਰੋਗਰਾਮ ਲੰਘ ਜਿਹੜਾ ਲੀਡਰ ਨਹੀਂ ਕਿਹਾ ਸੀ। ਨਹੀਂ ਅੱਛਾ, ਮੈਂ ਇਹ ਕਹਿੰਦਾ ਇਹ ਵੀ ਮਤਲਬ ਇੱਧਰ ਵੀ ਤੇ ਆਪਾਂ ਉਹ ਦੇਖਦੇ ਹਾਂ ਵੀ ਦੇਖੋ, ਉਦੋਂ ਜਦੋਂ ਰਸ਼ ਹੁੰਦਾ ਜਾਂ ਉਦੋਂ ਸੰਗਤ ਹੁੰਦੀ ਆ ਤੇ ਉਦੋਂ ਇੱਦਾਂ ਜ਼ਿਆਦਾ ਲੈ ਵੀ ਯਾਰ ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ, ਤੇ ਉਦੋਂ ਬਾਅਦ ਜਦੋਂ ਬੰਦਾ 1 ਘੰਟੇ ਬਾਅਦ ਜਾਵੇ ਤੇ ਫਿਰ ਆਪਦੀ ਇੱਥੇ ਯਾਰ ਨਗਰ ਕੀਰਤਨ ਸੀਗਾ ਜੀ। ਮਤਲਬ ਜੇ ਉਹ ਉਦਾਹਰਨਾਂ ਆਪਾਂ ਇੱਧਰ ਬਾਹਰਲੇ ਮੁਲਕਾਂ 'ਚ ਸੈੱਟ ਕਰ ਸਕਦੇ ਤਾਂ ਉੱਥੇ ਵੀ ਕੀਤੇ ਜਾ ਸਕਦੇ, ਕੋਈ ਏਡੀ ਵੱਡੀ ਗੱਲ ਨਹੀਂ। ਮੈਨੂੰ ਤਾਂ ਸੰਧਾਲੀਆ ਸਾਹਿਬ ਇਹ ਆ ਕਿ ਉੱਥੇ ਕੀਤੀਆਂ ਨੇ 378 ਦਿਨ ਤਾਂ ਪਹਾੜ ਲੱਗ ਜਾਣੇ ਸੀ ਕੂੜੇ ਦੇ, ਪਰ ਕਈ ਵਾਰੀ ਹੁੰਦਾ ਨਾ ਕਿ ਹੁਣ ਯਾਰ ਚੱਲੀਏ, ਹਾਂ ਜਾਣ ਲੱਗਿਆ। ਜੋਗਿੰਦਰ ਸਿੰਘ ਉਗਰਾਹਾਂ ਹੋਰੀ ਕਹਿੰਦੇ ਮੈਂ ਤਾਂ ਬਾਅਦ 'ਚ ਜਾਣਾ ਸਾਰਿਆਂ ਤੋਂ, ਮੈਂ ਤਾਂ ਕੋਈ ਰਹਿ ਨਾ ਜਾਵੇ ਇੱਥੇ, ਸਾਰਾ ਕਹਿੰਦੇ ਸੈੱਟ ਕਰਕੇ ਜਾਵਾਂਗੇ। ਜਾਣੀ ਇਹ ਇੱਕ ਐਸੀ ਐਗਜ਼ਾਮਪਲ ਸਿਰਜੀ ਜਾਣੀ ਹੈ ਕਿ ਜੇ ਪੱਛਮੀ ਦੇਸ਼ਾਂ 'ਚ ਇਹ ਕੁਛ ਹੋ ਸਕਦਾ ਤਾਂ ਸਾਡੇ ਪੰਜਾਬ 'ਚ, ਸਾਡੇ ਭਾਰਤ 'ਚ, ਸਾਡੇ ਉੱਤਰੀ ਭਾਰਤ 'ਚ, ਦਿੱਲੀ 'ਚ, ਹਰਿਆਣੇ 'ਚ ਉੱਥੇ ਵੀ ਹੋ ਸਕਦਾ। ਇਹ ਨਹੀਂ ਗੱਲ ਕਿ ਇਕੱਲੇ ਪੰਜਾਬ ਵਾਲਿਆਂ ਦੇ ਪ੍ਰੋਗਰਾਮ, ਹਰਿਆਣੇ ਦੀਆਂ 28 ਜਥੇਬੰਦੀਆਂ ਨੇ ਆਪਣੇ ਪ੍ਰੋਗਰਾਮ ਬਣਾਏ ਕਿ ਅਸੀਂ ਕਿੱਧਰ ਦੀ ਜਾਣਾ ਹੈ, ਰਾਜਸਥਾਨ ਵਾਲਿਆਂ ਨੇ ਆਪਣੇ, ਯੂਪੀ ਵਾਲਿਆਂ ਨੇ ਆਪਣੇ, ਯੂਪੀ ਵਾਲਿਆਂ 'ਚ ਉੱਤਰਾਖੰਡ ਵਾਲੇ ਸ਼ਾਮਿਲ ਨੇ, ਉਹਨਾਂ ਨੇ ਆਪਣੇ ਬਣਾਏ। ਇੱਕ ਚੀਜ਼ ਸੰਧਾਲੀਆ ਸਾਹਿਬ ਜਿਹੜੀ ਕਿ ਲੋਕਾਂ ਦੇ ਮਨ 'ਚ ਤੌਖਲਾ ਕਿ ਜੇ ਕੋਈ ਮੁੱਕਰ ਗਿਆ, ਪਹਿਲੀ ਗੱਲ ਹੈ ਕਿ ਸਰਕਾਰ ਨਹੀਂ ਮੁੱਕਰਦੀ। ਬਈ ਕਿੱਥੋਂ ਮੁੱਕਰ ਜੂਗੀ ਸਰਕਾਰ, ਕਾਹਤੋਂ ਮੁੱਕਰੂਗੀ? ਆਪ ਹੀ ਤਾਂ ਉਹਨਾਂ ਨੇ ਕਿਹਾ ਹੀ
ਉਹਨਾਂ ਨੇ ਹੁਣ ਅੱਗੇ ਵਧਣਾ, ਤੁਹਾਨੂੰ ਲੈ ਕੇ ਦੇਸ਼ ਵਧੀਆ ਬਣਾਉਣਾ ਹੀ। 15 ਜਨਵਰੀ ਨੂੰ ਫੇਰ ਵੀ ਇੱਕ ਬੈਠਕ ਰੱਖੀ ਉਦਾਂ ਹੀ, ਬਹਿਲਾਂਗੇ ਕਰਾਂ ਸੰਯੁਕਤ ਕਿਸਾਨ ਪਹੁੰਚੇ, ਹਾਂ ਵੀ ਇਕੱਠੇ ਰਹਿਣਾ ਹੀ ਨਹੀਂ। ਉਹ ਪਰ ਮੈਨੂੰ ਲੱਗਦਾ ਵੀ ਜਿਹੜੀ 15 ਜਨਵਰੀ ਵਾਲੀ ਬੈਠਕ ਰੱਖੀ ਨਾ, ਉਹ ਜਿਹੜੀ ਗੱਲ ਤੁਸੀਂ ਕਈ ਵਾਰ ਜ਼ਿਕਰ ਕਰਦੇ ਹੁੰਦੇ ਕਿ ਸ਼ਬਦ ਦਾ ਪ੍ਰੈਸ਼ਰ ਗਰੁੱਪ ਦੀ ਲੋੜ ਸੀ, ਉਹ ਪ੍ਰੈਸ਼ਰ ਗਰੁੱਪ ਲਗਭਗ ਬਣ ਗਿਆ ਨਹੀਂ, ਲਗਭਗ ਨਹੀਂ, ਪੂਰਾ ਬਣ ਗਿਆ ਨਹੀਂ। ਪਰ ਡਾਕਟਰ ਦਰਸ਼ਨਪਾਲ ਹੋਣਾ ਨੇ ਜ਼ਿਕਰ ਉਹਦੇ 'ਚ ਕਰਤਾ। ਫਿਰ ਵੀ ਉਹ ਕਹਿੰਦੇ ਦੇਖੋ ਜੀ, ਕਾਰਨ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਇੱਕ ਪ੍ਰੈਸ਼ਰ ਗਰੁੱਪ ਦੇ ਰੂਪ 'ਚ ਰਹੇ, ਵੀ ਜਿੱਥੇ ਕਿਤੇ ਵੀ ਲੋੜ ਹੈ ਉੱਥੇ ਜੋ ਸਹੀ ਹੈ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਵਾਲੇ ਬੰਦੇ ਹੋਣ। ਤੇ ਜੇ ਫਿਰ ਵੀ ਸਾਡੇ ਜਿਹੜੇ ਕਿਸਾਨ ਲੀਡਰ ਨੇ, ਕੋਈ ਸਾਡੇ 'ਚੋਂ ਰਿਹਾ ਬੰਦਾ ਤੇ ਕਿਸੇ ਨੂੰ ਹੁੰਦਾ ਵੀ ਯਾਰ ਮੈਂ ਹੁਣ ਰਾਜਨੀਤੀ ਜਾਣਾ ਹੀ, ਤੇ ਉਹ ਜ਼ਰੂਰ ਇੰਨੀ ਕੁ ਮਿਹਰਬਾਨੀ ਕਰੇ ਵੀ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਛੱਡ ਜੇ, ਆਪ ਹੀ ਸਾਨੂੰ ਨਾ ਛੱਡਣਾ ਪਵੇ, ਉਹਨੂੰ ਆਪ ਹੀ ਛੱਡ ਜਵੇ, ਆਪ ਛੱਡ ਜਵੇ। ਮੇਰੇ ਖਿਆਲ ਨਾਲ ਇਹ ਵੀ ਵਧੀਆ ਗੱਲ ਹੈ ਵੀ ਅਗਲਿਆਂ ਨੇ ਮਨਾ ਨਹੀਂ ਕੀਤਾ ਵੀ ਯਾਰ ਸਾਡੇ 'ਚੋਂ ਕੋਈ ਇਲੈਕਸ਼ਨ ਨਹੀਂ ਲੜੂ, ਕਹਿੰਦੇ ਵੀ ਜਿਹਨੇ ਲੜਨਾ ਲੜੋ ਵੀਰ, ਪਰ ਜਿਹੜਾ ਇੱਕ ਗਰੁੱਪ ਬਣਿਆ ਆਪਾਂ ਉਹ ਗਰੁੱਪ ਬਣਿਆ ਰਹਿਣ ਦੀ ਜ਼ਿਆਦਾ ਵਧੀਆ ਗੱਲ ਆ। ਨਹੀਂ, ਉਹ ਤਾਂ ਦੇਖੋ ਆਪਸ਼ਨ ਦਿੱਤੀ, ਕਮਾਲ ਦੀ ਗੱਲ ਹੈ ਵੀ ਸੰਯੁਕਤ ਕਿਸਾਨ ਮੋਰਚਾ ਰਹੂ। ਪੰਜਾਬ ਵਾਲਿਆਂ ਨੇ ਕਿਹਾ ਅਸੀਂ ਹਰ ਮਹੀਨੇ ਬੈਠਕ ਕਰਨੀ ਹੈ, ਸੰਯੁਕਤ ਕਿਸਾਨ ਮੋਰਚੇ ਦੀ ਵੀ ਬੈਠਕ ਹੋਊਗੀ, ਕਿਤੇ ਕੋ ਹਵੀ ਨਵੀ ਹੋਊਗੀ, ਸਾਰੇ ਇਕੱਠੇ ਹੋ ਜਾ ਕਰਨਗੇ। ਇੱਕ ਗੱਲ ਸੰਧਾਲੀਆ ਸਾਹਿਬ ਹੋਰ ਜਿਹੜੀ ਆਪਾਂ ਵਾਰ-ਵਾਰ ਕਰਦੇ ਹਾਂ, ਕਿਉਂਕਿ ਇਹ ਇਤਿਹਾਸਕ ਮੌਕਾ ਹੈ, ਜਿਹੜੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਆ, ਅਸੀਂ ਜ਼ਰੂਰ ਇਹ ਚਾਹੁੰਦੇ ਹਾਂ ਕਿ ਜਦੋਂ ਟਰਾਲੀਆਂ ਪਿੰਡਾਂ ਨੂੰ ਜਾਣ, ਪਹਿਲੀ ਬ੍ਰੇਕ ਉਹਨਾਂ ਦੇ ਘਰ ਮੂਹਰੇ ਲੱਗੇ, ਕਿਉਂਕਿ ਇਹ ਨਾ ਹੋਵੇ ਕਿ ਸਾਰੇ ਪਿੰਡ ਦੇ ਵਿੱਚ ਦੀਵੇ ਜਗਦੇ ਹੋਣ ਤੇ ਉੱਥੇ ਕਾਫਲਾ ਐਂ ਜਾਂਦਾ ਹੋਵੇ, ਫਤਿਹ ਮਾਰਚ ਹੋਵੇ, ਤੇ ਜਿਹੜਾ ਬੰਦਾ ਦੁਨੀਆ ਤੋਂ ਚਲਾ ਗਿਆ ਉਹਦੇ ਘਰ 'ਚ ਹਨੇਰਾ ਛਾਇਆ ਹੋਵੇ, ਉਹ ਬੰਦੇ ਦੀ ਵਿਧਵਾ ਬੀਬੀ ਉੱਥੇ ਖੜੀ ਹੋਵੇ ਜਾਂ ਨਿਆਣੇ ਦੇਖਦੇ ਹੋਣ ਬੀਬੀ ਪਾਪਾ ਨਹੀਂ ਆਇਆ, ਉਹ ਜਿਹੜੀ ਚੀਜ਼ ਹੈ ਉਹ ਮਨ ਦੇ ਵਿੱਚੋਂ ਕੱਢਣੀ ਹੋਈ ਨਹੀਂ। ਉਹਨਾਂ ਦੇ ਘਰ ਦੇ ਮੂਹਰੇ ਜਾ ਕੇ ਪਹਿਲਾਂ ਬ੍ਰੇਕ ਲੱਗਣੀ ਹੈ, ਉਹਨਾਂ ਦੇ ਗਲਾਂ 'ਚ ਪਹਿਲਾਂ ਹਾਰ ਪਾਉਣਾ ਹੈ, ਉਹ ਪਹਿਲੀ ਟਰਾਲੀ ਦੇ ਵਿੱਚ ਖੜੇ ਕਰਨੇ ਆ, ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਸਭ ਤੋਂ ਪਹਿਲਾਂ ਪਾਉਣੇ ਆ, ਉਹ ਆਪਣੇ ਆਪ ਨੂੰ ਬੇਗਾਨੇ ਨਾ ਮਹਿਸੂਸ ਕਰਨ। ਦੂਸਰੀ ਗੱਲ, ਹੋ ਸਕਦਾ ਕਿਸੇ ਨੂੰ ਲੱਗੇ ਕਿ ਭਾਈ ਅੱਜ ਚੜ੍ਹਦੀ ਕਲਾ ਵਾਲੇ ਦਿਨ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਆ। ਸੰਧਾਲੀਆ ਸਾਹਿਬ, ਕੇਵਲ ਉਹਨਾਂ ਦੇ ਡਰਮ ਦੇ ਵਿੱਚ ਸਾਲ ਬਾਅਦ ਦਾਣੇ ਨਹੀਂ ਚਾਹੀਦੇ, ਉਹਨਾਂ ਦੇ ਘਰ 'ਚ ਤੂੜੀ ਨਹੀਂ ਚਾਹੀਦੀ। ਕਈ ਮਜ਼ਦੂਰ ਜਿਹੜੇ ਨੇ ਇਸ ਮੋਰਚੇ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਨੂੰ ਖਾਣ ਜੋਗੀਆਂ ਚੀਜ਼ਾਂ ਨਹੀਂ ਚਾਹੀਦੀਆਂ। ਪਾਪਾ ਹੁੰਦਾ ਤਾਂ ਉਹਨੇ ਨਿਆਣੇ ਨੂੰ ਉਂਗਲੀ ਫੜ ਕੇ ਲੈ ਕੇ ਜਾਣਾ ਸੀ, ਪੁੱਤ ਤੂੰ ਧੀਏ ਆਹ ਕਰਨਾ ਹੀ, ਮੈਂ ਤੈਨੂੰ ਕਾਲਜ ਦਾਖਲ ਕਰਾ ਕੇ ਆਉਣਾ, ਕੋਈ ਗੱਲ ਨਹੀਂ ਅੱਡੇ ਤੋਂ ਤੈਨੂੰ ਮੈਂ ਲੈ ਆਇਆ ਕਰੂੰਗਾ, ਜੇ ਹਨੇਰਾ ਹੋ ਜੂ ਪੇਪਰ ਦੇਣਾ ਪੁੱਤ ਕੋਈ ਗੱਲ ਨਹੀਂ ਮੈਂ ਲੈ ਜੂ। ਇਹ ਕੰਮ ਹੋਣੇ ਸੀ। ਬੱਚੇ ਨੇ ਕਿੱਥੇ ਪੜ੍ਹਨਾ, ਕਿਹੜੀ ਯੂਨੀਵਰਸਿਟੀ, ਕਿਹੜੇ ਕਾਲਜ, ਇਹ ਹੁਣ ਪਿੰਡ ਵਾਲਿਆਂ ਦੀ ਡਿਊਟੀ ਹੈ। ਸਾਂਝਾ ਫੰਡ ਬਣਾਓ, ਉਹਨਾਂ ਨੂੰ ਮਦਦ ਨਹੀਂ ਦੇਣੀ, ਤੁਹਾਡੀਆਂ ਡਿਊਟੀਆਂ ਬਣਦੀਆਂ। ਜੇ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਵੀ ਉਹਨਾਂ ਨੂੰ ਐਂ ਲੱਗਾ ਪਾਪਾ ਹੁੰਦਾ ਤਾਂ ਸ਼ਾਇਦ ਔਖੇ ਨਾ ਹੁੰਦੇ, ਹੁਣ ਤੁਸੀਂ ਚਾਚੇ ਤਾਏ ਬਣਨਾ ਹੈ, ਤੁਸੀਂ ਆ ਚਾਚੀਆਂ ਤਾਈਆਂ ਬਣਨਾ ਹੈ ਉਹਨਾਂ ਦੇ ਭਾਈ। ਤੇ ਜੇ ਇਹ 700 ਬੰਦਿਆਂ ਦੀ ਕੁਰਬਾਨੀ ਦਾ ਫਿਰ ਮੁੱਲ ਨਹੀਂ ਮੁੜੂਗਾ ਜੇ ਅਸੀਂ ਪਿੰਡਾਂ 'ਚ ਲੜ ਪਏ, ਜੇ ਅਸੀਂ ਸਾਂਝਾ ਫੰਡ ਨਾ ਬਣਾਇਆ, ਜੇ ਉਹਨਾਂ ਦੇ ਨਿਆਣੇ ਪੜ੍ਹਨੋਂ ਲਿਖਣੋਂ ਬਿਮਾਰੀ ਠਮਾਰੀ ਦੇ ਵਿੱਚ ਦਵਾਈਆਂ ਰਹਿ ਗਏ, ਤੇ ਸਭ ਤੋਂ ਵੱਡੀ ਗੱਲ ਜੇ ਪੰਚੀਆਂ ਸਰਪੰਚੀਆਂ ਲਈ ਅਜੇ ਵੀ ਲੜੇ, 700 ਬੰਦੇ ਨੂੰ ਉੱਪਰ ਜਾ ਕੇ ਮੂੰਹ ਕੀ ਵਿਖਾਉਣਾ ਹੈ। ਆਹ ਗੱਲ ਜਿਹੜੀ ਤੁਸੀਂ ਕੀਤੀ ਨਾ WhatsApp ਜੀ, ਇਹ ਬਾਕੀ ਤੇ ਲੱਗਣੀ ਸਾਰੇ ਪੰਜਾਬ ਨੂੰ ਐਨ ਬੜੀ ਵਧੀਆ। ਕੁਛ ਕੁ ਬੰਦੇ ਜਿਹੜੇ ਹੋਣੇ ਨਾ, ਜਿਹੜੇ ਪਹਿਲਾਂ ਪੈਰ ਤੇ ਪਹਿਲਾਂ ਲਿਫਾਫਾ ਪਾਉਣਾ, ਫਿਰ ਘੁੱਟਵੀਂ ਪਜਾਮੀਆਂ ਦੋਵਾਂ ਐ ਖਿੱਚ ਕੇ ਖਾਣਾ ਵੀ ਚੜ੍ਹ ਜਵੇ, ਤਾਂ ਉਹਨਾਂ ਆਣਾ ਵੀ ਯਾਰ ਇੱਕ ਤੇ ਨਹੀਂ ਮਗਰੋਂ ਲੈਣ ਦਿੰਦਾ, ਵੀ ਸ਼ੁਕਰ ਕੀਤਾ ਹੈ ਵੀ ਚਲੋ ਖਹਿੜਾ ਛੁੱਟਾ, ਹੁਣ ਕੋਈ ਰੈਲੀ ਰੂਲੀ ਕਰਾਂਗੇ 4 ਦਿਨ, ਇਹ ਅਜੇ ਵੀ ਇਹ ਤੁਸੀਂ ਐਂ ਕਰਿਓ ਤੁਸੀਂ ਜੋ ਯਾਰ ਹੁਣ 1.5 ਕੁ ਮਹੀਨਾ ਸਾਨੂੰ ਹੀ ਦਿਓ, ਅਸੀਂ ਮੇਰਾ ਝੂਠ ਝਾਠ ਮਾਰੀਏ ਕੋਈ ਜਾ ਕੇ। ਕਿਉਂਕਿ ਪੰਜਾਬ 'ਚ ਇਲੈਕਸ਼ਨ ਹੁਣ ਇਹ ਸੋਚਣ ਵਾਲੀ ਗੱਲ ਹੈ ਵੀ ਮੇਰੇ ਖਿਆਲ ਨਾਲ ਕਹਿਣਾ ਨਹੀਂ ਚਾਹੀਦਾ। ਖੈਰ ਬਹੁਤੇ ਲੀਡਰਾਂ ਤੇ ਗੈਸ ਹੋਈ ਵਿਚਾਰਿਆਂ ਨੂੰ ਭਾਸ਼ਣ ਦੇਣ ਕੋਲੋਂ ਬੈਠੇ ਆ ਵੀ ਯਾਰ ਗੱਲ ਨਹੀਂ ਬਣ ਰਹੀ ਐਤਕੀ। ਹੁਣ ਜਦੋਂ ਇਹ ਕੰਮ ਸਾਰਾ ਖਿਲਰ ਗਿਆ, ਉਦੋਂ ਬਾਅਦ ਨਿਬੜ ਗਿਆ, ਆਹ ਹਫ਼ਤੇ 15 ਤੋਂ ਬਾਅਦ ਦੀ ਗੱਲ ਆ, ਤੁਸੀਂ 16 17 18 ਦੇ ਜਿਸ ਹਿਸਾਬ ਨਾਲ ਜਲਸੇ, ਜਿਸ ਹਿਸਾਬ ਨਾਲ ਰੈਲੀਆਂ, ਹੁਣ ਤਾਂ ਮੇਰੇ ਖਿਆਲ ਨਾਲ 2-4 ਲੀਡਰਾਂ ਦੇ ਬਿਆਨ ਆ ਵੀ ਗਏ, ਇਤਿਹਾਸਕ ਰੈਲੀ ਹੋਵੇਗੀ ਜੀ। ਉਹ ਜਿਹੜੀਆਂ ਇਤਿਹਾਸਕ ਰੈਲੀਆਂ ਕਰਨੀਆਂ ਭਾਈ ਸਾਹਿਬ, ਉੱਥੇ ਵੀ ਬੰਦੇ ਚਾਹੀਦੇ ਨੇ। ਹੁਣ ਕੀ ਕਰਦੇ ਹੋ? ਨਹੀਂ ਗੱਲ ਤਾਂ ਤੁਹਾਡੀ ਸੰਧਾਲੀਆ ਸਾਹਿਬ ਠੀਕ ਹੈ, ਆਪਾਂ ਕਿਹਨੂੰ ਰੋਕਣ ਵਾਲੇ, ਆਪਾਂ ਤਾਂ ਗੱਲਾਂ ਜੋਗੇ ਆ। ਤੇ ਗੱਲ ਆਪਾਂ ਇਹ ਕਰਨੀ ਆ ਭਾਈ, ਲੀਡਰਾਂ ਨੇ ਉੱਥੇ ਆਪਣਾ ਕੰਮ ਕੀਤਾ, ਹੁਣ ਲੀਡਰ ਪੰਜਾਬ ਦੇ 13,000 ਪਿੰਡਾਂ 'ਚ ਨਹੀਂ ਆ ਸਕਦੇ। ਹੁਣ ਆਪੋ ਆਪਣੇ ਪਿੰਡ ਦੇ ਲੀਡਰ ਤੁਸੀਂ ਹੋ, ਇਕੱਠ ਕਿੱਦਾਂ ਰੱਖਣਾ ਹੈ, ਧੜਿਆਂ ਤੋਂ ਕਿੱਦਾਂ ਬਚਣਾ ਹੈ। ਇੱਕ ਗੱਲ ਪੱਕੀ ਆ ਸੰਧਾਲੀਆ ਸਾਹਿਬ, ਜੇ ਦਿੱਲੀ ਵਾਲਾ ਕਿਸਾਨ ਮੋਰਚਾ ਚੇਤਾ ਰਿਹਾ ਨਾ, ਤਾਂ ਵੋਟਾਂ ਵੇਲੇ ਪਿੰਡ 'ਚ ਸ਼ਰਾਬ ਦੀ ਬੋਤਲ ਨਹੀਂ ਵੜ ਸਕਦੀ। ਜੇ ਪਿੰਡ 'ਚ ਵੜ ਨਹੀਂ ਦੇਣੀ, ਅਸੀਂ ਬਾਹਰੋਂ ਫੜ ਰਹੇ ਆਹੋ ਨਹੀਂ ਬੱਸ 'ਚ ਯਾਰ ਉਹ ਫਿਰ ਆਹੋ ਨਹੀਂ ਇੱਦਾਂ ਹੋਣ ਹੀ ਨਹੀਂ ਦੇਣੀ। ਤੁਸੀਂ ਹੋਰ ਦੇਖਿਓ, ਕੋਈ ਨਸ਼ਾ ਵੇਚਣ ਵਾਲਾ ਪਿੰਡ ਵੜ ਨਹੀਂ ਸਕਦਾ ਜੇ ਪਿੰਡ ਇੱਕ ਰਿਹਾ, ਕੋਈ ਨਜਾਇਜ਼ ਪਰਚਾ ਨਹੀਂ ਹੋ ਸਕਦਾ। ਮੈਂ ਇਹ ਵੀ ਦੱਸ ਦਿੰਦਾ, ਕੋਈ ਤੁਹਾਡੇ ਤੋਂ ਰਿਸ਼ਵਤ ਨਹੀਂ ਮੰਗ ਸਕਦਾ। ਉਹਨਾਂ ਨੂੰ ਪਤਾ ਕਿ ਇਹ ਪਿੰਡ ਵਾਲੇ ਤਾਂ ਕਿਸਾਨ ਮੋਰਚੇ 'ਚ ਇਕੱਠੇ ਹੋ ਗਏ, ਸਾਰੀ ਟਰਾਲੀਆਂ ਭਰ ਕੇ 5 ਮਿੰਟਾਂ 'ਚ ਆ ਜਾਂਦੇ, ਝੋਲਾ ਕੀਲੀ ਨਾਲ ਕੱਪੜਿਆਂ ਵਾਲਾ ਇਹਨਾਂ ਨੇ ਟੰਗਿਆ ਹੀ। ਕੋਈ ਬੰਦਾ ਤੁਹਾਡਾ ਕੰਮ ਨਹੀਂ ਰੋਕ ਸਕਦਾ, ਕਿਤੇ ਫਾਈਲ ਨਹੀਂ ਡਿਲੇ ਹੋਊਗੀ। ਲੀਡਰ ਤੁਹਾਡੇ ਪਿੰਡ ਵੜਨ ਲੱਗੂਗਾ ਤੇ ਪਹਿਲਾਂ ਇਹ ਦੇਖੂਗਾ ਕਿ ਇਹਦੇ ਪਿੰਡ ਦੇ ਸਕੂਲ 'ਚ ਟੀਚਰ ਹੈਗੇ ਆ, ਨੇੜਲੀ ਡਿਸਪੈਂਸਰੀ 'ਚ ਡਾਕਟਰ ਹੈਗਾ। ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਇੱਕ ਕਰਿਓ, ਤੁਸੀਂ ਧੜਿਆਂ 'ਚ ਨਾ ਵੰਡ ਹੋਏ, ਲੀਡਰਾਂ ਦਾ ਸਤਿਕਾਰ ਪੂਰਾ ਕਰਿਓ। ਪਰ ਚਲੋ ਜੇ ਇੱਦਾਂ ਹੋ ਜੇ ਤੇ ਬਹੁਤ ਵਧੀਆ ਜੀ।
ਬਾਕੀ ਦੇਖੋ ਹੁਣ ਥੋੜੀ ਬਹੁਤ ਆਪਾਂ ਸਿਆਸਤ ਦੀ ਗੱਲ ਵੀ ਕਰਨੀ ਯਾਰ, ਸਾਡੇ ਭਾਈਚਾਰੇ ਦਾ ਕੋਈ ਫਿਕਰ ਕਰਿਆ ਕਰੋ, ਇਦਾਂ ਕਿੱਦਾਂ ਕਰਦੇ ਆਪਾਂ ਉਹਨਾਂ ਦਾ ਫਿਕਰ ਕਰਨਾ ਹੀ 1.5 ਮਹੀਨਾ। ਨਹੀਂ ਮੈਂ ਤਾਂ ਕਹਿੰਦਾ ਵੀ ਦੇਖੋ ਉਹਨਾਂ ਨੇ ਆਪਣੇ ਵੱਲੋਂ ਪੂਰੇ ਪ੍ਰਬੰਧ ਕੀਤੇ ਨੇ। ਮੈਂ ਤਾਂ ਸਿਰਫ ਇਸ ਕਰਕੇ ਸੋਚਦਾ ਸੀ ਵੀ ਚੰਦ ਘੰਟਿਆਂ ਦੀ ਖੁਸ਼ੀ ਮਿਲੀ ਸੀ ਜੀ, ਉਹ ਵੀ ਖੋਹ ਲਈ ਚੰਦਰੇ ਤੁਹਾਡੇ ਅਖਬਾਰਾਂ ਵਾਲਿਆਂ ਨੇ ਤੇ ਟੈਲੀਵਿਜ਼ਨ ਵਾਲਿਆਂ ਨੇ। ਕਿਵੇਂ? ਉਹ ਮਿਲੀ ਸੀ ਸਾਡੇ ਡੀਜੇ ਵਾਲੇ ਭਾਈਚਾਰੇ ਵਾਲਿਆਂ ਨੂੰ। ਚਿੱਠੀ ਆਈ ਇੱਦਾਂ ਵਾਇਰਲ ਹੋਈ ਇਹ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਨੂੰ ਧਿਆਨ 'ਚ ਰੱਖਦੇ ਹਾਂ ਅਸੀਂ ਤੁਹਾਨੂੰ ਹਦਾਇਤ ਕਰਦੇ ਹਾਂ ਜਿੱਥੇ ਕਿਤੇ ਵੀ ਮੁੱਖ ਮੰਤਰੀ ਸਾਹਿਬ ਨੇ ਜਾਣਾ ਉੱਥੇ ਧਰਨੇ ਧੁਰਨੇ ਵਾਲੇ ਰੌਲਾ ਪਾਉਣ ਵਾਲੇ ਚਲੇ ਜਾਂਦੇ, ਉਹ ਬਹੁਤ ਤੰਗ ਕਰਦੇ ਨੇ। ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਉੱਥੇ ਡੀਜੇ ਲਾਉਣਾ, ਧਾਰਮਿਕ ਗਾਣੇ ਭਜਨ ਇਸ ਤਰ੍ਹਾਂ ਦੇ ਚੱਲਣ ਉਹਦੇ 'ਤੇ ਉੱਚੀ ਆਵਾਜ਼ 'ਚ, ਤਾਂ ਜੋ ਉਹਨਾਂ ਦੀ ਆਵਾਜ਼ ਦੱਬੀ ਜਾਵੇ ਅਤੇ ਮੁੱਖ ਮੰਤਰੀ ਸਾਹਿਬ ਦਾ ਸਮਾਗਮ ਵਧੀਆ। ਇਹ ਚਿੱਠੀ ਵਾਇਰਲ ਹੋਈ, ਪਹਿਲਾਂ ਜਿਹੜੇ ਜਿਹਦੇ ਤੱਕ ਪਹੁੰਚ ਗਈ ਨਾ ਉਹਨੇ ਕਿਹਾ ਵੀ ਆਹ ਦੇ ਵਧੀਆ ਹੋ ਗਿਆ, ਨਾਲੇ ਜੇ ਇੱਧਰੋਂ ਵਿਆਹ ਵਾਲਾ ਕੰਮ ਨਿਬੜ ਗਿਆ ਤੇ ਆਪਾਂ ਡਾਇਰੀ ਤੇ ਲਿਖ ਲੈਣਾ ਵੀ ਇਸ ਦਿਨ ਵਿਆਹ, ਇਸ ਦਿਨ ਜਾਗੋ, ਇਸ ਦਿਨ ਫਲਾਨਾ ਭੋਗ, ਇਹਦੇ ਨਾਲ ਲੀਕ ਮਾਰ ਕੇ ਇਸ ਦਿਨ ਧਰਨਾ ਮੁੱਖ ਮੰਤਰੀ ਸਾਹਿਬ ਦਾ, ਉੱਥੇ ਡੀਜੇ ਲੱਗਣਾ। ਇਹ ਪਤਾ ਕੀ ਹੋਣਾ, ਇਹ ਤਾਂ ਚੰਗਾ ਹੋਇਆ ਕਿ ਬਾਅਦ ਚ ਦੂਜੀ ਚਿੱਠੀ ਜਾਰੀ ਹੋ ਗਈ, ਨਹੀਂ ਤਾਂ ਲੋਕਾਂ ਨੇ ਕਹਿਣਾ ਸੀ ਯਾਰ ਇੱਦਣ ਨਾ ਵਿਆਹ ਰੱਖਿਓ, ਇੱਦਣ ਤਾਂ ਉਹ ਮੁੱਖ ਮੰਤਰੀ ਸਾਹਿਬ ਨੇ ਆਉਣਾ, ਉਦੋਂ ਡੀਜੇ ਕੋਈ ਨਹੀਂ ਜੇ ਮਿਲਣਾ। ਹੋਣੀ ਨਾ ਗੱਲ ਇਹ। ਮੈਂ ਤਦੇ ਆਖਿਆ ਯਾਰ ਉਹਨਾਂ ਦਾ ਵਧੀਆ ਸੈੱਟ ਹੋਣਾ, ਹੋਰ ਕੋਈ ਨਹੀਂ 15 ਦਿਨ ਤਾਂ ਕਰ ਲੈਂਦੇ ਯਾਰ। ਕੋਈ ਬੰਦਾ ਇਹਨੂੰ ਹਾਸੇ ਵਾਲੀ ਗੱਲ ਨਾ ਸਮਝੇ, ਇੱਕ ਸਰਕਾਰੀ ਚਿੱਠੀ ਜਾਰੀ ਹੋਈ ਸੀ, ਜਾਨੀ ਕੋਈ ਬੰਦਾ ਇਹ ਨਾ ਸਮਝੇ ਕਿ ਐਵੇਂ ਕਰਦੇ ਆਪਾਂ ਦੱਸ ਦਈਏ ਬਿਲਕੁਲ। ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚੰਡੀਗੜ੍ਹੋਂ ਹਦਾਇਤਾਂ ਆਈਆਂ ਕਿ ਭਾਈ ਮੁੱਖ ਮੰਤਰੀ ਸਾਹਿਬ ਦੇ ਸਮਾਗਮ ਹੁੰਦੇ ਆ, ਉੱਥੇ ਕੁਝ ਜਥੇਬੰਦੀਆਂ ਵਾਲੇ ਜਿਹੜੇ ਬੰਦੇ ਆ ਉਹ ਜਥੇਬੰਦੀਆਂ ਵਾਲੇ ਆਣ ਕੇ ਫਿਰ ਐਤੂਤ ਕਰਦੇ ਆ, ਨਾਅਰੇਬਾਜ਼ੀ ਕਰਦੇ ਆ, ਇਸ ਕਰਕੇ ਤੁਸੀਂ ਖਾਸ ਤੌਰ ਤੇ ਡੀਜੇ ਦਾ ਪ੍ਰਬੰਧ ਰੱਖਣਾ ਹੈ, ਉੱਚੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਜਾਂ ਸ਼ਬਦ ਜਿਹੜੇ ਉਹ ਲਾਉਣੇ ਆ ਜਿਹਦੇ ਨਾਲ ਕਿ ਉਹ ਜਥੇਬੰਦੀਆਂ ਵਾਲਿਆਂ ਦੀ ਆਵਾਜ਼ ਦੱਬ ਜੇ, ਡੀਜੇ ਦੀ ਆਵਾਜ਼ ਜਿਹੜੀ ਉੱਚੀ ਰਹਿ ਜਾਏ। ਮੈਂ ਕਿਹਾ ਜਿੱਦਾਂ ਹੀ ਆਇਆ ਲੋਕਾਂ ਨੂੰ ਐ ਲੱਗਾ ਕਿਉਂਕਿ ਖਾਸ ਤੌਰ ਤੇ ਮੁੱਖ ਮੰਤਰੀ ਦਾ ਜ਼ਿਕਰ ਸੀ ਕਿ ਉਹਨਾਂ ਦੇ ਸਮਾਗਮ ਹੁੰਦੇ ਆ, ਯਾਰ ਉਹ ਤਾਂ ਆਮ ਲੋਕ ਨੇ, ਉਹ ਕਹਿੰਦੇ ਕਿ ਭਾਈ ਮੈਨੂੰ ਕੋਈ ਹਾਕ ਮਾਰਦਾ ਮੈਂ ਅੱਧੀ ਰਾਤ ਜਾਣਾ, ਮੇਰੇ ਕੋਲ ਘਰ ਮੁਰੇ ਆਉਂਦਾ ਮੈਂ ਅੱਧੀ ਰਾਤ ਜਾਣਾ, ਮੈਂ ਤਾਂ ਉਹਨਾਂ ਨੂੰ ਰੋਟੀ ਵੀ ਖਵਾਉਣਾ, ਮੈਂ ਉਹਨਾਂ ਦੇ ਨਾਲ ਘਰਾਂ ਜਾਣਾ, ਉਹਨਾਂ ਦੀ ਆਵਾਜ਼ ਬੰਦ ਕਰਨੀ ਹੈ। ਫਿਰ ਮੁੜ ਕੇ ਤੁਸੀਂ ਦੇਖੋ ਜਦੋਂ ਸਾਰੇ ਪੰਜਾਬ 'ਚ ਲਾਲਾ 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 ਹੋ ਗਈ, ਉਹਦੇ ਤੋਂ ਬਾਅਦ ਕਹਿੰਦੇ ਟੈਕਨੀਕਲ ਫਾਲਟ ਸੀ। ਯਾਰ ਵੈਸੇ ਮੈਨੂੰ ਚਿੱਠੀ ਬੜੀ ਸਾਫ਼ ਤੇ ਸਪਸ਼ਟ ਲੱਗੀ, ਟੈਕਨੀਕਲ ਫਾਲਟ ਦਾ ਇਹ ਹੁੰਦਾ ਕਿ ਸੰਧਾ ਵਾਲੀ ਦੰਦਾਂ ਵਾਲੀਆਂ ਲਿਖਦੇ ਆ, ਮੈਂ ਇੰਨਾ ਕੀ ਹੁੰਦਾ। ਨਹੀਂ ਪਰ ਇੱਕ ਚੀਜ਼ ਹੋਰ ਹੈ ਉਹਦੇ 'ਚ, ਉਹ ਦੇਖੋ ਉਹ ਜਿਹੜੇ ਬੰਦੇ ਨੇ ਵਾਪਸ ਲਈ ਨਾ ਉਹਨੂੰ ਬੜੀ ਫੁਰਤੀ ਮਾਰੀ, ਉਹਦੇ ਸਗੋਂ ਉਲਟਾ ਕਰ ਲੈਂਦੇ ਥੋੜਾ ਵੀ ਅਸੀਂ ਤੇ ਯਾਰ ਡੀਜੇ ਵਾਲਿਆਂ ਦੇ ਰੋਜ਼ਗਾਰ ਬਾਰੇ ਸੋਚਿਆ ਵੀ ਡੀਜੇ ਉੱਥੇ ਤਾਂ ਲਾਉਣਾ ਵੀ ਉੱਥੇ ਜਿਹੜੇ ਬੰਦੇ ਆਏ ਨੇ ਉਹ ਰੌਣਕ ਮੇਲਾ ਕਰ ਲੈਣ, ਥੋੜਾ ਜਿਹਾ ਬੰਦੇ ਨੂੰ ਲੈ ਉਹ ਰੱਬ ਦਾ ਨਾਂ ਲੈਣ, 4 ਪੈਸੇ ਇਹਨਾਂ ਨੂੰ ਦਿਓ ਭਾਈ। ਇਹ ਤੁਹਾਨੂੰ ਚਿੱਠੀ ਦਾ ਰੂਪ ਕਿੱਦਾਂ ਬਦਲਾਉਣਾ, ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ, ਇਹਨਾਂ ਨੇ ਪਤਾ ਮੈਨੂੰ ਕੀ ਕਹਿੰਦੇ ਸੀ, ਮੈਨੂੰ ਕਹਿੰਦੇ ਸੀ ਜੇ ਮੈਂ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਸੀ ਕਿ ਅਸੀਂ ਚਿੱਠੀ ਲਿਖੀ ਸੀ ਕਿ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ ਡੀਜੇ 'ਚ ਧਾਰਮਿਕ ਸ਼ਬਦ ਲਾਇਆ ਕਰੋ। ਉਹ ਐਵੇਂ ਕਹਿ ਹੋ ਗਿਆ ਕਿ ਆਵਾਜ਼ ਬੰਦ ਕਰਾਓ। ਇਹੀ ਕਹਿਣਾ ਹੈ ਵੀ ਧਾਰਮਿਕ ਸ਼ਬਦ ਲਾਓ। ਦੋ ਕੰਮ ਹੋਣੇ ਸੀ ਵੀ ਇੱਕ ਤੇ ਲੋਕਾਂ ਦੇ ਵਿੱਚ ਥੋੜਾ ਰੱਬ ਰੱਬ ਹੋਣਾ ਸੀ, ਦੂਸਰਾ ਜਿਹੜਾ ਡੀਜੇ ਵਾਲਾ ਨੂੰ ਰੋਜ਼ਗਾਰ ਮਿਲਣਾ ਸੀ। ਕਿੱਡੀ ਵਧੀਆ ਗੱਲ। ਅਜੇ ਤਾਂ ਬਾਅਦ 'ਚ ਭਾਵੇਂ ਵਿਰੋਧੀ ਕਹਿੰਦੇ ਵੀ ਭਗਵੰਤ ਮਾਨ ਨੂੰ ਕਹਿਣਾ ਹੀ ਕਹਿਣਾ ਵੀ ਮੈਂ ਉੱਥੇ ਜਾ ਕੇ ਕਹਿੰਦੇ ਚੰਗਾ ਰਹੇਗਾ, ਨਹੀਂ ਤਾਂ ਉੱਥੇ ਜਾ ਕੇ ਮੁੱਖ ਮੰਤਰੀ ਸਾਹਿਬ ਕਹਿਣਾ ਮੈਂ ਇਹ ਵੀ ਕੰਮ ਕਰਦਾ ਰਿਹਾ। ਨਹੀਂ ਮੁੜ ਕੇ ਛੇੜ ਪਾ ਜਾਣੀ ਹੋਰ ਪਾਸੇ। ਇੱਕ ਗੱਲ ਹੋਰ ਵੀ ਹੈ, ਜਿੱਦਾਂ ਦਾ ਪੰਜਾਬ 'ਚ ਮਾਹੌਲ ਚੱਲ ਗਿਆ ਕਿਸਾਨ ਮੋਰਚੇ ਕਰਕੇ, ਹੋ ਸਕਦਾ ਡੀਜੇ ਵਾਲੇ ਕਹਿਣ ਲੱਗ ਪੈਂਦੇ ਭਾਈ ਅਸੀਂ ਸਰਕਾਰੀ ਸਮਾਗਮ ਨੂੰ ਡੀਜੇ ਨਹੀਂ ਭੇਜਦੇ, ਕਿਉਂਕਿ ਡੀਜੇ ਵਾਲਿਆਂ ਦੇ ਨਿਆਣੇ ਕਢਾਉਣ 'ਚ ਹੁੰਦੇ ਨਹੀਂ ਜਾਂ ਰਿਸ਼ਤੇਦਾਰੀ 'ਚੋਂ ਚਾਚੇ ਤਾਇਆਂ ਦੇ ਵਿੱਚੋਂ ਪਿੰਡ ਦੇ ਵਿੱਚੋਂ, ਤੇ ਅਗਲੇ ਵੀ ਕਹਿਣਗੇ ਕਿ ਭਾਈ ਠੀਕ ਹੈ ਕੋਡ ਆਫ ਕੰਡਕਟ ਲੱਗਣੇ ਤਾਂ ਮਹੀਨਾ ਕੀ ਆ, ਮੁੜ ਕੇ 5 ਸਾਲ ਵਿਆਹਾਂ ਦੇ ਤਾਂ ਅਸੀਂ ਸਾਈਆਂ ਦੇਈਆਂ, ਤੁਹਾਨੂੰ ਉੱਥੇ ਜਾਣਾ ਕਿ ਇੱਥੇ ਜਾਣਾ, ਹੁਣ ਤੁਸੀਂ ਆਪ ਦੱਸ ਦਿਓ। ਆਹ ਕੋਡ ਆਫ ਕੰਡਕਟ ਤੋਂ ਮੈਨੂੰ ਯਾਦ ਆਇਆ, ਕਮਜ਼ੋਰ ਦਿਲ ਵਾਲੇ ਲੀਡਰ ਮਸਾਂ ਬਚੇ ਨੇ। ਨਹੀਂ ਹੋਇਆ ਇਦਾਂ ਹੀ ਆ। ਦੇਖੋ ਇੱਕ ਨਾ ਫਿਰ ਚਿੱਠੀ ਚੱਲ ਪਈ, ਕਹਿੰਦੇ ਲੈ ਵੀ 13 ਦਸੰਬਰ ਨੂੰ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ, 4 ਫਰਵਰੀ ਨੂੰ ਵੋਟਾਂ ਨੋਟ ਕਰ ਲਓ। ਆਪੇ ਹੀ ਆਹੋ ਹੀ ਪਤਾ ਨਹੀਂ ਕਿੱਥੋਂ ਕਿਤੇ ਨੂੰ ਬਣਾ ਤੇ ਜਗਾੜ ਚਲਾਤਾ ਉਹ ਹੁਣ ਜਦੋਂ ਦਗੜ ਦਗੜੇ ਹੋਏ ਡੀਜੇ ਵਾਲੀ ਚਿੱਠੀਆਂ ਉਹ ਚੱਲ ਪਿਆ। ਹੁਣ ਕਮਜ਼ੋਰ ਦਿਲ ਵਾਲੇ ਲੀਡਰ ਵਿਚਾਰੇ ਉਹ ਤੇਰਾ ਭਲਾ ਜੇ 23 ਨੂੰ ਲੱਗ ਜਾਣਾ ਜਾਬਤਾ, ਅਜੇ ਤੇ ਕੁਛ ਕੀਤਾ ਕੂਤਾ ਵੀ ਨਹੀਂ ਹੈ ਯਾਰ, ਉਧਰੋਂ ਅਜੇ ਕੋਈ ਖੜਾ ਨਹੀਂ ਛੁੱਟਾ ਕਿਸੇ ਪਾਸੇ, ਹੈ ਨਾ। ਹੁਣ ਉਦੋਂ ਬਾਅਦ ਚਲੋ ਪੰਜਾਬ ਜਿਹੜਾ ਇਲੈਕਸ਼ਨ ਕਮਿਸ਼ਨ ਵਾਲੇ ਪਾਸੇ ਉਹਨਾਂ ਨੇ ਬਕਾਇਦਾ ਅਫਸਰਾਂ ਨੇ ਕਲੀਅਰ ਕਰਤੀ ਗੱਲ, ਉਹ ਕਹਿੰਦੇ ਵੀ ਉਹ ਚਿੱਠੀ ਝੂਠੀ ਗਲਤ ਹੈ ਭਾਈ ਸਾਹਿਬ, ਜੋ ਵੀ ਬਿਆਨ ਇੱਦਾਂ ਦਾ ਅਜੇ ਕੋਈ ਚੋਣ ਜ਼ਾਬਤੇ ਦਾ ਐਲਾਨ ਨਹੀਂ, ਅਜੇ ਕਿਸੇ ਇਲੈਕਸ਼ਨ ਦਾ ਐਲਾਨ ਕੋਈ ਨਹੀਂ ਹੈਗਾ, ਤੇ ਜੇ ਤੁਹਾਨੂੰ ਕੋਈ ਇੱਦਾਂ ਦੀ ਚਿੱਠੀ ਪਾਉਂਦਾ ਜਾਂ ਕੋਈ ਇੱਦਾਂ ਦੀ ਖਬਰ ਵਿਖਾਉਂਦਾ ਤੇ ਉਹ ਝੂਠ ਜੇ। ਮੈਂ ਕਹਿੰਦਾ ਕਿ ਐਤਕੀ ਵੈਸੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਰਾਜੂ ਸਾਹਿਬ ਜਿਹੜੇ ਨੇ ਉਹ ਬਹੁਤ ਮੁਸਤੈਦ ਨੇ, ਤੁਰੰਤ ਲੋਕਾਂ ਦੀ ਜਿਗਿਆਸਾ ਸ਼ਾਂਤ ਕਰ ਦਿੰਦੇ। ਪਿਛਲੇ ਦਿਨ ਹੀ 350 ਵਾਲਾ ਰੌਲਾ ਪਿਆ ਸੀ ਕਿ ਜੇ ਕਿਸੇ ਨੇ ਵੋਟ ਨਾ ਪਾਈ 350 ਕੱਟਿਆ ਜਾਣਾ ਹੀ, ਜੇ ਬੈਂਕ 'ਚ ਹੈ ਨਹੀਂ ਤੇ ਜਦੋਂ ਮੋਬਾਈਲ ਰੀਚਾਰਜ ਕਰਾਇਆ ਉਦੋਂ ਕੱਟਿਆ ਜਾਣਾ ਹੀ। ਉਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਯਾਰ, ਆਹ ਨਹੀਂ ਕੋਈ ਮਸਲਾ। ਫਿਰ ਉਹਨਾਂ ਨੇ ਇਹ ਦੱਸਤਾ ਵੋਟਾਂ ਕਿੰਨੀਆਂ। ਹੁਣ ਇੱਕ ਮੈਨੂੰ ਇਹ ਲੱਗਦਾ ਵੀ ਜਿਹੜਾ ਕੋਈ ਅਫਵਾਹਾਂ ਵਾਲਾ ਮਤਲਬ ਹੋਊਗਾ ਕੋਈ ਡਿਪਾਰਟਮੈਂਟ,
ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਹਲਾ ਹੋ ਕੇ ਇੱਧਰ ਤਾਂ ਨਹੀਂ ਲੱਗ ਪਿਆ ਹੈ ਨਾ ਯਾਰ, ਉਹ ਉੱਧਰ ਤਾਂ ਗੱਲ ਚੱਲੀ ਨਹੀਂ ਕੋਈ, ਇੱਧਰ ਹੀ ਸ਼ੁਰੂ ਹੋ ਜਾਈਏ। ਇੱਥੇ ਹੁਣ ਕਹਿੰਦੇ ਇੱਥੇ ਘਰ ਘਰ ਗੱਲ ਚੱਲ ਸਕਦੀ ਆ ਵੀ ਜਾਣੀ ਉੱਥੇ ਨਹੀਂ ਚੱਲੀ ਕਿਉਂਕਿ ਲੋਕ ਇਕੱਠੇ ਸੀ। ਹਾਂ ਇੱਧਰ ਚਲਾਓ ਘਰ ਘਰ ਇੱਧਰ ਚਲਾਓ। ਸੰਧਾਲੀਆ ਸਾਹਿਬ ਇੱਕ ਗੱਲ ਹੋ ਰਹੀ ਇੱਥੇ, ਮੈਨੂੰ ਨਾ ਤੁਹਾਡਾ ਡਰ ਬਹੁਤ ਰਹਿੰਦਾ। ਕਿਹੜੀ ਗੱਲੋਂ? ਮੈਨੂੰ ਨਾ ਮੈਂ ਰਾਤ ਨੂੰ ਬੜਾ ਕੇ ਉੱਠਦਾ। ਕਿਹੜੀ ਗੱਲੋਂ? ਮੈਂ ਕਈ ਵਾਰ ਤਾਂ ਕਿ ਨਾ ਕੁੰਡੀ ਲਾ ਕੇ ਨਹੀਂ ਭਰਾ ਮੇਰੇ ਨੇ ਸੌਣਾ। ਨਹੀਂ ਬੜਾ ਤੁਸੀਂ ਮੈਂ ਦੱਸਣ ਲੱਗਿਆ ਬੜਾ ਤੁਸੀਂ ਤਾੜਦੇ, ਤੁਸੀਂ 200 ਸਵਾ 200 ਡਾਲਰ ਦੇ ਬੂਟ ਲੈਣ ਨੂੰ ਕਰਦੇ। ਨਹੀਂ ਮੈਂ ਤਾਂ ਹੋ ਗਿਆ ਨਾ ਵੀ ਡਾਲਰ ਕਿਤੇ ਇਕੱਠੇ ਹੁਣ ਤਾਂ ਆ ਜਦ ਜਿਹੜੀ ਦਿਹਾੜੀ ਜੇਬ ਚ ਪੈਣੀ ਭਰਾ ਨੇ ਖੋਹ ਹੀ ਲੈਣੀ ਆ ਕਿ ਫੰਡ ਦੇ ਰੂਪ ਚ ਦੇ ਦੇ। ਤੁਸੀਂ ਇਹ ਗੱਲ ਨੋਟ ਕਰਨ ਵਾਲੇ, ਮੈਂ ਮਸਾਂ ਵਰਜਿਆ, ਮੈਂ ਕਿਹਾ ਵੀ ਐਸ ਕੰਮ ਤੇ ਥੋੜਾ ਪੈਸੇ ਖਰਚਣੇ। ਨਹੀਂ ਜ਼ਿਆਦਾ ਅਗਲਿਆਂ ਨੇ ਕਿਹਾ ਕਿਸ਼ਤਾਂ ਦੇ ਉੱਤੇ ਭਾਈ ਮਿਲਦੇ ਨੇ, ਪਰ ਜਿਹੜੇ ਕੰਮ ਤੇ ਤੁਸੀਂ ਖਰਚਣ ਨੂੰ ਕਿਹਾ ਜੇ ਮੈਂ ਦੱਸ ਦੇ ਲੋਕਾਂ ਨੇ ਕਹਿਣਾ ਭਰਾ ਬੂਟ ਹੀ ਲੈ ਲਾ। ਚਲੋ ਸੰਧਾਲੀਆ ਸਾਹਿਬ ਮੈਂ ਹੁਣ ਇੱਕ ਗੱਲ ਦੱਸਦਾ ਹੀ, ਰੌਲਾ ਕੀ ਪਿਆ ਮੈਨੂੰ ਕਿਉਂ ਰਹਿੰਦਾ ਤੁਹਾਡਾ? ਕਿਹੜੀ ਗੱਲੋਂ? ਮੈਂ ਦੱਸਣ ਲੱਗਿਆ, ਜੇ 5-6 ਘੰਟੇ ਸੋਣੇ 5 ਵਾਰੀ ਮੈਨੂੰ ਉੱਠ ਕੇ ਦੇਖਣਾ ਪੈਂਦਾ, ਹੌਲੀ ਜਿਹੀ ਖੁੱਲਣਾ ਹੈਗਾ ਭਾ ਇੱਥੇ ਸੁੱਤਾ ਵਧੀਆ। ਅੱਛਾ, ਕਿਉਂਕਿ ਮੈਨੂੰ ਐ ਲੱਗਦਾ ਕਿਸੇ ਵੇਲੇ ਵੀ ਤੁਹਾਨੂੰ ਟੈਲੀਫੋਨ ਆ ਜਾਣਾ ਕਾਹਦਾ ਕਿ ਭਾਈ ਆ ਤੈਨੂੰ ਟਿਕਟ ਦਿੰਨੇ ਆ, ਕਿਉਂਕਿ ਅੱਜ ਕੱਲ ਕਾਹਲ ਵੀ ਬੜੀ ਆ ਨਾ ਕਿ ਮੈਂ ਕਿਹਾ ਭਾ ਨੇ ਮੇਰੇ ਨਾਲ ਸੁੱਤੇ ਹੋਣਾ, ਉੱਠ ਕੇ ਚੱਲ ਜਾਣਾ, ਤਾਂ ਮੈਂ ਜਦੋਂ ਦੇਖਣਾ ਕਿ ਪੱਤਰਕਾਰ ਭਾ ਕਿੱਥੇ ਗਿਆ ਤਾਂ ਉੱਥੇ ਲੀਡਰ ਭਾ ਪਿਆ ਹੋਣਾ, ਜੇ ਨਹੀਂ ਤਾਂ ਸੁੱਚਾ ਸਿੰਘ ਛੋਟੇਪੁਰ ਸਾਹਿਬ ਦੇਖ ਲਓ ਕਿੰਨੇ ਕੁ ਮਿੰਟ ਲੱਗੇ ਕਿਤੇ ਐਂ ਘਰੋਂ ਉੱਠਿਆ, ਐਂ ਪ੍ਰੈਸ ਕਾਨਫਰੰਸ ਗਏ ਆ, ਯਾਨੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਣ ਤੱਕ ਆਪਣਾ ਪੰਜਾਬ ਪਾਰਟੀ ਦੇ ਉਹ ਪ੍ਰਧਾਨ ਸੀ। ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ 7-8-10 ਮਿੰਟਾਂ ਦੇ ਵਿੱਚ ਉਹ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਬਣ ਗਏ, ਬਟਾਲਾ ਵਿਧਾਨ ਸਭਾ ਹਲਕੇ ਤੋਂ ਕੈਂਡੀਡੇਟ ਵੀ ਬਣ ਗਏ, ਕਿੰਨੀਆਂ ਉਹਨਾਂ ਨੇ ਗੱਲਾਂ ਵੀ ਕਹਿਤੀਆਂ। ਜੇ 15 ਮਿੰਟਾਂ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਸਾਹਿਬ ਆਪਣੀ ਪਾਰਟੀ ਦੀ ਪ੍ਰਧਾਨਗੀ ਛੱਡ ਕੇ ਦੂਸਰੀ ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨਗੀ ਲੈ ਕੇ ਕੈਂਡੀਡੇਟ ਬਣ ਸਕਦੇ ਆ, ਤਾਂ ਭਰਾ ਦਾ ਮੁੱਲ ਤਾਂ ਪੈ ਹੀ ਸਕਦਾ। ਨਹੀਂ ਮੇਰਾ ਪੈਣਾ ਨਹੀਂ, ਮੈਨੂੰ ਪਹਿਲਾਂ ਕਿਸੇ ਨੇ 2 ਲੱਖ ਦਿੱਤਾ ਨਹੀਂ ਨਾ ਕੈਮਰੇ ਸਾਹਮਣੇ। ਨਹੀਂ ਤੁਸੀਂ ਇੱਕ ਗੱਲ ਪਹਿਲਾਂ ਅਨਾਉਂਸ ਕਰ ਦਿਓ ਕਿ ਮੈਂ ਬਿਲਕੁਲ ਨਹੀਂ ਕਹੂੰਗਾ ਕਿ ਮੇਰੇ ਭਾਰ ਦੇ ਨਾਲ ਮੈਨੂੰ ਸਿੱਕਿਆਂ ਨਾ ਤੋਲੋ, ਕਿਉਂਕਿ ਸਿੱਕੇ ਬਹੁਤ ਲੱਗਣੇ ਆ, ਉਹ ਗੱਲ ਹੀ ਛੱਡ ਦੇ। ਸਿੱਕੇ ਵੀ ਡਾਲਰਾਂ ਵਾਲੇ ਨਹੀਂ ਵੈਸੇ ਛੋਟੇਪੁਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ, ਉਹ ਕਹਿੰਦੇ ਵੀ ਯਾਰ ਮੈਂ ਗਿਆ ਤਾਂ ਇਸ ਕਰਕੇ ਸੀ ਕਿਉਂਕਿ ਸਾਨੂੰ ਲੱਗਿਆ ਸੀ ਵੀ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਪਾਰਟੀ ਆ, ਸੱਚੇ ਸੁੱਚੇ ਬੰਦੇ ਆ, ਵੀ ਕੁਛ ਨਾ ਕੁਛ ਤੇ ਵਾਕਿਆ ਚੇਂਜ ਕਰਕੇ ਆਉਣਗੇ। ਪਰ ਜਿਹੜੀਆਂ ਗੱਲਾਂ ਉਹ ਕਹਿੰਦੇ ਸੀ ਨਾ, ਉਹ ਕਹਿਣੀ ਤੇ ਕਰਨੀ ਦੇ ਪੱਕੇ ਨਹੀਂ ਨਿਕਲੇ, ਮਤਲਬ ਕਹਿੰਦੇ ਕੁਛ ਹੋਰ ਸੀ ਕਰਦੇ ਕੁਛ ਹੋਰ ਸੀ। ਇਸ ਕਰਕੇ ਫਿਰ ਮੈਨੂੰ ਲੱਗਿਆ ਵੀ ਇਹ ਉੱਦਾਂ ਹੀ ਕਰ ਲਿਆ ਜਾਵੇ ਜਿੱਦਾਂ ਪਹਿਲਾਂ ਸੀਗਾ। ਪਰ ਵੈਸੇ ਮੈਂ ਸੋਚਦਾ ਸੀ ਵੀ ਛੋਟੇਪੁਰ ਸਾਹਿਬ ਦੀ ਜਿਹੜੀ ਗੱਡੀ ਰੱਖੀ ਹੋਣੀ ਹੋ ਸਕਦਾ ਵੀ ਉਹਦੀ ਕਿਸੇ ਸੀਟ ਦੇ ਪਿੱਛੇ ਇੱਕ ਜੇਬ ਨਹੀਂ ਹੁੰਦੀ, ਉਹ ਕਿਤੇ ਲੈਟਰ ਹੈਡਾ ਜੇ ਆਪਣੀ ਪਾਰਟੀ ਦੇ ਪਿਆ ਉਹਦੇ ਕਿਸੇ ਵੇਲੇ ਹੁੰਦਾ ਰਹਿ ਜਾਂਦਾ ਯਾਰ, ਇਹਦੀ ਕੀ ਪਤਾ ਲੱਗਦਾ। ਨਹੀਂ ਹੁਣ ਤਾਂ 5 ਸਾਲ ਹੋ ਗਏ, ਉਹੀ ਉੱਲੀ ਲੱਗ ਗਈ ਹੋਣੀ ਉਸ ਲੈਟਰ ਹੈਡ, ਤਦੇ ਤੇ ਉਹ ਚੇਤਾ ਭੁੱਲ ਜਾਂਦਾ ਨਾ ਵੀ ਯਾਰ ਇਹ ਕਾਪੀ ਮਗਰ ਪਤਾ ਨਹੀਂ ਕਾਹਦੀ ਪਈ ਸੀ। ਚਲੋ ਸੰਧਾਲੀ ਸਾਹਿਬ ਗੱਲ ਤੁਹਾਡੀ ਠੀਕ ਹੈ, ਪਰ ਹੁਣ ਹੈਰਾਨੀ ਪਤਾ ਕਿਸ ਗੱਲ ਦੀ ਹੈ? ਸੁੱਚਾ ਸਿੰਘ ਛੋਟੇਪੁਰ ਹੋਰੀ 5 ਸਾਲ ਚੁੱਪ ਰਹੇ ਨੇ, ਇਲੈਕਸ਼ਨ ਲੜੀ ਪੰਜਾਬ ਵਿਧਾਨ ਸਭਾ ਦੀ, ਉਹਨਾਂ ਨੇ ਥੋੜੀਆਂ ਵੋਟਾਂ ਪਈਆਂ, ਪਰ ਉਹਦੇ ਤੋਂ ਬਾਅਦ ਜਿੱਦਾਂ ਆਮ ਲੀਡਰ ਝਈਆਂ ਲੈ ਪੈਂਦੇ ਹੁੰਦੇ ਨਾ, ਪੋਲ ਖੋਲ ਦੂੰ ਮੈਂ ਅੰਦਰੋਂ ਝੋਲੇ ਚੋਂ ਕੱਢ ਸਾਰੀਆਂ ਚੀਜ਼ਾਂ ਬਾਹਰ ਰੱਖ ਦੂੰ, ਉਹ ਕਦੇ ਬਹੁਤਾ ਬੋਲੇ ਨਹੀਂ। ਇੱਦਾਂ ਮਾੜੀ ਮੋਟੀ ਸਰਗਰਮੀ ਰੱਖਦੇ ਸੀ ਆਪਣੇ ਹਲਕੇ 'ਚ, ਇੱਧਰ ਉੱਧਰ ਕਿਤੇ ਪਾਰਟੀ ਦੀ ਮੀਟਿੰਗ ਕਰ ਲਈ, ਬਹੁਤ ਹੀ ਜ਼ਿਆਦਾ ਨਹੀਂ। ਪਰ ਤੁਸੀਂ ਇਹ ਦੇਖੋ ਕਿ ਇਹਦਾ ਮਤਲਬ ਕਿ ਮੁੱਲ ਤਾਂ ਪੈਂਦਾ ਕਿਤੇ ਨਾ ਕਿਤੇ ਨਾ ਬੰਦੇ ਦਾ, ਅਗਲੇ ਸਿਆਸਤਦਾਨ ਲੋੜ ਹੁੰਦੀ, ਤੁਸੀਂ ਚੁੱਪ ਵੀ ਰਹੋ ਤਾਂ ਚੁੱਪ ਰਹਿੰਦੇ ਵੀ ਤੁਹਾਨੂੰ ਕਿਤੇ ਨਾ ਕਿਤੇ ਐਡਜਸਟ ਕਰ ਦਿੰਦੇ ਆ। ਹੁਣ ਮੁੱਲ ਸਾਰਿਆਂ ਦਾ ਨਹੀਂ ਪੈਂਦਾ, ਕਦੋਂ ਦੀਆਂ ਚਿੱਠੀਆਂ, ਕਦੋਂ ਦੀਆਂ ਅਪੀਲਾਂ, ਕਦੋਂ ਦੇ ਨਾਅਰੇ ਲੱਗਦੇ ਸੀ ਵੀ ਪਹਿਰਾ ਦਿਆਂਗੇ ਠੋਕ ਕੇ, ਹੈ ਉਹ ਵੀ ਉੱਥੋਂ ਹੀ ਲਾਗੋਂ ਬੰਨੇ, ਉਹਨਾਂ ਦਾ ਨਾਮ ਹੀ ਸੁੱਚਾ ਸਿੰਘ ਹੀ ਆ, ਉਹਨਾਂ ਦਾ ਅਕਾਲੀ ਦਲ ਨੇ ਪਤਾ ਨਹੀਂ ਕਿੱਦਾਂ ਮੁੜ ਚੁੱਪ ਨਹੀਂ ਨਾ, ਇਹ ਚੁੱਪ ਰਹਿਣ ਦੀ ਗੱਲ ਹੈ। ਉਹ ਕਿੰਨੀ ਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਚਿੱਠੀ ਲਿਖਿਆ ਹੈ, ਇੱਕ ਵਾਰੀ ਬਾਹਰੋਂ ਬਾਹਰ ਗੁਰੂ ਘਰ ਦੇ ਵਿੱਚੋਂ ਆਪਣਿਆਂ ਨੂੰ ਮਾਫੀ ਵੀ ਦਵਾਏ ਸੀ ਕਿ ਭਾਈ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਦੁਬਾਰਾ ਮੁੱਖ ਧਾਰਾ ਦੇ ਵਿੱਚ ਸ਼ਾਮਲ ਕੀਤਾ। ਮੈਂ ਚੁੱਪ ਦਾ ਮੁੱਲ ਕਿਹਾ ਸੀ, ਅੱਛਾ ਹੈ ਨਾ, ਉਹ ਚੁੱਪ ਦਾ ਮੁੱਲ ਜਿਹੜਾ ਸਿੱਧੂ ਸਾਹਿਬ ਦਾ ਪਿਆ, 1.5 ਸਾਲ ਉਹ ਚੁੱਪ ਰਿਹਾ, ਉਹਦਾ ਮੁੱਲ ਪੈ ਗਿਆ। ਆਪਣੇ ਕੋਲ ਕਿੰਨੀਆਂ ਐਗਜ਼ਾਮਪਲ ਨੇ। ਓਕੇ ਹੁਣ ਇਹਦਾ ਮਤਲਬ ਓਕੇ ਬਾਜ ਮੈਂ ਤਾਂ ਕਿਹਾ ਵੀ ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਸੁੱਚਾ ਸਿੰਘ ਲਗਾ ਨਹੀਂ ਚੁੱਪ ਰਹਿ ਜਾਂਦੇ ਸਾਲ 1.5 ਸਾਲ, ਫੇਰ ਗੱਲ ਬਣ ਜਾਣੀ। ਜਿਹੜੀਆਂ ਉਹ ਮਤਲਬ ਬੈਕ ਡੋਰ ਤੋਂ ਐਂਟਰੀਆਂ ਮਾਰਨ ਦੀ ਕੋਸ਼ਿਸ਼ ਕਰਦੇ ਲੋਕ, ਤਾਂ ਨਹੀਂ ਗੱਲ ਬਣੀ। ਲੱਗਦਾ ਇਹ ਸਲਾਹ ਪਹਿਲਾਂ ਦੇ ਦਿੰਦੇ ਕਿਤੇ ਯਾਰ, ਨਹੀਂ ਤੁਸੀਂ ਉਹ ਦੇਣੀ, ਮੈਂ ਕਿਹਾ ਵੀ ਮੈਂ ਤਾਂ ਸਲਾਹ ਦੇ ਦੇਣੀ, ਅਗਲੇ ਉਦੋਂ ਮੈਂ ਨਾਰਿਆਂ 'ਚ ਗੱਲ ਹੀ ਨਹੀਂ ਸੁਣਦੀ, ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਬਟਾਲੇ ਤੋਂ ਨਾ ਕਈ ਅਕਾਲੀ ਦਲ ਦੇ ਲੀਡਰ ਨੇ ਜੀ ਜਿਨ੍ਹਾਂ ਨੂੰ 6 ਮਹੀਨੇ ਹੋ ਗਏ ਸੀ, ਉਹਨਾਂ ਨੇ 2-2 4-4 ਕੁੜਤੇ ਪਜਾਮੇ ਸਵਾ ਲਏ ਸੀ। ਉਹਨਾਂ ਨੇ ਇਹ ਵੀ ਦੇਖ ਲਿਆ ਸੀ ਕਿ ਆਹ ਫੋਟੋ ਉਦੋਂ ਲਾਉਣੀ ਆ, ਤੁਸੀਂ ਸਾਰਾ ਕੁਝ ਤਿਆਰ ਰੱਖਿਓ ਕਿ ਉਮੀਦਵਾਰ ਬਟਾਲਾ ਹਲਕਾ ਸ਼੍ਰੋਮਣੀ ਅਕਾਲੀ ਦਲ। ਉਹ ਹੁਣ ਬੰਦੇ ਕਹਿੰਦੇ ਯਾਰ ਆਹ ਤਾਂ ਗੱਲ ਮਾੜੀ ਹੈ। ਪਤਾ ਲੱਗਾ ਕਿ ਉਹ ਵੀਡੀਓ ਵੀ ਕੱਢ ਕੇ ਲਿਆਉਣ ਲੱਗ ਪਿਆ ਜਦੋਂ ਸੁੱਚਾ ਸਿੰਘ ਛੋਟੇਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ, ਤਾਂ ਉਹ ਅਕਾਲੀ ਦਲ ਦੇ ਪ੍ਰਤੀ ਸ਼ਬਦਾਵਲੀ ਕੀ ਵਰਤਦੇ ਸੀ, ਸੁਖਬੀਰ ਸਿੰਘ ਬਾਦਲ ਸਾਹਿਬ ਦੇ ਬਾਬਤ ਕੀ ਬੋਲ, ਵੈਸੇ ਹੀ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਯਾਰ, ਉਹ ਕਿਹੜੀਆਂ ਗੱਲਾਂ ਕਰਦੇ ਨੇ ਤੁਸੀਂ, ਉਹ ਗੱਲ ਹੋ ਗਈ ਪੁਰਾਣੀ, ਉਹ ਉਹਨਾਂ ਚੀਜ਼ਾਂ ਦਾ ਕੋਈ ਗੱਲ ਨਹੀਂ ਹੈਗੀ, ਉਹ ਤਾਂ ਕਲੀਅਰ ਕੱਟ ਹੋ ਗਈ ਗੱਲ। ਇਸ ਵਕਤ ਪੰਜਾਬ 'ਚ ਤੁਸੀਂ ਉਦਾਹਰਨਾਂ ਵੇਖ ਲਓ, ਵੱਡੇ ਚਿਹਰੇ ਨੇ ਜਿਨ੍ਹਾਂ ਨੇ ਵੱਡੇ ਲੀਡਰਾਂ ਦੇ ਖਿਲਾਫ ਵੱਡੀਆਂ ਗੱਲਾਂ ਕਹੀਆਂ ਨੇ,
ਉਹਦੇ ਖਿਲਾਫ ਕੋਈ ਵੀ ਨਹੀਂ ਗੱਲ ਕਰਦਾ। ਕਿਹੜੇ ਲੀਡਰ ਤਾਂ ਕਿਹੜੀਆਂ ਗੱਲਾਂ? ਮੈਂ ਕਹੋ ਨਾਂ ਲੈਣਾ ਸਾਰੀਆਂ ਵੀਡੀਓ ਪਈ ਮੇਰੇ ਗੱਲ ਨਹੀਂ ਆਏ ਪਾਉਣ ਨੂੰ ਫਿਰਦੇ ਬੰਦੇ। ਮੈਂ ਨਹੀਂ ਆਈ ਪਾਉਣ ਫਿਰਦਾ, ਹੁਣ ਜਿਹੜਾ ਬੋਲੂ ਤੇ ਉਹੀ ਕੁੰਡਾ ਖੋਲ। ਨਹੀਂ ਅਸੀਂ ਕੁੰਡਾ ਖੋਲਦੇ ਨਹੀਂ, ਤੁਹਾਨੂੰ ਦੱਸਿਆ ਵੀ ਕੁੰਡਾ ਖੁੱਲ ਸਕਦਾ, ਕੁੰਡਾ ਖੁੱਲ ਸਕਦਾ। ਹਾਂ ਚਲੋ ਉਹਦੇ ਤੋਂ ਬਾਅਦ ਬਹੁਤ ਵੱਡੀ ਖੁਸ਼ਖਬਰੀ ਦੀ ਉਡੀਕ ਸੀ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਲੱਗੀ ਹੈ, ਕਿਉਂਕਿ ਟਰਾਂਸਪੋਰਟ ਵਿਭਾਗ ਵਾਲੇ ਰੌਲਾ ਪਾਉਂਦੇ ਫਿਰਦੇ ਆ ਕਿ ਭਾਈ ਸਾਨੂੰ ਪੱਕਿਆਂ ਕਰੋ। ਸਿੱਖਿਆ ਵਿਭਾਗ ਦੇ ਵਿੱਚ ਕਈ ਤਰ੍ਹਾਂ ਦੇ ਚਰਚੇ ਨੇ ਕਿ ਸਾਨੂੰ ਪੱਕਿਆਂ ਕਰੋ। ਹੋਰ ਕਈ ਆਸਾਂ ਉਮੀਦਾਂ ਸੀ ਕਿ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਕੈਬਨਿਟ ਦੀ ਬੈਠਕ ਦੇ ਵਿੱਚ ਵੱਡੇ ਫੈਸਲੇ ਹੋਣਗੇ। 5-6 ਹਜ਼ਾਰ ਬੰਦਾ ਪੱਕਾ ਕਰਨਾ, ਪਰ ਉਹ ਸ਼ਹਿਰਾਂ ਦਾ ਹੈ, ਕੋਈ ਸੀਵਰਮੈਨ ਨੇ, ਸਫਾਈ ਕਰਮਚਾਰੀ ਹੈ, ਕਿ ਉਹਨਾਂ ਨੂੰ ਆਪਾਂ ਪੱਕਾ ਕਰ ਦੇਣੇ। ਬਹੁਤ ਚੰਗਾ, ਉਹਨਾਂ ਨੂੰ ਵਧਾਈਆਂ ਕਿ ਭਾਈ ਤੁਹਾਡੀ ਨੌਕਰੀ ਪੱਕੀ ਹੋ ਚੱਲੀ ਹੈ। ਨੋਟੀਫਿਕੇਸ਼ਨ ਛੇਤੀ ਜਾਰੀ ਹੋਵੇ, ਅਸੀਂ ਇਸ ਗੱਲ ਦੀ ਆਸ ਤੇ ਉਮੀਦ ਕਰਦੇ ਹਾਂ। ਇਹਦੇ ਤੋਂ ਇਲਾਵਾ ਜਿਹੜਾ ਗੁਲਾਬੀ ਸੁੰਡੀ ਵਾਲਾ ਮੁਆਵਜ਼ਾ ਵਧਿਆ ਸੀ, ਉਹ ਵੀ ਕਹਿੰਦੇ 12,000 ਤੋਂ ਵਧਾ ਕੇ ਅਸੀਂ 17,000 ਕਰ ਦੇਣਾ। ਠੀਕ ਹੈ, ਉਹ ਵੀ ਚੰਗਾ ਹੋਇਆ। ਤੀਜਾ ਇੱਕ ਹੋਰ ਫੈਸਲਾ ਕਰ ਦਿੱਤਾ ਗਿਆ, ਚੌਥਾ ਵੀ ਫੈਸਲਾ ਕਰ ਦਿੱਤਾ ਗਿਆ। ਪਰ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਸੰਧਾਲੀਆ ਸਾਹਿਬ ਹੋਣ ਵਾਲੇ ਸੀ, ਲੋਕਾਂ ਨੂੰ ਆਸਾਂ ਉਮੀਦਾਂ ਸੀ, ਕੋਈ ਕਿਤੇ ਧਰਨੇ ਲਾ ਕੇ ਬੈਠਾ, ਕਿਤੇ ਧਰਨੇ ਲਾ ਕੇ ਬੈਠਾ, ਉਹ ਫੇਰ ਧਰੀਆਂ ਧਰਾਈਆਂ ਨੇ। ਆਹ ਨਹੀਂ ਦੇਖੋ ਕਰਨੇ, ਉਹ ਕਹਿੰਦੇ ਵੀ ਹੌਲੀ ਹੌਲੀ ਕਰਾਂਗੇ ਨਾ, ਸਾਰਾ ਕੁਝ ਇੱਕਦਮ ਕਰ ਦਿੱਤਾ, ਲੋਕ ਵੀ ਕਿਤੇ ਹੌਕਾ ਨਾ ਲੈ ਜਾਣ। ਜਿੱਦਾਂ ਨਾ ਵੀ ਉਹ ਕਹਿੰਦਾ ਯਾਰ ਉਹਦੇ ਨਾਲ ਵੀ ਮਤਲਬ ਆਪਣੇ ਨੂੰ ਤਾਂ ਠੀਕ ਕੀਤਾ, ਪਰ ਥੋੜ੍ਹੀ ਨਾ ਕਹਿੰਦੇ ਵੀ ਉਹ ਟੂਪ ਮਾੜੀ ਪਟਾਕਾ ਹੀ ਪੈ ਗਿਆ। ਇਹ ਕਹਿੰਦੇ ਥੋੜ੍ਹੀ ਜਿਹੀ ਹਵਾ ਭਰਨੀ ਹੈ ਕਰਕੇ, ਨਾਲ ਹੀ ਉਹ ਚੈੱਕ ਕਰਨਾ ਵੀ ਆਵਾਜ਼ ਠੀਕ ਹੈ, ਓਕੇ ਪ੍ਰੈਸ਼ਰ ਠੀਕ, ਥੋੜ੍ਹੀ ਜਿਹੀ ਹੋਪ ਕਰਕੇ ਪਰ ਇੱਦਾਂ ਹੌਲੀ ਹੌਲੀ ਕੰਮ ਚੱਲ ਜਾਣਾ। ਪਰ ਨਹੀਂ, ਇਹ ਸਾਰੇ ਕੁਛ 'ਚ ਇੱਕ ਚੀਜ਼ ਆਪਾਂ ਕਰਨੀ ਨਾ ਭੁੱਲ ਜਾਈਏ, ਕਿਉਂਕਿ ਬਹੁਤ ਵੱਡੀ ਖਬਰ ਆਈ ਇੱਕ। ਆਜੋ, ਮਾਸਟਰ ਬਲਦੀਪ ਸਿੰਘ ਜੇਤੂ ਅਸਤੀਫਾ ਦੇ ਗਏ। ਉਹ ਆਮ ਆਦਮੀ ਪਾਰਟੀ ਤੋਂ 2 ਨਾਂ ਲਿਖੇ ਨੇ, ਕਹਿੰਦੇ ਸ਼੍ਰੀਮਾਨ ਕੇਜਰੀਵਾਲ ਜੀ, ਸ਼੍ਰੀਮਾਨ ਭਗਵੰਤ ਮਾਨ ਜੀ, ਮੈਂ ਆਪਣੇ ਕੁਛ ਨਿੱਜੀ ਕਾਰਨਾਂ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ, ਮੈਨੂੰ ਫਾਰਗ ਕਰੋ। ਪਰ ਵੈਸੇ ਮੈਂ ਕੁਦਰਤੀ ਸੋਚਦਾ ਸੀ ਵੀ ਯਾਰ ਆਪਣਾ ਪੰਜਾਬ ਪਾਰਟੀ ਤੋਂ ਬਾਅਦ ਇੱਕ ਪੰਜਾਬ ਏਕਤਾ ਪਾਰਟੀ ਬਣੀ ਸੀ ਨਾ, ਉਹ ਵੀ ਆਮ ਆਦਮੀ ਪਾਰਟੀ ਨਾਲ ਖਹਿਰਾ ਸਾਹਿਬ ਵਾਲੀ, ਉਹ ਪੰਜਾਬ ਏਕਤਾ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਹੜਾ ਸਿੱਧਾ ਹੀ ਆਮ ਆਦਮੀ ਪਾਰਟੀ ਦੇਣਾ ਪਈ। ਨਹੀਂ, ਉਹਨਾਂ ਨੇ ਸਫ਼ਰ ਬਹੁਤ ਛੇਤੀ, 5.25 ਸਾਲ 5.5 ਸਾਲ ਉਹਨਾਂ ਨੂੰ ਲੱਗੇ ਸਾਰੇ। ਤੁਸੀਂ ਦੇਖੋ ਕਿ ਉਹਦੇ ਵਿੱਚ ਪਹਿਲਾਂ ਵਿਧਾਨ ਸਭਾ ਦੀ ਚੋਣ ਲੜੀ, ਜਿੱਤ ਗਏ ਆਮ ਆਦਮੀ ਪਾਰਟੀ ਵੱਲੋਂ। ਫਿਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਪਾਰਟੀ ਸ਼ਾਮਲ ਹੋ ਗਈ, ਫਿਰ ਲੋਕ ਸਭਾ ਦੀ ਚੋਣ ਲੜੀ, ਫਿਰ ਉਹਨਾਂ ਦੇਖਿਆ ਗੱਲ ਨਹੀਂ ਬਣਦੀ। ਉਹ ਉਮੀਦਵਾਰ ਸੀ ਪੰਜਾਬ ਏਕਤਾ ਪਾਰਟੀ ਦੇ, ਉਹ ਉਮੀਦਵਾਰ ਸੀ, ਫਿਰ ਸ਼ਾਮਲ ਹੋ ਗਿਆ ਸੀ ਦੁਬਾਰਾ। ਉਹ ਕਹਿੰਦੇ ਸੀ ਭਾਈ ਮੈਂ ਚੱਲਿਆ, ਉੱਥੇ ਮਾਨ ਸਾਹਿਬ ਨਾਲ ਸੀ, ਸ਼ਾਮਲ ਕਰ ਲਿਆ ਸੀ ਉਹ। ਕਿਉਂਕਿ ਹੁਣ ਫਲੈਕਸੀਬਿਲਿਟੀ ਹੈ ਨਾ ਜਿਹੜੀ, ਉਹ ਬੜੀ ਵੱਡੀ ਚੀਜ਼ ਹੁੰਦੀ ਹੈ। ਤੁਸੀਂ ਪਰ ਜੇ ਇੰਨਾ ਕੁਛ ਹੋਇਆ ਸੀ ਤੇ ਮਤਲਬ ਉਹ ਆਪਣੀ ਪਾਰਟੀ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਵੀ ਮਿਲ ਲੈਂਦੇ, ਸਪੀਕਰ ਸਾਹਿਬ ਨੂੰ ਵੀ ਮਹਾਰਾਜ ਹੁਣ ਰਹਿਮ ਰੱਖਿਓ। ਕਿਉਂਕਿ ਪਿਛਲੇ ਦਿਨ ਜਿਹੜੀ ਚਿੱਠੀ ਆਈ ਸੀ ਜਿਹਦੇ 'ਚ ਉਹਨਾਂ ਨੇ ਕਲੀਅਰ ਕੱਟ ਕਹਿ ਦਿੱਤਾ ਸੀ ਵੀ ਪਾਰਟੀ ਦਲ ਬਦਲੀ ਦੇ ਕਾਨੂੰਨ ਦੇ ਤਹਿਤ ਇਹਨਾਂ ਦੀ ਮੈਂਬਰੀ ਰੱਦ, ਯਾਨੀ ਕਿ ਹੁਣ ਜੇ ਮੈਂ ਗਲਤ ਨਹੀਂ ਹਾਂ ਤੇ ਕਾਗਜ਼ੀ ਪੱਤਰੀ ਉਹ MLA ਵੀ ਹੈ ਨਹੀਂ ਜੀ, ਹੁਣ ਉਹ ਸਿਆਸਤ 'ਚ ਵੀ ਹੈ ਨਹੀਂ। ਉਹੀ ਮੈਂ ਕਹਿ ਰਿਹਾ ਵੀ ਇੰਨਾ ਕੁਝ ਹੋ ਗਿਆ। ਦੱਸੋ, ਦੇਖੋ ਹੁਣ ਉਹ ਕਿਹੜੀ ਪਾਰਟੀ ਜਾਂਦੇ ਆ ਜਾਂ ਕਿਤੇ ਵੀ ਨਹੀਂ ਜਾਂਦੇ, ਉਹ ਜਾ ਸਕਦੇ ਨੇ ਕਿਉਂਕਿ ਰੋਕ ਲੱਗ ਗਈ ਨਾ ਉਹਨਾਂ ਤੇ। ਨਹੀਂ, ਰੋਕ ਤਾਂ ਚੋਣ ਲੜਨ ਤੇ ਲੱਗੀ, ਉਹ ਪਾਰਟੀ ਜਾਣ ਤੇ ਨਹੀਂ ਲੱਗੀ ਹੈ। ਉਹੀ ਗੱਲ, ਪਾਰਟੀ ਜਾ ਕੀ ਕਰਨ, ਦੱਸੋ ਸੇਵਾ ਵੀ ਕਰਨੀ ਹੁੰਦੀ ਹੈ ਨਾ ਕਦੀ। ਅੱਛਾ, ਹਾਂਜੀ, ਸੇਵਾ ਕਰਦੇ ਆ, ਸੇਵਾ ਵੀ ਕਰਦੇ ਆ। ਦੇਖੋ ਕਿੰਨੀਆਂ ਪਾਰਟੀਆਂ ਚ ਬਹੁਤ ਗੋਡੇ ਆ, ਜਾਂ ਤਾਂ ਬੜਾ ਰਾਈਟ ਹੈ ਗੱਲ ਇਹ। ਤੀਸਰੀ ਪਾਰਟੀ ਵੀ ਹੁਣ ਅਸਤੀਫਾ ਦੇ ਗਏ ਤੇ ਕਿਤੇ ਵੀ ਸੇਵਾ ਕੀਤੀ ਜਾ ਸਕਦੀ ਹੈ। ਤੇ ਨਾਲ ਇੱਕ ਗੱਲ ਹੋਰ ਜਿਹੜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਧਮਾਕਾ ਜਿਹਾ ਕਰੂਗੀ, ਲੋਕ ਆਸਾਂ ਤੇ ਉਮੀਦਾਂ ਕਰਦੇ ਸੀ ਕਿ ਸਪੈਸ਼ਲ ਟਾਸਕ ਫੋਰਸ ਦੀ ਨਸ਼ਿਆਂ ਵਾਲੀ ਰਿਪੋਰਟ ਕਿ ਜੇ ਤਾਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਜਨਤਕ ਹੋ ਗਈ, ਕੋਈ ਕਾਰਵਾਈ ਹੋ ਗਈ, ਨਿਆਣੇ ਤਾਂ ਨਹੀਂ ਲੋਕਾਂ ਦੇ ਮੁੜਨੇ। ਉਹਨਾਂ ਨੂੰ ਇੰਨਾ ਪਤਾ ਲੱਗ ਜੂ ਕਿ ਕੌਣ ਕਰਾਉਂਦਾ ਸੀ ਵੱਡੀ ਪੱਧਰ ਦੇ ਉੱਤੇ ਤਸਕਰੀ। ਸਾਨੂੰ ਨਹੀਂ ਪਤਾ, ਸਿਆਸਤਦਾਨ ਇੱਕ ਦੂਜੇ ਦੀ ਮਿੱਝ ਕੱਢਣ ਨੂੰ ਫਿਰਦੇ ਆ। ਸਿੱਧੂ ਸਾਹਿਬ ਕਹਿੰਦੇ ਸੀ ਮੈਂ ਮਰਨ ਵਰਤ ਤੇ ਬਹਿ ਜਾਣਾ, ਮੈਂ ਪ੍ਰਧਾਨਗੀ ਨੂੰ ਲੱਤ ਨਹੀਂ ਮਾਰਦਾ ਜੇ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਾਨੂੰ ਇਨਸਾਫ ਨਾ ਮਿਲਿਆ। ਸਰਕਾਰ ਵਾਲੇ ਬੰਦੇ ਕਹੀ ਜਾਂਦੇ ਸੀ ਜੀ ਅਜੇ ਹਾਈ ਕੋਰਟ ਨੇ ਸਾਨੂੰ ਹੁਕਮ ਨਹੀਂ ਦਿੱਤਾ। ਐਡਵੋਕੇਟ ਜਨਰਲ ਨਵੇਂ ਬਣੇ ਪਟਵਾਲੀਆ ਸਾਹਿਬ, ਉਹ ਕਹਿੰਦੇ ਜੀ ਰੋਕਿਆ ਹੀ ਕੋਈ ਨਹੀਂ, ਕਾਰਵਾਈ ਕਰੋ। ਹਾਈ ਕੋਰਟ ਨੇ ਵੀ ਕਿਹਾ ਕਦ ਰੋਕਿਆ ਵੀ, 2.5-3 ਸਾਲ 3.5 ਸਾਲ ਹੋ ਗਿਆ, ਤੁਸੀਂ ਕਾਰਵਾਈ ਕਰੋ। ਹੁਣ ਬੀਤੇ ਕੱਲ ਉਸ ਮੁੱਦੇ ਦੇ ਉੱਤੇ ਸੁਣਵਾਈ ਸੀ, ਹਾਲਾਂਕਿ ਕਿਸਾਨ ਮੋਰਚੇ 'ਚੋਂ ਖਬਰ ਦੱਬੀ ਰਹਿ ਗਈ, ਸੁਣਵਾਈ ਨਹੀਂ ਹੋਈ ਤੇ 11 ਜਨਵਰੀ ਦੀ ਤਰੀਕ ਪੈ ਗਈ। ਤੇ ਜੇ ਕੋਈ ਬਹੁਤੀ ਵੱਡੀ ਘਟਨਾ ਨਾ ਵਾਪਰੇ ਤਾਂ ਜਦੋਂ ਅਗਲੀ ਵਾਰੀ ਸੁਣਵਾਈ ਹੋਣੀ ਹੈ ਉਦੋਂ ਤੱਕ ਕੋਡ ਆਫ ਕੰਡਕਟ ਲੱਗ ਜਾਣਾ, ਲਗਭਗ ਜਾਣੀ ਆਸਾਰ ਪੂਰੇ ਨੇ। ਉਸ ਸਥਿਤੀ 'ਚ ਸੰਧਾਲੀਆ ਸਾਹਿਬ ਫਿਰ ਕੋਈ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ। ਹੁਣ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ ਕਿ ਕਾਰਵਾਈ ਕਰਨ ਤੋਂ ਤੁਹਾਨੂੰ ਰੋਕਿਆ ਨਹੀਂ, ਹਾਈ ਕੋਰਟ ਖੁਦ ਕਹਿ ਚੁੱਕੀ ਹੈ, ਜਾਂ ਤਾਂ ਹੁਣ ਤੁਸੀਂ ਕੋਈ ਕਾਰਵਾਈ ਕਰੋਗੇ, ਨਹੀਂ ਤਾਂ ਪ੍ਰਧਾਨ ਸਾਹਿਬ ਦਾ ਕੋਈ ਪਤਾ ਨਹੀਂ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਕੀ ਲਿਖ ਦੇਣਾ ਤਾਂ ਕੀ ਕਰ ਦੇਣਾ। ਸਿੱਧੂ ਸਾਹਿਬ ਦੀ ਗੱਲ ਕਰਦਾ, ਜਾਂ ਹੋ ਸਕਦਾ ਉਹ ਹਾਈ ਕੋਰਟ ਦੇ ਵਿੱਚ ਇੱਕ ਬੇਨਤੀ ਪੱਤਰ ਲਾ ਦੇਣ ਜੀ ਛੇਤੀ ਸੁਣਵਾਈ ਕਰੋ। ਪਰ ਮੈਨੂੰ ਇਹ ਲੱਗਦਾ ਕਿ ਰਿਪੋਰਟ ਖੁੱਲਣ ਤੋਂ ਵੀ ਜ਼ਿਆਦਾ ਤਾਂ ਕਾਰਵਾਈ ਦੀ ਗੱਲ ਹੈ। ਰਿਪੋਰਟ ਖੁੱਲਣ ਦਾ ਮਤਲਬ ਤਾਂ ਸੰਤੁਸ਼ਟੀ ਹੈ, ਕਿਸੇ ਦੀ ਬਦਨਾਮੀ ਹੋ ਜੂ, ਕਿਸੇ ਦੀ ਗੱਲ ਸੱਚੀ ਹੋ ਜੂ, ਕਿਸੇ ਦੀ ਝੂਠੀ ਹੋ ਜੂ, ਇਹੀ ਹੈ ਨਾ।
ਸਰਕਾਰ ਦਾ ਕੰਮ ਹੈ ਕਾਰਵਾਈ ਕਰਨਾ। ਜੇ ਕੋਈ ਬੰਦਾ ਦੋਸ਼ੀ ਹੈ ਤਾਂ ਚੱਕ ਕੇ ਅੰਦਰ ਦੋ, ਹੋਰ ਇਨਕੁਆਇਰੀ ਕਰਨ ਵਾਲੀ ਹੈ ਤਾਂ ਕਰੋ। ਉਹਦੇ ਲਈ ਤਾਂ ਕਿਸੇ ਨੇ ਰੋਕਿਆ ਹੀ ਨਹੀਂ, ਤਰੀਕ ਛੇਤੀ ਪਵੇ ਜਾਂ ਨਾ ਪਵੇ। ਮੈਨੂੰ ਲੱਗਦਾ ਕਿ ਚੰਨੀ ਸਾਹਿਬ ਦੀ ਸਰਕਾਰ ਜੇ ਘਰ ਘਰ ਗੱਲ ਚਲਾਉਣੀ ਹੈ, ਇਸ ਮੁੱਦੇ ਤੇ ਐਕਸ਼ਨ ਲੈਣਾ ਪਊਗਾ। ਨਹੀਂ, ਐਕਸ਼ਨ ਲਵੇ। ਦੇਖੋ, ਦੋ ਹੀ ਮੁੱਦੇ ਸੀ ਕੁੱਲ ਮਿਲਾ ਕੇ। ਇੱਕ ਤਾਂ ਇਹ ਜਿਹੜਾ 4 ਹਫ਼ਤਿਆਂ 'ਚ ਨਸ਼ੇ ਵਾਲੀ ਗੱਲ ਸੀਗੀ, ਉਹ 2018 ਤੋਂ ਕੰਮ ਲਟਕਦਾ ਆਉਂਦਾ, ਨਹੀਂ ਕਿਸੇ ਪਾਸੇ ਲੱਗਾ ਜੀ। 2015 'ਚ ਹੋਈ ਬੇਅਦਬੀ ਦਾ ਇਨਸਾਫ ਦੇਣਾ ਸੀ, 17 ਤੋਂ ਲੈ ਕੇ ਹੁਣ 21 ਵੀ ਖਤਮ ਹੋ ਚੱਲਿਆ, ਉੱਤੇ ਵੀ ਕੋਈ ਗੱਲ ਨਹੀਂ। ਪਰ ਹੁਣ ਜਿਹੜੀ ਲੇਟੈਸਟ ਗੱਲ ਸੀ, ਜਦੋਂ ਉਹ ਟੀਮ ਗਈ ਸੀ ਡੇਰੇ ਸਿਰਸੇ, ਵੀ ਆਪਾਂ ਉੱਥੇ ਜਾ ਕੇ ਜੀ ਉਹ ਵਿਪਾਸਨਾ ਇੰਸਾਂ ਤੇ ਡਾਕਟਰ ਨੈਣ ਤੋਂ ਪੁੱਛ ਪੜਤਾਲ ਕਰਨੀ ਹੈ ਵੀ ਭਾਈ ਤੁਸੀਂ ਦੱਸੋ। ਉਦਣ ਕਹਿੰਦੇ ਵੀ ਉਹ ਮੈਡੀਕਲ ਛੁੱਟੀ ਲੈ ਗਏ, ਉਦਣ ਮਿਲੇ ਨਹੀਂ। ਅਚਾਨਕ ਹੁਣ ਇੱਧਰੋਂ ਇਹ ਵੀ ਪਤਾ ਲੱਗਾ ਵੀ 16 ਦਸੰਬਰ ਤੱਕ ਉਹਨਾਂ ਨੇ ਹਾਈ ਕੋਰਟ ਤੋਂ ਇਹ ਵੀ ਅਖਵਾ ਲਿਆ ਵੀ ਭਾਈ ਸਾਹਿਬ ਇਸ ਬੰਦੇ ਕੋਲੋਂ ਨਾ ਤਾਂ ਤੁਸੀਂ ਫੜੋ ਫੜਾਈ ਕਰਨੀ ਹੈ, ਨਾ ਇਕੱਲੇ ਕਿਤੇ ਪੁੱਛ ਪੜਤਾਲ ਹੀ ਕਰਨੀ ਹੈ, ਕਰਨੀ ਤਾਂ ਉੱਥੇ ਬਹਾ ਕੇ ਸਾਹਮਣੇ ਕਰ ਲਿਓ, ਨਾਲ ਪੁਲਿਸ ਉੱਥੋਂ ਦੀ ਲੋਕਲ ਜ਼ਰੂਰ ਹੋਵੇ। ਹੁਣ ਇਸ ਹਿਸਾਬ ਨਾਲ ਜਦੋਂ ਦੀਆਂ ਇੱਕ ਤਰ੍ਹਾਂ ਦੇ ਹੈ ਤੇ ਬੇਲ ਟਾਈਪ ਬਲੈਂਕਟ ਬੇਲ ਦਾ ਇੱਕ ਨਾਂ ਜਿਹਨੇ ਪਿਛਲੇ ਦਿਨ ਹੀ ਚੱਲਿਆ ਜੀ, ਵੀ ਕੁੱਲ ਮਿਲਾ ਕੇ ਸੇਫਟੀ ਜੀ ਦੇ ਵਿੱਚ ਤੁਸੀਂ ਪੁੱਛ ਪੜਤਾਲ ਕਰ ਲੈਣੀ ਆ। ਇਹੋ ਜਿਹੇ ਮਾਹੌਲ 'ਚ ਉਹ SIT ਵੀ ਉਹਨਾਂ ਕੋਲੋਂ ਕੀ ਪੁੱਛ ਪੜਤਾਲ ਕਰ ਲੂ ਜਾਂ ਕੀ ਬਰਾਮਦ ਕਰ ਲੂਗੀ, ਵੀ ਹੈਰਾਨੀ ਵਾਲੀ ਗੱਲ ਹੈ। ਦੇਖੋ ਸੰਧਾਲੀਆ ਸਾਹਿਬ, ਜੇ ਤੱਕ ਕੋਈ ਸਬੂਤ ਹੈਗੇ ਆ, ਕਾਗਜ਼ ਪੱਤਰ ਉੱਥੋਂ ਲਿਆਏ ਆ, ਉਹਨਾਂ ਡਾਕੂਮੈਂਟਾਂ 'ਚ ਕੁਛ ਨਿਕਲਦਾ ਇੰਨੇ ਸਾਲ ਬਾਅਦ, ਫਿਰ ਹੋ ਸਕਦਾ ਕਿ ਕੁਛ ਪੱਲੇ ਪਵੇ ਵੀ। ਪਰ ਜਿਹੜੀ ਉਹਨਾਂ ਨੇ ਜਾ ਕੇ, ਕਿਉਂਕਿ ਇਹ ਪਹਿਲਾਂ ਗਿਆ ਸੀ ਡੇਰਾ ਮੁਖੀ ਕੋ ਸੁਨਾਰੀਆ ਜੇਲ੍ਹ, ਉਹਨੇ ਮੈਨੂੰ ਤਾਂ ਨਹੀਂ ਕੁਝ ਪਤਾ, ਪ੍ਰਬੰਧਕਾਂ ਨੂੰ ਪੁੱਛੋ, ਮੈਂ ਤਾਂ ਪ੍ਰਵਚਨ ਕਰਦਾ ਸੀ, ਮੈਂ ਤਾਂ ਫਿਲਮਾਂ ਵਾਲਾ ਕੰਮ ਸੀ ਆਪਣਾ, ਆਪਾਂ ਨੂੰ ਨਹੀਂ ਪਤਾ ਕਿ ਡਾਕੂਮੈਂਟਾਂ ਦੇ ਵਿੱਚ ਕੀ ਆ। ਤੁਸੀਂ ਉੱਥੋਂ ਪੁੱਛੋ ਜਾ ਕੇ, ਉਹ ਡੇਰਾ ਖੁੱਲ੍ਹਾ ਹੀ ਹੁੰਦਾ, ਦੇਖਿਆ ਹੀ ਨਹੀਂ ਤਾਂ ਐਡਰੈਸ ਦਿਆਂ। ਇਹ ਆਏ, ਇਹਨਾਂ ਨੇ ਆਣ ਕੇ ਅਦਾਲਤ ਨੂੰ ਦੱਸਿਆ ਜੀ ਆਹ ਸਵਾਲ ਕੀਤੇ ਸੀ ਸਾਨੂੰ, ਹੁਣ ਆਹ 2 ਬੰਦੇ PR ਨੈਣ ਡਾਕਟਰ ਸਾਹਿਬ ਜਿਹੜੇ ਵਾਈਸ ਚੇਅਰਪਰਸਨ ਨੇ, VB ਵਿਪਾਸਨਾ ਇੰਸਾ ਚੇਅਰਪਰਸਨ ਹੈ, ਉਹਨਾਂ ਦੋਨਾਂ ਤੋਂ ਪੁੱਛੇ 3 ਵਾਰੀ 4 ਵਾਰੀ 5 ਵਾਰੀ ਸੱਦੇ, ਉਹ ਕਹਿੰਦੇ ਅਸੀਂ ਆਉਂਦੇ ਆ ਇੱਥੇ ਇੱਦਾਂ ਕਿੱਦਾਂ। ਤੇ ਜਿੱਦਣ ਉੱਥੇ ਗਏ ਅਗਲੇ ਵਕੀਲ ਬਿਠਾਏ ਸੀ ਮੁਰੇ, ਆਪ ਹੈ ਨਹੀਂ ਸੀ। ਇਹ ਅਜੇ ਪੰਜਾਬ ਨਹੀਂ ਸੀ ਪਹੁੰਚੇ ਤਾਂ PR ਨੈਣ ਹੋਰੀ ਕਹਿੰਦੇ ਡੇਰਾ ਸਿਰਸਾ ਦੇ ਵਾਈਸ ਚੇਅਰਪਰਸਨ, ਉਹ ਅਦਾਲਤ ਗਿਆ, ਕਹਿੰਦੇ ਜੀ ਮੈਂ ਬਜ਼ੁਰਗ ਬੰਦਾ, 71 ਸਾਲ ਉਮਰ ਹੈ, ਆਹ ਕੀ ਗੱਲ ਹੈ ਬਿਨਾਂ ਨੋਟਿਸ ਦਿੱਤੇ ਆ ਗਏ। ਇੱਦਾਂ ਥੋੜ੍ਹੀ ਹੈ, ਬਿਮਾਰੀ ਠਮਾਰੀ 20 ਚੀਜ਼ਾਂ ਆਉਂਦੀਆਂ, ਗੋਡੇ ਦੁਖਦੇ ਹੁੰਦੇ ਆ, ਵੈਸੇ ਤਾਂ ਬਹੁਤ ਕੁਛ ਡੇਰੇ ਵਾਲਿਆਂ ਨੇ ਪ੍ਰੋਡਕਟ ਕਈ ਚਲਾਏ ਸੀ ਪਿਛਲੇ ਸਮੇਂ ਦੇ ਵਿੱਚ, ਉੱਧਰਲੇ ਪਾਸੇ ਨੂੰ ਦੇਖ ਲੈਣਾ ਚਾਹੀਦਾ ਸੀ। ਤੇ ਅਦਾਲਤ ਕਹਿੰਦੀ ਠੀਕ ਹੈ ਭਾਈ, ਨੋਟਿਸ ਦਿਓ, ਵਕੀਲ ਕੋਲ ਬੈਠਣਗੇ, ਪੁਲਿਸ ਕੋਲ ਬੈਠੂਗੀ, ਤੁਸੀਂ ਪੁੱਛਗਿੱਛ ਕਰਨੀ ਆ ਤਾਂ ਮਾੜਾ ਜਿਹਾ ਪਹਿਲਾਂ ਦੱਸ ਕੇ ਆਇਓ। ਕੋਡ ਆਫ ਕੰਡਕਟ ਜੇ ਇਸ ਮਸਲੇ ਤੇ ਵੀ ਲੱਗ ਗਿਆ, ਨਸ਼ੇ ਵਾਲੇ ਮਸਲੇ ਤੇ ਵੀ ਲੱਗ ਗਿਆ, ਫਿਰ ਕਿਤੇ ਨਾ ਕਿਤੇ ਜਦੋਂ ਪਿੰਡਾਂ ਜਾਣਾ ਲੋਕਾਂ ਨੂੰ ਜਵਾਬ ਦੇਣੇ ਔਖੇ ਹੋ ਜਾਣਗੇ, ਕਿਉਂਕਿ ਇਹਨਾਂ ਦੋਨਾਂ ਮਸਲਿਆਂ ਦੇ ਉੱਤੇ ਹੀ ਤਾਂ ਪਿਛਲਾ ਬੰਦਾ ਗੱਦੀਓਂ ਲਾਇਆ ਸੀ, ਜਿਹੜੇ ਕਹਿੰਦੇ ਗੱਠਜੋੜ ਕਰਕੇ ਸਰਕਾਰ ਆਪਾਂ ਬਣਾਉਣੀ ਹੈ। ਉਹੀ ਤੇ ਚੱਕਰ ਆ। ਮਤਲਬ ਇਹ ਪੇਜ 17 ਦਾ ਐਜ਼ ਇਟ ਇਜ਼ ਇਨ ਬਿਨ 21 ਮੁੱਕਣ ਤੱਕ ਉੱਥੇ ਦਾ ਉੱਥੇ ਆ ਜੀ। ਇੱਕ ਹੁੰਦਾ ਨਾ ਮਤਲਬ ਉਹ ਖੋਲ੍ਹਣਾ ਹੀ ਆਪਾਂ ਇਹਨੂੰ, ਉਹ ਹੁਣ ਇਹ ਆ ਵੀ ਉਹ ਜਿਹੜਾ ਪੇਜ ਆ ਉਹ ਬਾਹਰੋਂ ਮਤਲਬ ਜਿਹੜਾ ਕਾਬਲ ਆ ਉਹ ਝੰਡ ਹੋ ਗਿਆ, ਪਰ ਇਹਨਾਂ ਕੋਲੋਂ ਨਾ ਕੋਈ ਪਾਨਾ, ਨਾ ਕੋਈ ਚਾਬੀ, ਨਾ ਚੂੜੀ, ਨਾ ਰੈਂਚ, ਕੁਛ ਨਹੀਂ ਲੱਭਿਆ। ਪਰ ਦੂਜੀ ਗੱਲ ਇਹ ਆ ਵੀ ਜਿਹੜਾ ਰੇਤੇ ਵਾਲਾ ਮਸਲਾ ਸੀ ਨਾ, ਮੈਨੂੰ ਲੱਗਦਾ ਵੀ ਉਹਦਾ ਹੱਲ ਚੰਨੀ ਸਾਹਿਬ ਨੇ ਕਰ ਦੇਣਾ। ਕਿਵੇਂ? ਕਿਉਂਕਿ ਹੁਣ ਕਹਿੰਦੇ ਆ ਵੀ ਉਹਨਾਂ ਨੇ ਅਫਸਰਾਂ ਨੂੰ ਕਿਹਾ ਵੀ 25,000 ਦਾ ਇਨਾਮ ਦੇਣਾ ਆਪਾਂ, ਜਿਹੜੇ ਬੰਦੇ ਨੇ ਆਪਾਂ ਨੂੰ ਕੋਈ ਵੀਡੀਓ ਬਣਾ ਕੇ ਭੇਜੀ ਜਾਂ ਸਬੂਤ ਪ੍ਰੂਫ ਦਿੱਤਾ ਵੀ ਇੱਥੇ ਨਜਾਇਜ਼ ਰੇਤਾ ਦਾ ਕੰਮ ਹੁੰਦਾ ਜੀ। ਹੁਣ ਦੇਖੋ, ਉਹ ਕਹਿੰਦੇ ਵੀ 5.5 ਰੁਪਏ ਰੇਟ ਆ, ਬਾਕੀ ਤੁਸੀਂ ਆਪਣੀ ਦੂਰੀ ਦੇ ਹਿਸਾਬ ਨਾਲ ਉਹਦਾ ਰੇਟ ਮਿਸ ਦਿਓ ਵੀ 5.5 ਦੀ ਇੱਥੋਂ ਚੁੱਕੀ, ਇੱਥੋਂ ਲੈ ਕੇ ਇੰਨੇ ਕਿਲੋਮੀਟਰ ਤੱਕ ਸੁੱਟੀ ਤੇ ਇੰਨੇ ਨੂੰ, ਇੰਨੇ ਕਿਲੋਮੀਟਰ ਤੱਕ ਸੁੱਟੀ ਤੇ ਇੰਨੇ ਨੂੰ, ਤਾਂ ਜੋ ਲੋਕਾਂ ਨੂੰ ਕਲੀਅਰ ਕੱਟ ਪਤਾ ਹੋਵੇ ਵੀ ਜੇ ਇਸ ਥਾਂ ਤੋਂ ਸਾਡੇ ਘਰ ਤੱਕ ਰੇਟ ਆਉਣੀ ਆ ਤੇ ਇੰਨੇ ਰੁਪਏ ਸਾਨੂੰ ਮਿਲਣੀ ਆ। ਉਹਦੇ ਬਾਵਜੂਦ ਜੇ ਕੋਈ ਪੁੱਠਾ ਦਾ ਕੰਮ ਕਰਦਾ ਤੇ ਤੁਸੀਂ ਵੀਡੀਓ ਭੇਜੋ, 25,000 ਨਾਮ ਪਾਓ। ਨਹੀਂ, ਬਹੁਤ ਚੰਗੀ ਗੱਲ ਹੈ ਸੰਧਾਲੀਆ ਸਾਹਿਬ। ਨਾਮ ਥੋੜ੍ਹਾ ਜਿਹਾ ਮੈਨੂੰ ਘੱਟ ਲੱਗਦਾ, ਕਿਉਂਕਿ ਬਾਦਲ ਸਾਹਿਬ ਨੇ ਕਈ ਸਾਲ ਪਹਿਲਾਂ ਸਰਕਾਰ ਚਲਾਉਣ ਲੱਗਿਆਂ ਮੈਨੂੰ ਲੱਗਦਾ ਇੰਨਾ ਕੁ ਨਾਮ ਇੱਕ ਵਾਰੀ ਰੱਖਿਆ ਸੀ, ਜੇ ਕੋਈ ਰਿਸ਼ਵਤਖੋਰ ਨੂੰ ਫੜਾਊਗਾ ਤੇ ਉਹਨੂੰ ਇੰਨਾ ਨਾਮ ਤੇ ਨਾ ਪਤਾ ਗੁਪਤ। ਹੁਣ ਇਹ ਤਾਂ ਲੋਕਾਂ ਦਾ ਯਕੀਨ ਕਿੰਨਾ ਕੁ ਸਰਕਾਰ 'ਚ ਹੈਗਾ, ਇਹ ਤਾਂ ਉਹਦੇ ਮੁਤਾਬਕ ਕੰਮ ਚੱਲੂਗਾ ਨਾ, ਕਿ ਕੋਈ ਬੰਦਾ ਉੱਥੇ 25,000 ਰੁਪਏ ਦਾ ਨਾਮ ਲੈਣ ਦੇ ਲਈ ਟਰਾਲੀ ਫੜਾ ਦੇਵੇ ਤੇ ਮੁੜ ਕੇ ਲੱਤ ਦੇ ਉੱਤੇ 50,000 ਲੱਗ ਜਾਵੇ। ਵੈਸੇ ਗੱਲ ਹੀ ਕਰਦਾ, ਲੱਖ ਵੀ ਲੱਗ ਸਕਦਾ, ਲੱਖ ਵੀ ਲੱਗ ਸਕਦਾ ਹੈ ਨਾ, ਪਤਾ ਵੀਰ ਜੀ। ਹਾਂ, ਲੱਤ ਵੀ ਲੱਗ ਸਕਦੀ ਹੈ ਕਿਉਂਕਿ ਹੁੰਦਾ ਰਿਹਾ ਪੰਜਾਬ 'ਚ ਕੰਮ। ਜੇ ਸ਼ਿਕਾਇਤ ਕੋਈ ਨਾ ਆਈ, ਇਹਦਾ ਮਤਲਬ ਹੈ ਕਿ ਯਕੀਨ ਨਹੀਂ ਬਹਾਲ ਹੋਇਆ। ਜੇ ਨਾ ਆਈ, ਜੇ ਆ ਜਾਂਦੀਆਂ ਤਾਂ ਬਹੁਤ ਚੰਗੀਆਂ। ਵੈਸੇ ਵੀ ਜਦ ਆਪਾਂ ਨੂੰ ਕਲੀਅਰ ਪਤਾ ਹੈ ਕਿ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਨਹੀਂ, ਮਾਫੀਆ ਖਤਮ ਹੋ ਗਿਆ, ਨਾਮ ਕਿਉਂ ਰੱਖਣਾ ਪਿਆ ਬਈ? ਆਪਾਂ ਖੁਦ ਕਹਿੰਦੇ ਆ ਕਿ ਵਿਰੋਧੀ ਪਾਰਟੀਆਂ ਵਾਲੇ ਬਦਨਾਮ ਕਰਦੇ ਆ। ਜੇ ਲੋਕਾਂ ਤੋਂ ਹੀ ਆਪਾਂ ਪਤਾ ਕਰਨਾ ਹੀ, ਤੁਹਾਡੀ ਪਾਰਟੀ ਦੇ ਵਰਕਰ ਹੋਣੇ ਆ ਭਾਈ, ਉਹਨਾਂ ਨੂੰ ਲਿਆਓ ਅੱਗੇ ਜਿਨ੍ਹਾਂ ਨੇ ਕੁੜਤੇ ਪਜਾਮੇ ਪਾਉਣੇ ਆ, ਤੁਹਾਡੀ ਪੁਲਿਸ ਫੋਰਸ ਆ, ਤੁਹਾਡੇ ਅਫਸਰ ਨੇ, ਉਹਨਾਂ ਦੀ ਡਿਊਟੀ ਆ ਭਾਈ। ਜੇ ਨਹੀਂ ਪਤਾ ਲੱਗਦਾ ਤਾਂ ਜਿਹੜਾ ਬੰਦਾ ਨਵੰਬਰ ਮਹੀਨੇ ਦੀ 22 ਤਰੀਕ ਨੂੰ ਚਿੱਠੀ ਲਿਖਦਾ ਸੀ ਤੇ 23 ਤਰੀਕ ਨੂੰ ਬਦਲ ਦਿੱਤਾ ਗਿਆ ਸੀ, ਜੰਗਲਾਤ ਵਿਭਾਗ ਦਾ ਅਧਿਕਾਰੀ ਤੁਹਾਡੇ ਆਪ ਦੇ ਹਲਕੇ ਦੇ ਵਿੱਚੋਂ, ਮਰ ਜਾ ਉਹਨੂੰ ਪੁੱਛ ਲਓ, ਉਹਨੂੰ ਨਾਮ ਭਾਵੇਂ 5,000 ਘੱਟ ਦੇ ਦਿਓ। ਨਹੀਂ, ਮੈਂ ਨਾ ਵੀ ਇੱਕ ਬੰਦੇ ਨੂੰ ਤੇ ਮਿਲ ਜਾਣਾ। ਕਿਹਨੂੰ? ਉਹ ਆਮ ਆਦਮੀ ਪਾਰਟੀ ਵਾਲੇ ਚੱਡਾ ਸਾਹਿਬ,
ਉਹਨਾਂ ਕੋਲ ਤੇ ਵੀਡੀਓ ਹੈਗੀ भी है। वो करते कहेंगे यार पुत्र तो पंजाब में भी जाता है तो कुछ कमा के लाता है। हाँ, करना क्या है, कुछ भी नहीं, एक फोन पकड़ा, वहां पे ट्राली पकड़ी और उनको फोटो दिखा दी, उन्होंने 25,000 रुपया दे दिया। जिन्नियां को दिखाਉਂਦੇ ਹੁੰਦੇ 25 करके किन्ना मिलना चाहिए? नहीं एक घटना तो एक ही है ना। ਹੁਣ ਇਹ ਥੋੜਾ ਗੱਲ ਤੁਸੀਂ 100 ਟਰਾਲੀ ਲੈਣ ਚ ਲਾਏ, ਕੱਲੀ ਦਾ 25,000 ਮੰਗੀ ਆ, ਉਹ ਕਹਿੰਦਾ ਵਿੱਚ 5,000 ਦੀ ਰੇਤ ਆ, ਤੂੰ 25,000 ਟਰਾਲੀ ਦਾ ਮੰਗੀ ਜਾਣਾ, ਇਦਾਂ ਕਿਦਾਂ? ਸਰਕਾਰੀ ਪੈਸੇ 25 ਦਾ 25 ਪੂਰਾ ਮਿਲੂਗਾ। ਅੱਛਾ, ਨਹੀਂ ਵੈਸੇ ਗੱਲ ਕਰਦਾ। ਚਲੋ ਇੱਕ ਗੱਲ ਹੋਰ ਹੈ ਜੀ, ਹਾਂ, ਪਟਿਆਲੇ ਜ਼ਿਲ੍ਹੇ ਚ ਰੌਲਾ ਪਿਆ ਸੀ ਨਾ, ਆਪਾਂ ਕਿਹਾ ਸੀ ਲਾਲ ਸਿੰਘ ਹੋਰੀ ਕਹਿੰਦੇ ਕਿ ਬੇਟੇ ਨੇ ਤਾਂ ਚੋਣ ਲੜਨੀ, ਰਜਿੰਦਰ ਸਿੰਘ ਨੇ, ਮੈਂ ਵੀ ਦਾਅਵੇਦਾਰ ਹਾਂ, ਸਨੌਰ ਹਲਕੇ ਤੋਂ ਜਿੱਤ ਕੇ ਦਿਖਾਵਾਂਗੇ ਤੇ ਜ਼ਮਾਨਤਾਂ ਜ਼ਬਤ ਕਰਾਵਾਂਗੇ। ਹੁਣ ਇਦਾਂ ਹੀ ਚਰਚਾ ਚੱਲਦੀ ਹੈ, ਬੱਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਕਹਿੰਦੇ ਆ ਕਿ ਡੰਡ ਬੈਠਕਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਾਈ ਸਾਹਿਬ ਜਿਹੜੇ ਆ ਡਾਕਟਰ ਅਸਤੀਫਾ ਦੇ ਦਿੱਤਾ ਹੀ, ਮਨਮੋਹਨ ਸਿੰਘ ਨਾਂ ਸ਼ਾਇਦ ਉਹਨਾਂ ਦਾ, ਕਿ ਉਹਨਾਂ ਨੇ ਬੱਸੀ ਪਠਾਣੇ 'ਚ ਦਫ਼ਤਰ ਵੀ ਖੋਲ੍ਹ ਦਿੱਤਾ ਹੀ, ਥੋੜੀ ਜੀ ਸਰਗਰਮੀ ਵੀ ਸ਼ੁਰੂ ਕਰ ਦਿੱਤੀ ਹੈ। ਤੇ ਜਿਹੜੇ ਮੌਜੂਦਾ ਕਾਂਗਰਸੀ ਵਿਧਾਇਕ ਨੇ ਗੁਰਪ੍ਰੀਤ ਸਿੰਘ ਜੀਪੀ, ਉਹ ਕਹਿੰਦੇ 2.5-3 ਦਹਾਕੇ ਮਿਹਨਤ ਕੀਤੀ, ਕੰਮ ਕੀਤਾ, ਟਿਕਟ ਮਿਲੀ ਸੀ, ਜਿੱਤਿਆ, ਲੋਕਾਂ ਦੇ ਕੰਮ ਕੀਤੇ ਆ। ਸਿਟਿੰਗ ਐਮਐਲਏ ਨੂੰ ਟਿਕਟ ਨਹੀਂ ਮਿਲਣੀ ਤਾਂ ਹੋਰ ਕਿਹਨੂੰ ਮਿਲਣੀ ਆ? ਨਾਲੇ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਦਾ, ਨਾਲੇ ਕਹਿੰਦੇ ਠੇਕਾ ਥੋੜੀ ਲਿਆ ਇਹ ਸਾਰੀਆਂ ਟਿਕਟਾਂ ਡੱਬਰ 'ਚ ਦੇਣੀਆਂ। ਨਹੀਂ ਉਹ ਗੱਲ ਠੀਕ ਆ। ਦੇਖੋ ਕਾਰਨ ਪਤਾ ਕੀ ਹੈ, ਇਸ ਵਕਤ ਤੇ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ। ਆਹਾ, ਟਿਕਟਾਂ ਦੇ ਭਾਵੇਂ 2-2 ਲੈ ਲਓ, ਐਤਕੀ ਇੰਨੀਆਂ ਟਿਕਟਾਂ ਮਿਲਣੀਆਂ ਨੇ। ਮਤਲਬ ਜਿਸ ਹਿਸਾਬ ਨਾਲ ਪਾਰਟੀਆਂ ਨੇ, ਜਿਸ ਹਿਸਾਬ ਨਾਲ ਧੜੇ ਨੇ, ਜਿਸ ਹਿਸਾਬ ਨਾਲ ਗੱਠਜੋੜ ਹੋਣੇ ਆ, ਐਤਕੀ ਟਿਕਟਾਂ ਨੂੰ ਕਮੀ ਕੋਈ ਨਹੀਂ ਰਹਿਣੀ। ਰੌਲਾ ਸਿਰਫ ਇੱਥੇ ਆ ਕੇ ਪੈਣਾ ਵੀ ਜਦੋਂ ਇਹ ਸਾਰੀ ਤਰ੍ਹਾਂ ਦਾ ਸਤਨਾਜਾ ਬਣਾਉਂਦੇ ਨੇ ਮਾਈਆਂ, ਉਹ ਜਦੋਂ ਸਤਨਾਜਾ ਬਣਨਾ ਤੇ ਵੀਰ ਉਹਦੇ ਚ ਲੱਭਾਂਗੇ ਕਿੱਦਾਂ ਵੀ ਯਾਰ ਇਹ ਚ ਕਿਹੜਾ ਦਾਣਾ ਕਿਹੜੀ ਦਾਲ ਦਾ? ਨਹੀਂ ਉਹੀ ਤਾਂ ਮੁਸ਼ਕਿਲ ਹੋ ਜਾਣਾ, ਕਿਉਂਕਿ ਬਾਅਦ ਚੋਂ 59 ਚਾਹੀਦੇ ਆ। ਉਹ 59 ਕਿਹੜੇ ਹੋਣਗੇ 59 ਸਰਕਾਰ ਬਣਾਉਣ ਨੂੰ? ਉਹੀ ਕਹਿਣਾ ਮੈਨੂੰ ਤਾਂ ਐਤਕੀ ਲੱਗਦਾ ਕਿ ਉਹ ਇਦਾਂ ਨਹੀਂ ਹੋਣਾ ਕਿ ਇੱਕ ਪਾਸੇ ਦੇ ਹੋਣੇ ਆ, ਹੋ ਸਕਦਾ 4 ਕਿਤੇ ਹੁਣ 8 ਕਿਤੇ ਹੁਣ, ਕੋਈ ਬਾਹਰੋਂ ਸਮਰਥਨ ਕੋਈ ਅੰਦਰੋਂ ਸਮਰਥਨ, ਤੇ ਉਹਦੇ ਤੋਂ ਪਹਿਲਾਂ ਵੀ ਜੋੜ ਤੋੜ ਜਿਹੜਾ ਐ ਘਿਓ ਘੱਟ ਪਾਵਾਂ ਕਿ ਵੱਧ ਪਾਵਾਂ, ਤੁਸੀਂ ਚਾਹ ਮਿੱਠੇ ਵਾਲੀ ਪੀਣੀ ਹੈ ਕਿ ਫਿੱਕੇ ਵਾਲੀ ਪੀਣੀ ਹੈ। ਮੈਨੂੰ ਲੱਗਦਾ ਕਿ ਵੋਟਾਂ ਨਾਲੋਂ ਵੱਧ ਵੋਟਾਂ ਤੋਂ ਬਾਅਦ ਵਿੱਚ ਜੋੜ ਤੋੜ ਕਿੱਦਾਂ ਕਰਨੇ ਆ, ਐਤਕੀ ਤਾਂ ਹਾਲਾਤ ਉਧਰਲੇ ਪਾਸੇ ਜਾ ਸਕਦੇ ਆ। ਹਾਂ ਨਹੀਂ ਪੂਰੇ ਮਤਲਬ ਇਹ ਮਾਹੌਲ ਚਾਲ ਇਦਾਂ ਦਾ, ਕਿਉਂਕਿ ਹੁਣ ਜਿਸ ਹਿਸਾਬ ਨਾਲ ਟਿਕਟਾਂ ਦੀ ਵੰਡ ਹੋਣੀ ਆ, ਜਿਸ ਹਿਸਾਬ ਨਾਲ ਹਰੇਕ ਨੂੰ ਇਹ ਆ ਵੀ ਮੈਂ ਵੀ ਇਲੈਕਸ਼ਨ ਲੜਾਂਗਾ, ਉਹ ਸਾਰੇ ਕੁਛ ਦੇ ਵਿੱਚ ਇਹ ਗੱਲ ਬੜੀ ਮਤਲਬ ਹੁਣ ਆਪਾਂ ਨੂੰ ਜਾਪਦੀ, ਆਪਾਂ ਗਾਂਹ ਕੁਛ ਮਾਹੌਲ ਚਾਲ ਬਦਲ ਜੇ ਤੇ ਚਲੋ ਆਪਾਂ ਫਿਰ ਗੱਲ ਕਰ ਲਾਂਗੇ ਵੀ ਜਿਹੜੀ ਉਹ ਇਦਾਂ ਜਾਪਦੇ ਨੇ ਲੈ ਵੀ ਐਤਕੀ ਫਲਾਨਾ, ਉਹ ਨਹੀਂ ਹੁਣ ਗੱਲ ਜਾਪਦੀ ਵੀ ਲੈ ਵੀ ਐਤਕੀ ਫਲਾਨਾ, ਐਤਕੀ ਆਦਾ ਯਾਰ ਫਲਾਨਾ ਆ ਸਕਦਾ ਜੇ, ਪਰ ਫਲਾਨਾ ਨਾ ਆਇਆ ਤੇ ਫਿਰ ਫਲਾਨਾ ਵੀ ਆ ਸਕਦਾ ਜੀ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ। ਬਾਕੀ ਮੈਨੂੰ ਇਦਾਂ ਲੱਗਦਾ ਜੇ ਚੰਨੀ ਸਾਹਿਬ ਨੇ ਭਾਈ ਸਾਹਿਬ ਨੂੰ ਟਿਕਟ ਦਵਾਈ ਤਾਂ ਲਾਲ ਸਿੰਘ ਹੋਰਾਂ ਨੂੰ ਦੇਣੀ ਪੈਣੀ ਆ ਟਿਕਟ। ਹਾਂਜੀ ਬਹੁਤ ਜ਼ਰੂਰੀ ਹੈ। ਤੇ ਬਾਕੀ ਮੈਨੂੰ ਇਹ ਵੀ ਗੱਲ ਹੈ, ਟਾਈਮ ਹੋ ਚੱਲਾ, ਆਪਾਂ ਜਾਣਾ ਹੀ, ਪਰ ਮੇਰਾ ਭਰਾ ਇੱਕ ਗੱਲ ਦਾ ਅੱਜ ਵਾਅਦਾ ਕਰਕੇ ਗਰੰਟੀ ਦੇ ਕੇ ਜਾਣੀ ਆ। ਕੋਈ ਵਾਅਦਾ ਨਹੀਂਗਾ, ਦੇਖੋ ਕਾਰਨ ਆ ਕਿਉਂਕਿ ਤੁਸੀਂ ਹੈਗੇ ਆ ਬਿਜ਼ਨਸ ਕਰਨ ਵਾਲੇ ਬੰਦੇ, ਲੀਡਰ ਬੰਦੇ, ਨਾਲ ਬਿਜ਼ਨਸ ਹੁੰਦੇ ਤੁਹਾਡੇ, ਤੇ ਇਹ ਨਾ ਹੋਵੇ ਕਿ ਇੱਥੋਂ ਜਾਂਦੇ ਡੀਜੇ ਪਾ ਲਓ ਚਿੱਠੀ ਵਾਪਸ ਹੋ ਗਈ ਭਰਾ। ਨਹੀਂ ਉਹ ਤਾਂ ਮੈਂ ਕੰਮ ਨਿਬੇੜਦਾ, ਡੀਜੇ ਵਾਲੀ ਕੋਈ ਗੱਲ ਨਹੀਂ। ਮੈਂ ਇੱਕ ਤੁਸੀਂ ਬਾਠ ਸਾਹਿਬ ਨਾਲ ਅਫਸੋਸ ਨਹੀਂ ਕੀਤਾ। ਦੇਖੋ ਕਾਰਨ ਆ ਵੀ ਇਹਨਾਂ ਦਾ ਮਨ ਤੇ ਸੀਗਾ, ਪਰ ਹੁਣ ਚਲੋ ਜਦੋਂ ਸ਼ਰੀਕੇ ਜੇ ਕੰਮ ਹੋ ਜਾਵੇ ਤੇ ਫਿਰ ਹੁਣ ਵਧਾਈ ਤੇ ਦੇਣੀ ਬਣਦੀ ਤੁਹਾਨੂੰ। ਨਹੀਂ ਦੇਖੋ ਮੈਂ ਤਾਂ ਰਾਤੀ ਮੈਂ ਬੜਾ ਖੁਸ਼ ਜਦੋਂ ਫਤਿਹ ਦੀ ਅਰਦਾਸ ਸ਼ਾਮਲ ਹੋਇਆ, ਮੈਂ ਭਰਾ ਨੂੰ ਕਿਹਾ ਕਿਸਾਨ ਜਿੱਤ ਗਏ, ਉਹ ਕਹਿੰਦੇ ਨਹੀਂ ਜੀ ਮੈਨੂੰ ਬਹੁਤ ਆ, ਠੀਕ ਆ, ਖੁਸ਼ੀ ਬਹੁਤ ਆ, ਪਰ ਕੈਟਰੀਨਾ ਕੈਫ ਦਾ ਕਹਿੰਦੇ ਵਿਆਹ ਹੋ ਗਿਆ। ਭਰਾ ਬੜਾ ਐਂ ਜੇ ਬੈਠਾ ਭਰਾ, ਦੇਖੋ ਅੱਜ ਹੁਣ ਵੀ ਦੇਖ ਲਓ, ਟਾਂਡੇ ਜਿੱਥੇ ਤੁਸੀਂ ਪੜ੍ਹੇ ਉੱਥੇ ਮੁੰਡਾ ਪੜ੍ਹਿਆ, ਜਿਹੜੇ ਕਾਲਜ ਤੁਸੀਂ ਪੜ੍ਹੇ ਉੱਥੋਂ ਦਾ ਮੁੰਡਾ ਉਹ ਗੁੱਡੀ ਲੈ ਆਵੇ ਜਦੋਂ ਤੁਸੀਂ ਮੈਂ ਕਈ ਵਾਰ ਫੋਟੋਆਂ ਵਿਖਾਇਆ ਤੇ ਨਾ ਮੇਰਾ, ਮੈਂ ਤਾਂ ਹੈ ਹੀ ਨਹੀਂ ਇਸ ਕੰਮ 'ਚ। ਅੱਛਾ ਮੈਂ ਤੁਹਾਨੂੰ ਫੋਟੋ ਦਿਖਾਈ, ਮੈਂ ਲੀਡਰਾਂ ਵਾਲੇ ਐਂ ਦੱਸ ਦਿਓ ਜੀ ਅੱਜ ਭਰਾ ਥੋੜਾ ਜਿਹਾ ਲੱਗਾ ਨਹੀਂ, ਇਦਾਂ ਕਲੀਅਰ ਕਰੋ ਅੱਜ ਟਿੱਪਣੀਆਂ ਕਰ ਦਿਓ ਜੀ, ਅੱਜ ਕਰ ਦਿਓ ਟਿੱਪਣੀਆਂ। ਕੌਣ ਮਤਲਬ ਕੈਟਰੀਨਾ ਕੈਫ ਵਾਲਾ ਹੋਊਗਾ? ਤੁਸੀਂ ਵੱਧ ਕੇ ਬੋਲਦੇ ਨਹੀਂ, ਉੱਚੀ ਬੋਲਣ ਦਾ ਬੰਦਾ ਸੱਚਾ ਨਹੀਂ ਹੁੰਦਾ। ਮੈਂ ਤਾਂ ਕਹਿਣ ਡਿਆ ਵੀ ਅੱਗੋਂ ਪਿੱਛੋਂ ਭਾ ਦੇ ਗੋਡਿਆਂ ਜਾਨ ਹੈ ਨਹੀਂ, ਅੱਜ ਕੈਟਰੀਨਾ ਕੈਫ ਮੇਰੇ ਗਲ ਪਾ ਦੇ, ਇਦਾਂ ਕਿਦਾਂ ਯਾਰ? ਕਿਸੇ ਪਾਸੇ ਤੇ ਟਾਈ ਦਾ ਮੁੱਲ ਵੱਟ ਲਾ ਵੀਰ। ਵਾਹ ਜੀ ਵਾਹ, ਚੱਲੀ ਹੁਣ। ਨਹੀਂ ਜਾਣਾ ਕਿੱਥੇ ਨੂੰ ਆ ਮੇਰਾ ਭਰਾ, ਮੈਂ ਸ਼ਿਕੰਜਵੀ ਪਿਲਾਵਾਂਗਾ, ਦਿਲ ਨਹੀਂ ਛੱਡਣਾ, ਕੋਈ ਗੱਲ ਨਹੀਂ ਹੁੰਦੀ, ਕੋਈ ਦਿਲ ਨਹੀਂ ਛੱਡਿਆ, ਕੋਈ ਗੱਲ ਨਹੀਂ ਹੁੰਦੀ। ਅੱਜ WhatsApp ਫੜੇਗਾ ਤੁਸੀਂ, ਚਲੋ ਕੋਈ ਗੱਲ ਨਹੀਂ, ਕਦੀ ਤਾਂ ਮੰਨ ਜਾਏਗਾ, ਸੱਜਣ ਦੱਸਣਗੇ, ਆ ਜਰੂਰ ਟਿੱਪਣੀ ਕਰਦੇ। ਚਲਿਏ ਜੀ, ਬਹੁਤ ਸ਼ੁਕਰੀਆ। ਲਓ ਜੀ, ਮੇਰੇ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਸਾਡੇ ਹਾਸੇ ਮਜ਼ਾਕ 'ਚ ਨਾ ਜਾਇਆ ਕਰੋ, ਸਾਡਾ ਚੱਲਦਾ ਰਹਿੰਦਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।